हाँ जी। होपफुली चल चल रहा होगा ਹੁਣ। ਸੌਰੀ, ਸਾਨੂੰ ਥੋੜੀ ਜਿਹੀ ਦੇਰ ਹੋ ਗਈ, ਕੁਝ ਟੈਕਨੀਕਲ ਪ੍ਰੋਬਲਮਸ ਆ ਰਹੇ ਸਨ, ਮੈਨੂੰ ਮੇਰੇ ਤੋਂ ਡਾਊਨਲੋਡ ਅਪਡੇਟ ਕਰਨਾ ਪਿਆ ਥੋੜਾ ਜਿਹਾ ਸੌਫਟਵੇਅਰ। ਤੇ ਹੁਣ ਅਸੀਂ ਸ਼ੁਰੂ ਕਰ ਸਕਨੇ ਆ। ਅਮ, ਸਭ ਕਾਮਰੇਡਸ ਨੂੰ ਲਾਲ ਸਲਾਮ ਤੇ ਜੀ ਆਇਆਂ ਨੂੰ। ਮੇਰਾ ਨਾਮ ਸਾਰਾ ਹੈ ਔਰ ਅੱਜ ਦੀ ਜਿਹੜੀ ਸਾਡੀ ਬੈਠਕ ਹੈ ਉਹਦੇ ਵਿੱਚ ਕੁਝ ਗੱਲਾਂ ਜਿਹੜੀਆਂ ਨੇ ਉਹ ਮੈਂ ਤੁਹਾਡੇ ਨਾਲ ਸਾਡੇ ਮੌਜੂ ਦੇ ਬਾਰੇ ਕੁਝ ਸਾਂਝੀਆਂ ਕਰਨੀਆਂ ਨੇ, ਬਹੁਤ ਬੇਸਿਕ ਇੰਟਰੋਡਕਟਰੀ ਤੌਰ ਤੇ। ਤੇ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ, ਅੱਜ ਦੀ ਗੱਲਬਾਤ ਜਿਹੜੀ ਹੈ ਉਹ ਅਸੀਂ ਪੀਪਲਸ ਪੋਇਟਿਕਸ ਜਾਂ ਤੁਸੀਂ ਸਮਝ ਲਓ ਲੋਕ ਸ਼ਾਇਰੀ ਦਾ ਫਲਸਫਾ, ਲੋਕ ਸ਼ਾਇਰੀ ਦੀ ਇੱਕ ਤਰ੍ਹਾਂ ਤੱਤ ਜਿਹਨੂੰ ਅਸੀਂ ਕਹਿੰਦੇ ਆ ਪੰਜਾਬੀ 'ਚ ਐਸੈਂਸ, ਉਸ ਦੇ ਸਟਰਕਚਰ ਬਾਰੇ ਅਸੀਂ ਕੁਝ ਗੱਲਾਂ ਕਰਾਂਗੇ ਔਰ ਕਿਵੇਂ ਉਹ ਸਾਡੀ ਇੱਕ ਜਿਹੜੀ ਤਰੱਕੀ ਪਸੰਦ ਸੋਚ ਹੈ ਜਾਂ ਪ੍ਰੋਗਰੈਸਿਵ ਸਿਆਸਤ ਹੈ ਉਸ ਦੇ ਵਿੱਚ ਉਹਦਾ ਕੀ ਜੋੜ ਬਣਦਾ ਹੈ ਔਰ ਥੇਰੀ ਨਾਲ ਕੀ ਜੋੜ ਬਣਦਾ ਹੈ। ਤੇ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਥੋੜਾ ਜਿਹਾ ਬਸ ਇਹ ਦੱਸ ਦਿਆਂ ਕਿ ਗੱਲ ਮੈਂ ਪੰਜਾਬੀ ਵਿੱਚ ਕਰਾਂਗੀ। ਡਿਫਾਲਟ ਇਹ ਪੋਜੀਸ਼ਨ ਹੈ, ਲੇਕਿਨ ਅਗਰ ਇੱਥੇ ਕਮੈਂਟਸ ਬਿਲਕੁਲ ਮੇਰੇ ਸਾਹਮਣੇ ਨੇ ਤੇ ਕਿਸੇ ਨੂੰ ਸਮਝ ਨਹੀਂ ਆ ਰਹੀ, ਮੈਨੂੰ ਬਿਲਕੁਲ ਪਤਾ ਹੈ ਕਿ ਸਾਰੇ ਮੁxtਲਿਫ ਜ਼ਬਾਨਾਂ ਬੋਲਦੇ ਨੇ। ਜ਼ਾਹਿਰੀ ਗੱਲ ਹੈ, ਤੇ ਕੋਈ ਸਮਝ ਨਾ ਆਏ ਸ਼ਾਇਦ ਤੁਸੀਂ ਮੈਨੂੰ ਰੋਕ ਕੇ ਤੁਸੀਂ ਮੈਨੂੰ ਮੈਸੇਜ ਛੱਡ ਸਕਦੇ ਹੋ, ਮੈਂ ਐਕਸਪਲੇਨ ਕਰ ਦਿਆਂਗੀ ਫੌਰਨ। ਜਾਂ ਬਿਲਕੁਲ ਅਗਰ ਮੁਸ਼ਕਿਲ ਹੋ ਰਿਹਾ ਹੈ ਖਾਸ ਤੌਰ ਤੇ ਸਿੰਧ ਜਾਂ ਪਖਤੂਨਖਵਾ ਜਾਂ ਬਲੋਚ ਕਾਮਰੇਡਸ ਦੇ ਲਈ, ਤੇ ਮੈਂ ਉਰਦੂ ਦੇ ਵਿੱਚ ਵੀ ਨਾਲ ਕਰ ਦਿਆਂਗੀ ਗੱਲ। ਤੇ ਥੋੜੀ ਜਿਹੀ ਮੈਂ ਕੋਸ਼ਿਸ਼ ਇਹ ਕੀਤੀ ਕਿ ਜ਼ਾਹਿਰ ਹੈ ਸਾਡੇ ਲਈ ਇਹ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਇੱਕ ਦੂਸਰੇ ਦੀਆਂ ਜਿਹੜੀਆਂ ਜ਼ੁਬਾਨਾਂ ਨੇ ਔਰ ਜਦੋਂ ਅਸੀਂ ਗੱਲ ਕਰ ਰਹੇ ਹਾਂ ਇੰਡੀਜਨਸ ਪੋਇਟਿਕਸ ਦੀ ਤੇ ਅਸੀਂ ਉਹ ਜ਼ਬਾਨ ਇਸਤੇਮਾਲ ਵੀ ਕਰੀਏ। ਔਰ ਅੰਗਰੇਜ਼ੀ ਦਾ ਔਰ ਉਰਦੂ ਦਾ ਇੱਕ ਖਾਸ ਤਰ੍ਹਾਂ ਦਾ ਇੱਕ ਤੇ ਨੈਸ਼ਨਲ ਸਤ੍ਹਾ ਦੇ ਉੱਤੇ ਜੋ ਇੱਕ ਉਹਦੀ ਹੈਜਮਨੀ ਜਿਹਨੂੰ ਅਸੀਂ ਕਹਿੰਦੇ ਆ, ਉਸ ਨੂੰ ਥੋੜਾ ਜਿਹਾ ਤੋੜਨ ਦੀ ਵੀ ਲੋੜ ਹੈ, ਉਸ ਨੂੰ ਥੋੜਾ ਜਿਹਾ ਝੰਜੋੜਨ ਦੀ ਵੀ ਲੋੜ ਹੈ। ਲੇਕਿਨ ਕਿਸੇ ਵੀ ਪੁਆਇੰਟ ਤੇ ਕੋਈ ਸ਼ਾਇਦ ਸਮਝ ਨਹੀਂ ਲੱਗ ਰਹੀ, ਪਲੀਜ਼ ਸਟਾਪ ਐਂਡ ਆਸਕ, ਮੈਂ ਸਮਝਾ ਦਿਆਂਗੀ। ਤੇ ਅਗਰ ਅਸੀਂ ਆਪਣੀ ਗੱਲ ਸ਼ੁਰੂ ਕਰੀਏ ਪੀਪਲਸ ਪੋਇਟਿਕਸ ਦਾ ਜਿਹੜਾ ਮੈਂ ਟਾਈਟਲ ਇਹਦੇ ਵਿੱਚ ਇਸਤੇਮਾਲ ਕੀਤਾ ਸੀ ਕਿ ਅੱਜ ਅਸੀਂ ਕਿਸ ਤਰ੍ਹਾਂ ਸਟਰਕਚਰ ਮੈਂ ਥੋੜਾ ਜਿਹਾ ਸੋਚਿਆ ਹੈ ਕਿ ਇੱਕ ਇੰਟਰੋਡਕਸ਼ਨ ਦੇ ਕੇ ਤੇ ਇੱਕ ਦੋ ਟੈਕਸਟ ਮੈਂ ਸਿਲੈਕਟ ਕੀਤੇ ਨੇ ਜੋ ਰੀਡਿੰਗਸ ਤੁਹਾਡੇ ਨਾਲ ਸ਼ੇਅਰ ਵੀ ਹੋਈਆਂ ਨੇ। ਸੋ ਇੱਕ ਦੋ ਤਿੰਨ ਕਾਫੀਆਂ ਨੇ, ਕਾਫੀ ਇੱਕ ਜਿਹੜੀ ਹੈ ਪੰਜਾਬੀ ਜਾਂ ਸਿਰਫ ਪੰਜਾਬੀ ਨਹੀਂ, ਇੱਥੇ ਦੀ ਜਿਹੜੀ ਇਸ ਇਲਾਕੇ ਦੀ ਰਫਲੀ ਜਿਹੜੀ ਪੁਰਾਣੀ ਇੱਕ ਨਜ਼ਮ ਦੀ पोइट्री ਦੀ ਫਾਰਮ ਹੈ ਔਰ ਗਾਵਣ ਦੀ ਵੀ ਫਾਰਮ ਹੈ। ਬਹੁਤ ਜ਼ਰੂਰੀ ਹੈ ਯਾਦ ਰੱਖਣਾ ਕਿ ਪਰਫਾਰਮ ਕਰਨ ਵਾਲੀ ਮਿਊਜ਼ਿਕ ਨਾਲ ਜੁੜੀ ਹੋਈ, ਕਵਾਲੀ ਦੇ ਨਾਲ ਜੁੜੀ ਹੋਈ ਓਰਲ ਫਾਰਮ ਵੀ ਹੈ। ਸੋ ਕੁਝ ਕਾਫੀਆਂ ਨੇ ਔਰ ਕੁਝ ਸ਼ਾਇਦ ਸਾਰੀ ਜਿਹੜੀ ਮੈਂ ਸ਼ੇਅਰ ਕੀਤੀਆਂ ਨੇ ਪੇਜ ਦੇ ਉੱਤੇ ਅਸੀਂ ਸਾਰੀ ਨਾ ਪੜ੍ਹ ਸਕੀਏ ਇਕੱਠੇ, ਲੇਕਿਨ ਉਹ ਟੈਕਸਟ ਤੁਹਾਡੇ ਕੋਲ ਮੌਜੂਦ ਨੇ, ਬਾਅਦ ਵਿੱਚ ਕੋਈ ਮੇਰੇ ਤੋਂ ਸਵਾਲ ਵੀ ਕਰਨਾ ਚਾਹਤੇ ਹੋ ਕੋਈ ਮਸਲਾ ਨਹੀਂ ਹੈ। ਤੇ ਥੋੜਾ ਜਿਹਾ ਬਸ ਮੈਂ ਸਟਰਕਚਰ ਤੁਹਾਡੇ ਨਾਲ ਸ਼ੇਅਰ ਕਰ ਲੈਤਾ ਹੈ ਕਿ ਇਹ ਸਾਰੇ ਹੁਣ ਅਸੀਂ ਐਡਮਿਨ ਰਿਲੇਟਡ ਜੋ ਵੀ ਸਿੰਪਲ ਗੱਲਾਂ ਇੰਟਰੋਡਕਸ਼ਨ ਕਰਦੀਆਂ ਨੇ ਤੇ ਅਸੀਂ ਆਪਣੀ ਗੱਲ ਵੱਲ ਆਉਂਦੇ ਹਾਂ ਕਿ ਇਹ ਬਿਲਕੁਲ ਸਹੀ ਹੈ ਅਗਰ ਕੋਈ ਸਵਾਲ ਕਰਦਾ ਹੈ, ਕੋਈ ਪੁੱਛਦਾ ਹੈ ਕਿ ਜਿੱਥੇ ਇੰਨਾ ਕੁਝ ਚੱਲ ਰਿਹਾ ਹੈ ਇਸ ਮੁਲਕ ਵਿੱਚ ਔਰ ਜਿੱਥੇ ਹੁਣ ਤੇ ਇਸ ਵੇਲੇ ਕਰੋਨਾ ਔਰ ਕੋਵਿਡ-19 ਦੀ ਵਜ੍ਹਾ ਤੋਂ ਵੀ ਜਿਸ ਤਰ੍ਹਾਂ ਦੀ ਇੱਕ ਪੋਲੀਟੀਕਲ ਸਿਚੁਏਸ਼ਨ, ਇੱਕ ਕ੍ਰਾਈਸਿਸ ਬਣ ਰਿਹਾ ਹੈ, ਉਸ ਦੇ ਵਿੱਚ ਕੀ ਲੋੜ ਹੈ ਜਾਂ ਕੀ ਕੰਮ ਆ ਸਕਦੀ ਹੈ ਸਾਡੇ ਇਹ ਸ਼ਾਇਰੀ, ਇਹ ਪੁਰਾਣੀ ਸ਼ਾਇਰੀ, ਉਹ ਵੀ ਇੱਕ ਐਸੀ ਜ਼ਬਾਨ ਦੇ ਵਿੱਚ ਲਿਖੀ ਹੋਈ ਜੋ ਕਿ ਹੁਣ ਇਸ ਵੇਲੇ ਤੇ ਕਿਸੇ ਕਿਸਮ ਦੀ ਵੀ ਯੂਜ਼ ਦੇ ਵਿੱਚ ਨਹੀਂ ਹੈ। ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਅਗਰ ਆਲਮੀ ਸਰਮਾਏ ਦੀ ਜ਼ੁਬਾਨ ਨੂੰ ਵੇਖੋ ਤੇ ਉਹ ਅੰਗਰੇਜ਼ੀ ਹੈ। ਸੋ ਅਗਰ ਅਸੀਂ ਗਲੋਬਲ ਸਤ੍ਹਾ ਤੇ ਗੱਲ ਕਰਨਾ ਚਾਹੁੰਦੇ ਹਾਂ ਤੇ ਅੰਗਰੇਜ਼ੀ ਸਾਹਮਣੇ ਆਉਂਦੀ ਹੈ ਸਾਡੇ। ਔਰ ਅਗਰ ਅਸੀਂ ਮੁਲਕੀ ਸਤ੍ਹਾ ਦੇ ਉੱਤੇ ਔਰ ਮੁਲਕੀ ਰਿਆਸਤ ਦੇ ਉੱਤੇ ਗੌਰ ਕਰੀਏ ਤੇ ਉਹ ਉਰਦੂ ਹੈ ਜ਼ਬਾਨ। ਸੋ ਪੰਜਾਬੀ, ਸਿੰਧੀ, ਪਸ਼ਤੋ, ਇਹਨਾਂ ਦੀ
ਜ਼ਬਾਨਾਂ ਦੇ ਉੱਤੇ ਜਾਂ ਇਹਨਾਂ ਦੇ ਵਿੱਚ ਕੀ ਵਿਚਾਰ ਪੁਰਾਣੇ ਇਹਨਾਂ ਜ਼ਬਾਨਾਂ ਦੇ ਨਾਲ ਜੁੜੇ ਹੋਏ ਲਿਟਰੇਚਰ ਜਾਂ ਲਿਖਤਾਂ ਦੇ ਵਿੱਚ ਆਉਂਦੇ ਨੇ, ਉਹ ਕਿਉਂ ਇੰਪੋਰਟੈਂਟ ਹੋ ਸਕਦੇ ਨੇ। ਸੋ ਪਹਿਲਾ ਤਾਂ ਇਹ ਇਹਦਾ ਸਵਾਲ ਜਿਹੜਾ ਇਹ ਸਵਾਲ ਇੰਪੋਰਟੈਂਟ ਹੈ ਔਰ ਇਹਦਾ ਜਵਾਬ ਦੇਣਾ ਵੀ ਜ਼ਰੂਰੀ ਹੈ ਕਿ ਇਹ ਕੋਈ ਕਿਸੇ ਕਿਸਮ ਦਾ ਸਿਰਫ ਇੱਕ ਐਸਥੈਟਿਕ ਪ੍ਰੋਜੈਕਟ ਨਹੀਂ ਹੈ ਜਿਸ ਦੇ ਵਿੱਚ ਅਸੀਂ ਕੋਈ ਸੋ ਕਾਲਡ ਪੁਰਾਣੇ ਕਲਚਰ ਜਾਂ ਗਵਾਚੇ ਕਲਚਰ ਨੂੰ ਅਸੀਂ ਰੋਮੈਂਟਿਸਾਈਜ਼ ਕਰਨਾ ਹੈ ਜਾਂ ਉਹਨੂੰ ਫੈਟਿਸ਼ ਬਣਾ ਕੇ ਪੇਸ਼ ਕਰ ਰਹੇ ਹਾਂ ਜਾਂ ਉਹਦਾ ਸਿਰਫ ਚਸ ਲੈ ਰਹੇ ਹਾਂ, ਉਹਨੂੰ ਇੱਕ ਐਸਥੈਟਿਕ ਆਬਜੈਕਟ ਅਸੀਂ ਬਣਾ ਦਈਏ ਜਿਵੇਂ ਅੰਗਰੇਜ਼ਾਂ ਨੇ ਕੀਤਾ ਜ਼ਾਹਿਰ ਹੈ ਇੱਥੇ ਦੀ ਜ਼ਬਾਨਾਂ, ਜਿਵੇਂ ਇੱਕ ਓਰੀਐਂਟਲਿਸਟ ਆਊਟਲੁੱਕ ਹੈ। ਸੋ ਉਹ ਬਿਲਕੁਲ ਵੀ ਮਕਸਦ ਨਹੀਂ ਹੈ। ਸੋ ਮਕਸਦ ਇਹ ਹੈ ਕਿ ਸਵਾਲ ਦਾ ਜਿਹੜਾ ਜਵਾਬ ਹੈ ਉਹ ਕੋਈ ਵੀ ਸਿੱਧਾ ਨਹੀਂ ਹੈ, ਉਹਦੇ ਲਈ ਵੀ ਸਾਨੂੰ ਇੱਕ ਪੁਰਾਣੀ ਥੋੜ੍ਹੀ ਜਿਹੀ ਹਿਸਟਰੀ ਦੇ ਵੱਲ ਜਾਣਾ ਪਏਗਾ। ਔਰ ਅਗਰ ਮੈਂ ਬਹੁਤ ਮੁਖਤਸਰ ਕਰਕੇ ਗੱਲ ਕਰਾਂ ਤੇ ਉਹ ਜਿਹੜੀ ਹਿਸਟਰੀ ਹੈ ਉਹ ਹੈ ਕਾਨੂੰਨੀ ਗੀਰ ਯਾਨੀ ਕਲੋਨੀਅਲ ਐਕਸਪੀਰੀਅੰਸ ਜਿਹੜਾ ਸਬ ਕੰਟੀਨੈਂਟ ਦਾ ਰਿਹਾ ਉਸ ਦੀ ਹਿਸਟਰੀ, ਜੋ ਕਿ ਇਸ ਜ਼ਬਾਨ ਦੇ ਮਸਲੇ ਨੂੰ ਉਹਦੇ ਪੂਰੀ ਕਲੋਨੀਅਲ ਔਰ ਕਲਾਸ ਬੇਸਡ ਇੱਕ ਐਨਾਲਿਸਿਸ ਦੇ ਵਿੱਚ ਸਾਡਾ ਦੇਖਣਾ ਬਹੁਤ ਜ਼ਰੂਰੀ ਹੈ। ਔਰ ਦੂਜਾ ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਜਿਹੜਾ ਐਡ ਕਰਦੇ ਹਾਂ ਕਿ ਜ਼ਾਹਿਰ ਹੈ ਸਭ ਤੋਂ ਜ਼ਿਆਦਾ ਅਸੀਂ ਇੱਕ ਜਿਹੜਾ ਫਿਲਹਾਲ ਸਾਨੂੰ ਦੌਰ ਦਿਸਦਾ ਹੈ ਉਹਦੇ ਵਿੱਚ ਅੰਗਰੇਜ਼ ਕਾਨੂੰਨੀਗੀਰ ਨਿਜ਼ਾਮ ਦਾ ਬਹੁਤ ਵੱਡਾ ਹੱਥ ਹੈ ਉਹਨੂੰ ਸ਼ੇਪ ਕਰਨ ਵਿੱਚ, ਉਹਦੇ ਵਿੱਚ ਜਿਹੜੀਆਂ ਉੱਚ ਨੀਚ ਔਰ ਇਨਇਕੁਆਲਿਟੀਜ਼ ਨੂੰ ਕ੍ਰੀਏਟ ਕਰਨ ਵਿੱਚ। ਲੇਕਿਨ ਜਿਹੜਾ ਮੁਗਲ ਦੌਰ ਸੀ ਔਰ ਮੁਗਲ ਦੌਰ ਦੀ ਵੀ ਜਿਹੜੀ ਕਲਚਰਲ ਕੁਝ ਹੈਜੈਮਨੀ ਸੀ ਜਿਹਦੇ ਵਿੱਚ ਫਾਰਸੀ ਖਾਸ ਤਰ੍ਹਾਂ ਦੀ ਇੱਕ ਦਰਬਾਰ ਦੀ ਫਾਰਸੀ ਔਰ ਉਰਦੂ ਵੀ ਉਹਦਾ ਹਿੱਸਾ ਬਣੀ। ਉਸ ਜ਼ਮਾਨੇ ਦੇ ਵਿੱਚ ਵੀ ਲੋਕਾਂ ਦੀ ਜਿਹੜੀਆਂ ਆਪਣੀਆਂ ਇਸ ਦੇਸ਼ ਤੋਂ ਫੁੱਟੀਆਂ ਜਿਹੜੀਆਂ ਜ਼ਬਾਨਾਂ ਨੇ ਉਹਨਾਂ ਦਾ ਇਹ ਹਾਇਰਾਰਕੀ ਐਗਜ਼ਿਸਟ ਕਰਦੀ ਸੀ। ਪਰ ਖਾਸ ਤੌਰ 'ਤੇ ਅਗਰ ਅਸੀਂ ਅੰਗਰੇਜ਼ ਦੇ ਇੱਕ ਜਿਹੜਾ ਅੰਗਰੇਜ਼ ਦੇ ਨਾਲ ਲਾਇਆ ਹੋਇਆ ਜਿਹੜਾ ਇੱਕ ਰਿਆਸਤ ਦਾ, ਇੱਕ ਸਰਕਾਰ ਦਾ, ਇੱਕ ਬਿਊਰੋਕਰੇਸੀ ਦਾ ਨਿਜ਼ਾਮ ਵੇਖੀਏ ਤੇ ਉਸ ਦੇ ਵਿੱਚ ਪਤਾ ਲੱਗਦਾ ਹੈ ਕਿ ਫਰਸਟ ਜਿਹੜਾ ਸਿੰਪਲ ਸੀ ਕਿ ਇੱਕ ਜ਼ੁਬਾਨਾਂ ਦੀ ਜਿਹੜੀ ਨੌਲੇਜ ਸਿਸਟਮ ਸਨ ਕਲੋਨੀਅਲਿਜ਼ਮ ਦੇ ਔਰ ਕਾਨੂੰਨੀਗੀਰੀ ਦੇ, ਉਹਨਾਂ ਦੇ ਵਿੱਚ ਜ਼ਬਾਨਾਂ ਦੀ ਕੈਟੇਗਰੀਜ਼ ਬਣਾਉਣਾ, ਫਿਰ ਉਹਨਾਂ ਦੀ ਹਾਇਰਾਰਕੀ ਬਣਾਉਣਾ। ਸੋ ਇਹ ਕਿਹਾ ਗਿਆ ਪੁਰਾਣੇ ਜਿਹੜੇ ਜਿੰਨੇ ਉਸ ਵੇਲੇ ਅੰਗਰੇਜ਼ ਸਕਾਲਰ ਸਨ ਉਹਨਾਂ ਨੇ ਕਿਹਾ ਕਿ ਜੀ ਸੰਸਕ੍ਰਿਤ ਤੇ ਫਾਰਸੀ ਔਰ ਉਰਦੂ ਜਿਹੜੀਆਂ ਨੇ ਇਹ ਜ਼ਬਾਨਾਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਦੇ ਵਿੱਚ ਕਲਚਰ ਮੌਜੂਦ ਹੈ, ਜਿਨ੍ਹਾਂ ਦੀ ਤਹਿਜ਼ੀਬ ਹੈ, ਜਿਨ੍ਹਾਂ ਦੇ ਵਿੱਚ ਤੁਸੀਂ ਫਲਸਫੇ ਬਾਰੇ ਲਿਖ ਸਕਦੇ ਹੋ, ਜਿਨ੍ਹਾਂ ਦੇ ਵਿੱਚ ਤੁਸੀਂ ਕੋਈ ਸ਼ਾਇਰੀ ਕੰਮ ਦੀ ਚੱਜ ਦੀ ਲਿਖ ਸਕਦੇ ਹੋ। ਔਰ ਬਾਕੀਆਂ ਜਿਹੜੀਆਂ ਇੱਥੇ ਜ਼ਬਾਨਾਂ ਬੋਲੀਆਂ ਜਾਂਦੀਆਂ ਨੇ ਉਹਨਾਂ ਦੇ ਲਈ ਉਹਨਾਂ ਨੇ ਕੋਟ ਅਨਕੋਟ ਵਲਗਰ ਦਾ ਲਫ਼ਜ਼ ਇਸਤੇਮਾਲ ਕੀਤਾ ਕਿ ਵਲਗਰ ਨੇ, ਇਹਨਾਂ ਦੇ ਵਿੱਚ ਕੁਝ ਵੀ ਨਹੀਂ, ਕੱਖ ਵੀ ਨਹੀਂ ਹੈ। ਔਰ ਉਹੋ ਹੀ ਐਟੀਟਿਊਡ ਜਿਹੜਾ ਹੈ ਉਹ ਜ਼ਾਹਿਰ ਹੈ ਫਿਰ ਸਟੇਟ ਦੇ ਜਿਹੜਾ ਸਟਰਕਚਰ ਸੀ ਉਹਦੇ ਵਿੱਚ ਹੈ ਸੀ। ਯਾਨੀ ਤੁਹਾਨੂੰ ਅਗਰ ਕਲੋਨੀਅਲ ਸਟੇਟ ਦੇ ਵਿੱਚ ਤੁਹਾਨੂੰ ਨੌਕਰੀ ਚਾਹੀਦੀ ਹੈ ਤੇ ਅੰਗਰੇਜ਼ੀ ਜਾਂ ਉਰਦੂ ਦੇ ਵਿੱਚ ਹੀ ਪੇਪਰ ਹੁੰਦੇ ਸਨ ਜਿਹੜੇ ਸਿਵਲ ਸਰਵਿਸ ਦੇ। ਉਹੋ ਹੀ ਪ੍ਰੈਕਟਿਸ ਜਿਹੜੀ ਹੈ ਉਹ ਪਾਰਟੀਸ਼ਨ ਦੇ ਬਾਅਦ ਵੀ ਕੋਈ ਬਦਲੀ ਨਹੀਂ, ਕਿਉਂਕਿ ਇੰਡੀਆ ਦੇ ਵਿੱਚ ਉਹ ਹਿੰਦੀ ਦਾ ਸਾਰਾ ਐਮਫਸਿਸ ਬਣ ਗਿਆ ਔਰ ਹਿੰਦੀ ਵੀ ਐਸੀ ਜਿਹੜੀ ਹਾਈਲੀ ਸੈਂਸਕ੍ਰਿਟਾਈਜ਼ ਸੀ। ਔਰ ਦੂਜੇ ਪਾਸੇ ਪਾਕਿਸਤਾਨ ਦੇ ਪਾਸੇ ਉਰਦੂ, ਔਰ ਉਹ ਵੀ ਐਸੀ ਉਰਦੂ ਜਿਹਦੇ ਵਿੱਚ ਬਹੁਤ ਫਾਰਸੀ ਬਹੁਤ ਅਰਬੀ ਦੇ ਲਫ਼ਜ਼ ਵਰਤੇ ਗਏ ਔਰ ਜਿਹੜੇ ਇੱਥੇ ਦੇ ਇੰਡਿਕ ਔਰਿਜਨ ਦੇ ਲਫ਼ਜ਼ ਸਨ ਉਹਨਾਂ ਨੂੰ ਦੀ ਐਮਫਸਾਈਜ਼ ਕਰ ਦਿੱਤਾ ਗਿਆ। ਸੋ ਇੱਕ ਉਹ ਕੌਂਟੈਕਸਟ ਹੈ। ਸੋ ਇਸ ਕੌਂਟੈਕਸਟ ਦੇ ਵਿੱਚ ਫਿਰ ਅਸੀਂ ਕਹਿੰਦੇ ਹਾਂ ਠੀਕ ਹੈ, ਸੋ ਫਿਰ ਕੌਣ ਬੋਲਦਾ ਹੈ ਪੰਜਾਬੀ ਤੇ ਫਿਰ ਕਿਉਂ ਅਸੀਂ ਉਹਦੇ ਵੱਲ ਆਈਏ, ਜਾਂ ਕੌਣ ਬੋਲ ਰਿਹਾ ਹੈ ਬਾਕੀ ਵੀ ਜ਼ੁਬਾਨਾਂ। ਸੋ ਓਬਵੀਅਸਲੀ ਉਹ ਬੋਲ ਰਹੇ ਨੇ ਜਿਨ੍ਹਾਂ ਕੋਲ ਸ਼ਾਇਦ ਉਹ ਤਾਲੀਮੀ ਨਿਜ਼ਾਮ ਦੀ, ਉਹ ਸਕੂਲ ਦੀ, ਇਸ ਪੂਰੇ ਜਿਹੜਾ ਹੈ ਇੱਕ ਸਟੇਟ ਦਾ ਸਟਰਕਚਰ ਹੈ ਉਸ ਦੇ ਵਿੱਚ ਸ਼ਾਇਦ ਕੋਈ ਥਾਂ ਹੀ ਨਹੀਂ ਮਿਲੀ। ਸ਼ਾਇਦ ਇਸ ਤਰ੍ਹਾਂ ਦਾ ਬੰਦਾ ਹੈ ਜੋ ਬਚਪਨ ਤੋਂ ਉਹਨੂੰ ਕੰਮ ਤੇ ਹੀ ਲੱਗਣਾ ਪਿਆ ਹੈ ਤੇ ਉਹ ਸਕੂਲ ਨਹੀਂ ਗਿਆ ਤੇ ਉਰਦੂ ਜਾਂ ਅੰਗਰੇਜ਼ੀ ਨਹੀਂ ਸਿੱਖੀ, ਉਹ ਨਹੀਂ ਸਿੱਖੀ ਤੇ ਜੋ ਬੋਲੀ ਘਰ ਤੇ ਬੋਲਦੇ ਸਨ ਉਹੀ ਬੋਲੀ। ਔਰ ਉਹ ਬੋਲੀਆਂ ਕਿਹੜੀਆਂ ਨੇ, ਉਹ ਅੰਗਰੇਜ਼ੀ ਤੇ ਨਹੀਂ ਹੈ ਬਿਲਕੁਲ ਵੀ, ਉਰਦੂ ਵੀ ਹੈ ਤੇ ਉਰਦੂ ਵੀ ਇੱਕ ਬਹੁਤ ਛੋਟੀ ਮਾਈਨੋਰਿਟੀ ਲਈ ਹੈ ਜੋ ਮਾਈਗ੍ਰੇਟ ਕਰਕੇ ਆਏ ਸਨ। ਸੋ ਜਾਂ ਉਹ ਇਸ ਤਰ੍ਹਾਂ ਦੇ ਇਲਾਕੇ ਤੋਂ ਤਾਲੁਕ ਰੱਖਦੇ ਨੇ ਜੋ ਬਹੁਤ ਹੀ ਪਛੜਾ
यानी बैकवर्ड या अंडर डेवलप ਜਿਹੜਾ ਕੋਈ ਇਲਾਕਾ ਹੈ ਮੁਲਕ ਦਾ ਜਿੱਥੇ ਸ਼ਾਇਦ ਸਕੂਲ ਹੈ ਹੀ ਨਹੀਂ ਸੀ। ਸੋ ਇੱਕ ਕਲੀਅਰ ਕਿਸਮ ਦਾ ਇੱਥੇ ਕਲਾਸ ਦੇ ਨਾਲ ਔਰ ਅੰਡਰ ਡਿਵੈਲਪਮੈਂਟ ਦੇ ਨਾਲ ਅਸੀਂ ਪੂਰਾ ਬੋਲੀ ਦਾ ਲੈਂਗੁਏਜ ਦਾ ਸਵਾਲ ਜਿਹੜਾ ਹੈ ਜੋੜ ਸਕਦੇ ਹਾਂ। ਸੋ ਕਿਹੜੀ ਜ਼ੁਬਾਨ ਕੌਣ ਵਰਤਦਾ ਹੈ, ਕੌਣ ਯੂਜ਼ ਕਰਦਾ ਹੈ, ਕੌਣ ਉਹਦੇ ਵਿੱਚ ਸ਼ਾਇਰੀ ਲਿਖਦਾ ਹੈ, ਇਹ ਬਹੁਤ ਕਲੀਅਰਲੀ ਇੱਕ ਕਲਾਸ ਤੋਂ ਹਟ ਕੇ, ਪ੍ਰਿਵਿਲੇਜ ਤੋਂ ਹਟ ਕੇ ਇਹ ਸਵਾਲ ਨਹੀਂ ਹੈ। ਸੋ ਅਗਰ ਅਸੀਂ ਆਪਣੀ ਸਿਆਸਤ ਜਿਹੜੀ ਹੈ ਉਹ ਚਾਹੁੰਦੇ ਹਾਂ ਕਿ ਟਵਿੱਟਰ ਤੋਂ ਕਦੀ ਹੋਰ ਵੀ ਜਾਏ, ਕੋਈ ਹੋਰ ਟ੍ਰਾਂਸੈਂਡ ਵੀ ਕਰੇ ਕਿਸੇ ਸਪੇਸ ਦੇ ਵਿੱਚ, ਔਰ ਜਿਨ ਲੋਕਾਂ ਨਾਲ ਅਸੀਂ ਕਰਨਾ ਚਾਹੁੰਦੇ ਹਾਂ ਆਰਗੇਨਾਈਜ਼ ਜਾਂ ਉਹਨਾਂ ਦੇ ਨਾਲ ਸਿਆਸਤ ਕਰਨਾ ਚਾਹੁੰਦੇ ਹਾਂ, ਤੇ ਉਹ ਜ਼ਰੂਰੀ ਹੈ ਕਿ ਕੁਝ ਨਾ ਕੁਝ ਤੇ ਕਮ ਸੇ ਕਮ ਜਿਹੜੀ ਉਸ ਲੈਂਗੁਏਜ ਨੂੰ, ਉਹ ਜਿਹੜਾ ਕਲਚਰ, ਕਿਉਂਕਿ ਫਿਰ ਕਿਉਂਕਿ ਉਹ ਲੈਂਗੁਏਜ ਜੋ ਬੋਲਦਾ ਹੈ ਉਹ ਉਸ ਦੇ ਕਲਚਰ ਵਿੱਚ, ਉਸ ਦੀ ਸਕਾਫਤ ਵਿੱਚ, ਉਸ ਦੇ ਫਨ ਦੇ ਵਿੱਚ, ਉਸ ਦੀ ਪੂਰੀ ਰੀਤ ਦੇ ਵਿੱਚ ਰਸਿਆ ਹੁੰਦਾ ਹੈ। ਸੋ ਉਹਦੇ ਵਿੱਚ ਕਿੰਨਾ ਜ਼ਿਆਦਾ ਉਹਦਾ ਇੰਟੀਮੇਟ ਕਨੈਕਸ਼ਨ ਜਿਹੜਾ ਹੁੰਦਾ ਹੈ ਆਪਣੀ ਜ਼ਮੀਨ ਨਾਲ ਔਰ ਆਪਣੀ ਜ਼ੁਬਾਨ ਨਾਲ, ਅਸੀਂ ਉਸ ਦੇ ਨਾਲ ਅਗਰ ਅਸੀਂ ਵੀ ਕੁਝ ਕਨੈਕਟ ਕਰਨਾ ਚਾਹੁੰਦੇ ਹਾਂ ਤੇ ਇਹ ਤੇ ਫਿਰ ਇੱਕ ਮਿਨੀਮਮ ਸਟਾਰਟਿੰਗ ਪੁਆਇੰਟ ਹੈ। ਦੂਸਰਾ ਜਿਹੜਾ ਇਸ ਤੋਂ ਵੀ ਇਲਾਵਾ ਅਗੇਨ ਜੋ ਸਵਾਲ ਬਣ ਸਕਦਾ ਹੈ ਉਹ ਇਹ ਹੈ ਕਿ ਠੀਕ ਹੈ ਸਾਨੂੰ ਜੀ ਆਉਣੀ ਚਾਹੀਦੀ ਹੈ, ਅਗਰ ਅਸੀਂ ਕਿਸਾਨਾਂ ਨਾਲ, ਮਜ਼ਦੂਰਾਂ ਦੇ ਨਾਲ ਸਿਆਸਤ ਕਰਨੀ ਹੈ ਤੇ ਸਾਨੂੰ ਉਹਨਾਂ ਦੀ ਜ਼ਬਾਨ ਬੋਲਣੀ ਚਾਹੀਦੀ ਹੈ, ਔਰ ਜਿੱਥੇ ਤੱਕ ਪੰਜਾਬ ਦੀ ਗੱਲ ਹੈ ਉਹਨਾਂ ਦੀ ਜ਼ਬਾਨ ਤੇ ਪੰਜਾਬੀ ਹੀ ਹੈ ਜਾਂ ਉਰਦੂ ਜਾਂ ਅੰਗਰੇਜ਼ੀ ਨਹੀਂ ਹੈ। ਸੋ ਲੇਕਿਨ ਸ਼ਾਇਰੀ ਪੜ੍ਹਨ ਦੀ ਕੀ ਲੋੜ ਹੈ, ਔਰ ਉਹ ਵੀ ਇਸ ਤਰ੍ਹਾਂ ਦੀ ਸ਼ਾਇਰੀ ਜੋ ਜਿਵੇਂ ਮੈਂ ਰੀਡਿੰਗਸ ਜੋ ਦਿੱਤੀਆਂ ਨੇ ਉਹਦੇ ਵਿੱਚ ਬੁੱਲੇ ਸ਼ਾਹ ਹੈ, ਸ਼ਾਹ ਹੁਸੈਨ ਹੈ, ਔਰ ਇਹ ਦੋਵੇਂ 16ਵੀਂ ਸਦੀ 18ਵੀਂ ਸਦੀ ਇਹ ਇਹਨਾਂ ਦਾ ਵੇਲਾ ਸੀ। ਸੋ ਇਹ ਪੁਰਾਣੀ 200-300 ਸਾਲ ਪੁਰਾਣੀ ਸ਼ਾਇਰੀ ਜਿਹੜੀ ਹੈ ਇਹ ਸਾਡੇ ਕਿਸ ਕੰਮ ਆ ਸਕਦੀ ਹੈ, ਇਹਦਾ ਇਹ ਕਿਉਂ ਕੁਝ ਕਰ ਸਕਦੀ ਹੈ। ਸੋ ਇੱਥੇ ਮੇਰਾ ਖਿਆਲ ਹੈ ਕਿ ਦੂਸਰੀ ਇਹ ਗੱਲ ਵੀ ਬਹੁਤ ਜ਼ਿਆਦਾ ਕਿ ਇਹ ਜੀ ਇਹ ਤੇ ਆਰਿਫਾਨਾ ਕਲਾਮ ਹੈ। ਇਹਨੂੰ ਅਕਸਰ ਤੁਸੀਂ ਸੁਣੋਗੇ ਕਿ ਕਵਾਲੀ ਦੇ ਵਿੱਚ ਔਰ ਮੇਨ ਸਟਰੀਮ ਦੇ ਵਿੱਚ ਜਿਸ ਤਰ੍ਹਾਂ ਇਹਦੀ ਸਮਝ ਹੈ ਕਿ ਜੀ ਇਹ ਤੇ ਬੁੱਲੇ ਸ਼ਾਹ ਔਰ ਸ਼ਾਹ ਹੁਸੈਨ ਇਹਨਾਂ ਦਾ ਤੇ ਕੋਈ ਮਜ਼ਾਰਾ ਨਾਲ ਸਿਰਫ ਪੀਰ ਔਰ ਇਹ ਮੰਨਤ ਇਸ ਤਰ੍ਹਾਂ ਦੀ ਜਿਹੜੀ ਸੁਪਰਸਟੀਸ਼ਨਸ ਹੈ ਉਹਨਾਂ ਨਾਲ ਤਾਲੁਕ ਹੈ, ਤੇ ਇਹ ਅਸੀਂ ਕਿਉਂ ਪੜ੍ਹ ਰਹੇ ਹਾਂ। ਸੋ ਇਹਦੇ ਵਿੱਚ ਵੀ ਫਿਰ ਸਾਨੂੰ ਦੁਬਾਰਾ ਦੇਖਣਾ ਪਏਗਾ ਕਿ ਜੋ ਇਹਦੇ ਵਿੱਚ ਵੀ ਸਾਨੂੰ ਵੇਖਣਾ ਇਹ ਪਵੇਗਾ ਕਿ ਅਗੇਨ ਜਿਹੜੀ ਉਹ ਕਾਨੂੰਨੀ ਗਿਰੀ ਦੀ ਸਾਰੀ ਇਲਮ ਹੈ, ਸੋ ਜਿਹੜੇ ਨੌਲੇਜ ਸਿਸਟਮ ਜੋ ਕਲੋਨੀਅਲਿਜ਼ਮ ਦੇ ਸਨ, ਔਰ ਇਹਦੇ ਬਾਰੇ ਇਜਾਜ਼ ਅਹਿਮਦ ਇੱਕ ਸਾਡੇ ਸੁਲੇਖ ਦੇ ਲਿਟਰੇਚਰ ਦੇ ਤਜਜ਼ੀਆ ਨਿਗਾਰ ਨੇ, ਉਹਨਾਂ ਨੇ ਬਹੁਤ ਸੋਹਣਾ ਲਿਖਿਆ ਹੈ। ਉਹਨਾਂ ਨੇ ਲਿਖਿਆ ਹੈ ਕਿ ਕਿਵੇਂ ਅੰਗਰੇਜ਼ ਨੇ ਜਿਹੜਾ ਇਲਮ ਬਣਾਇਆ ਉਹਦੀ ਵਜ੍ਹਾ ਤੋਂ ਅਸੀਂ ਆਪਣਾ ਸਾਰਾ ਲਿਟਰੇਚਰ, ਆਪਣੇ ਬਰੇ ਸਗੀਰ ਦਾ ਸਾਰਾ ਜਿਹੜਾ ਲਿਟਰੇਚਰ ਹੈ ਉਹਨੂੰ ਅਸੀਂ ਰਿਲੀਜੀਅਸ ਡੋਮੇਨ ਦੇ ਵਿੱਚ ਹੀ ਵੇਖਿਆ। ਸੋ ਇੱਕ ਜਿਹੜੀ ਸੈਕੂਲਰ ਤੇ ਰਿਲੀਜੀਅਸ, ਸੈਕੂਲਰ ਜਾਂ ਮਜ਼ਹਬੀ ਦੀ ਇੱਕ ਵੰਡ ਸੀ ਜਿਹਦੇ ਵਿੱਚ ਵੈਸਟ ਨੂੰ ਸੈਕੂਲਰ ਬਣਾ ਦਿੱਤਾ ਗਿਆ, ਈਸਟ ਨੂੰ ਮਜ਼ਹਬੀ ਜਾਂ ਰਿਲੀਜੀਅਸ ਬਣਾ ਦਿੱਤਾ ਗਿਆ। ਉਸ ਦਾ ਇੱਕ ਜਿਹੜਾ ਸਿੱਟਾ ਯਾਨੀ ਇੱਕ ਉਹਦਾ ਰਿਜ਼ਲਟ ਇਹ ਸੀ ਕਿ ਸਾਰਾ ਜਿਹੜਾ ਲਿਟਰੇਚਰ ਹੈ ਸਬ ਕੰਟੀਨੈਂਟ ਦਾ, ਜਿਸ ਖਾਸ ਤੌਰ ਤੇ ਜਿਹੜਾ ਇੱਕ ਪ੍ਰੀ ਮਾਡਰਨ ਦੌਰ ਦੇ ਵਿੱਚ ਲਿਖਿਆ ਜਾ ਰਿਹਾ, ਉਹਨੂੰ ਖਾਲੀ ਮਜ਼ਹਬੀ ਅੰਗ ਵਿੱਚ ਪੜ੍ਹਿਆ ਗਿਆ। ਸੋ ਤੁਸੀਂ ਕਬੀਰ ਦੀ ਸ਼ਾਇਰੀ ਵੇਖ ਲਵੋ, ਤੁਸੀਂ ਰਾਮਾਇਣ, ਮਹਾਭਾਰਤ, ਇਹ ਜਿਹੜੇ ਵੱਡੇ ਐਪਿਕਸ ਨੇ, ਤੁਸੀਂ ਉਸ ਤੋਂ ਵੀ ਪਿੱਛੇ ਚਲੇ ਜਾਓ ਸੰਸਕ੍ਰਿਤ ਦੇ ਥੀਏਟਰ ਡਰਾਮੇ ਦੇ ਵੇਖ ਲਵੋ, ਔਰ ਤੁਸੀਂ ਫਿਰ ਇਹ ਸ਼ਾਇਰੀ ਸਾਰੀ ਬੁੱਲੇ ਸ਼ਾਹ ਦੀ, ਸਿੰਧ ਵਿੱਚੋਂ ਤੁਸੀਂ ਸ਼ਾਹ ਅਬਦੁਲ ਲਤੀਫ ਭਿਟਾਈ ਦੀ ਵੇਖ ਲਵੋ, ਉਹਨੂੰ ਸਾਰੀ ਸ਼ਾਇਰੀ ਨੂੰ ਇੱਕ ਮਿਸਟੀਕਲ ਐਬਸਟ੍ਰੈਕਸ਼ਨ ਦੀ ਇੱਕ ਮਿਸਟੀਕਲ ਐਬਸਟ੍ਰੈਕਸ਼ਨ ਦੇ ਤੌਰ ਤੇ ਪੜ੍ਹਿਆ ਗਿਆ ਕਿ ਜੀ ਇਹ ਤੇ ਕੋਈ ਦੁਨੀਆ ਦੀ ਗੱਲਾਂ ਨਹੀਂ ਹੈ, ਇਹ ਰੱਬ ਦੀ ਗੱਲ ਹੋ ਰਹੀ ਹੈ ਜਾਂ ਕੋਈ, ਜੋ ਕਿ ਹੋ ਵੀ ਰਹੀ ਹੈ ਆਫ ਕੋਰਸ। ਲੇਕਿਨ ਪ੍ਰੋਬਲਮ ਇਹ ਹੈ ਕਿ ਅਸੀਂ ਉਹਨੂੰ ਸਿਰਫ ਜਦੋਂ ਅੰਗਰੇਜ਼ੀ ਸ਼ਾਇਰੀ ਪੜ੍ਹਨੇ ਆ ਤੇ ਅਸੀਂ
ਜੀ ਸ਼ੇਕਸਪੀਅਰ ਦਾ ਹਰ ਉਹਦੇ ਵਿੱਚ ਪੋਲਿਟਿਕਸ, ਉਹਦੇ ਵਿੱਚ ਜਿਹੜੀ ਇਕੋਨਮੀ, ਉਹਦੇ ਵਿੱਚ ਅਸੀਂ ਸੋਸ਼ੀਓਲੋਜਿਕਲੀ ਉਹਨੂੰ ਵੇਖਦੇ ਹਾਂ, ਅਸੀਂ ਉਸ ਸੁਸਾਇਟੀ ਨੂੰ ਵੇਖ ਕੇ ਅਸੀਂ ਉਸ ਦੌਰ ਦੀ ਤਾਰੀਖ ਹਿਸਟਰੀ ਦੇ ਹਿਸਾਬ ਨਾਲ ਉਹਦਾ ਪੂਰਾ ਵੇਰਵਾ ਕਰਨੇ ਆ, ਯਾਨੀ ਵੇਰਵਾ ਐਨਾਲਿਸਿਸ ਕਰਨੇ ਆ। ਤੇ ਜਦੋਂ ਇੱਥੇ ਗੱਲ ਆਉਂਦੀ ਹੈ ਤੇ ਸਿਰਫ ਰੂਹ ਦੀ ਗੱਲ ਕਿਉਂ? ਸੋ ਇੱਕ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਉਹ ਜਿਹੜੀ ਇੱਕ ਸੈਕੂਲਰ ਰਿਲੀਜੀਅਸ ਦੀ ਜਿਹੜੀ ਵੰਡ ਹੈ, ਜਿਹੜੀ ਡਿਵਾਈਡ ਹੈ, ਉਸ ਦੇ ਵਿੱਚ ਇਸ ਸਾਰੇ ਲਿਟਰੇਚਰ ਨੂੰ ਜਦੋਂ ਮਜ਼ਹਬ ਦੇ ਖਾਤੇ 'ਚ ਪਾ ਦਿੱਤਾ ਜਾਂਦਾ ਹੈ, ਤੇ ਉਹਦੇ ਵਿੱਚ ਪ੍ਰੋਬਲਮ ਇਹ ਹੈ ਕਿ ਅਸੀਂ ਇਹਨੂੰ ਬਿਲਕੁਲ ਇਸ ਦੇ ਵੇਲੇ ਦੇ ਨਾਲ ਜੋੜ ਕੇ, ਆਪਣੇ ਟਾਈਮ ਦੇ ਨਾਲ ਜੋੜ ਕੇ, ਆਪਣੇ ਟਾਈਮ ਦੀਆਂ ਜਿਹੜੀਆਂ ਸਿਆਸੀ ਮੂਵਮੈਂਟਸ ਸਨ, ਫੋਰ ਐਗਜ਼ਾਮਪਲ ਬੁੱਲੇ ਸ਼ਾਹ ਜਿਸ ਦੌਰ ਵਿੱਚ ਲਿਖ ਰਹੇ ਸਨ, ਤੇ ਉਹਨਾਂ ਦਾ ਜਿਹੜਾ ਸਾਰਾ ਕੰਟੈਕਸਟ ਸੀ ਮੁਗਲ ਸ਼ਾਹੀ ਟੁੱਟਣ ਦੇ ਬਾਅਦ ਕੀ ਕੁਝ ਪੋਲੀਟੀਕਲ ਚੇਂਜਸ ਆ ਰਹੇ ਸਨ, ਉਹ ਅਸੀਂ ਬਿਲਕੁਲ ਇਸ ਹਿਸਾਬ ਨਾਲ ਇਹਨੂੰ ਨਹੀਂ ਵੇਖਦੇ। ਸੋ ਅਗਰ ਅਸੀਂ ਇਹ ਥੋੜਾ ਜਿਹਾ ਖੋਲਣਾ ਸ਼ੁਰੂ ਕਰੀਏ, ਨਾਲ ਅਸੀਂ ਲੈਂਗੁਏਜ ਦਾ ਸਵਾਲ ਵੀ ਜੋੜੀਏ, ਤੇ ਸਮਝ ਇਹ ਆਉਂਦਾ ਹੈ ਕਿ ਜਿਕਨ ਐਂਟੋਨੀਓ ਗ੍ਰਾਮਸ਼ੀ ਜਿਹੜੇ ਨੇ ਸਾਡੇ ਮਾਰਕਸਵਾਦੀ ਸੂਝਵਾਨ ਕਾਫੀ ਵੱਡੇ, ਗ੍ਰਾਮਸ਼ੀ ਨੇ ਜਿਕਣ ਕਲਚਰ ਨੂੰ ਵੇਖਿਆ ਹੈ, ਗ੍ਰਾਮਸ਼ੀ ਨੇ ਜਿਵੇਂ ਸਕਾਫਤ ਨੂੰ, ਬੋਲੀ ਨੂੰ, ਲੈਂਗੁਏਜ ਨੂੰ ਔਰ ਫੋਕਲੋਰ ਯਾਨੀ ਜਿਹੜਾ ਲੋਕ ਰੀਤ ਹੈ ਜਾਂ ਲੋਕ ਸੁਰਤ ਹੈ, ਲੋਕਾਂ ਦੀ ਜਿਹੜੀ ਕਾਮਨ ਸੈਂਸ ਹੈ, ਉਹਨੂੰ ਉਹਨਾਂ ਨੇ ਕਿਵੇਂ ਪੜ੍ਹਿਆ ਹੈ। ਅਸੀਂ ਅਗਰ ਥੋੜਾ ਜਿਹਾ ਉਹ ਪੱਖ ਲੈ ਕੇ ਆਈਏ ਔਰ ਆਪਣੀ ਸਾਰੀ ਇਸ ਰੀਤ ਨੂੰ ਵੇਖੀਏ, ਤੇ ਫਿਰ ਕੁਝ ਪਤਾ ਲੱਗਦਾ ਹੈ ਕਿ ਇੱਥੇ ਕੀ ਕੁਝ ਹੋ ਰਿਹਾ ਹੈ। ਸੋ ਔਰ ਥੋੜੇ ਜਿਹੇ ਉਹ ਪੋਇਟਿਕਸ ਹੈ ਜਿਹਦੀ ਮੈਂ ਗੱਲ ਕਰਾਂਗੀ, ਕਿਉਂਕਿ ਜੋ ਇੱਕ ਲੋਕਾਂ ਦੀ ਜ਼ੁਬਾਨ ਹੈ, ਇੱਕ ਲੋਕਾਂ ਦੀ ਸਕਾਫਤ ਹੈ ਔਰ ਉਹਦੀ ਪੁਰਾਣੀ ਸ਼ਾਇਰੀ ਹੈ, ਜੋ ਕਿ ਕੋਈ ਕਿਸੇ ਜਗ੍ਹਾ ਤੇ ਲਿਖ ਕੇ ਬੰਦ ਨਹੀਂ ਹੋਈ ਸੀ ਕਿਸੇ ਲਾਇਬ੍ਰੇਰੀ ਵਿੱਚ, ਜੋ ਕਿ ਪਰਫਾਰਮੈਂਸ ਵਿੱਚ ਹੈ, ਜੋ ਕਿ ਲੋਕੀ ਰਿਸਾਈਟ ਕਰਦੇ ਨੇ, ਜੋ ਕਿ ਆਮ ਜਿਹੜੇ ਮਿਊਜ਼ੀਸ਼ੀਅਨ, ਟ੍ਰੈਡੀਸ਼ਨਲ ਮਿਊਜ਼ੀਸ਼ੀਅਨ ਸਾਡੇ ਨੇ, ਉਹ ਗਾਉਂਦੇ ਨੇ। ਤੇ ਉਹ ਸਿਰਫ ਕੋਈ ਕੋਕ ਸਟੂਡੀਓ ਦੀ ਇੱਕ ਕਮੋਡਿਟੀ ਨਹੀਂ ਹੈ, ਉਹਦੇ ਵਿੱਚ ਪੂਰਾ ਲੋਕਾਂ ਦਾ ਹਜ਼ਾਰਾਂ ਸਾਲਾਂ ਦਾ ਤਜਰਬਾ ਸ਼ਾਮਿਲ ਹੈ। ਔਰ ਉਹ ਤਜਰਬਾ ਕਿਹੜਾ ਹੈ, ਜ਼ਾਹਿਰ ਹੈ ਇਹ ਤੇ ਸਾਨੂੰ ਪਤਾ ਹੀ ਹੈ ਕਿ ਇਹਨੂੰ ਕੋਈ ਰੋਮੈਂਟਿਸਾਈਜ਼ ਨਹੀਂ ਮੈਂ ਕਰਨ ਨੂੰ ਕਹਿ ਰਹੀ, ਇਹ ਤੇ ਬਿਲਕੁਲ ਸਾਨੂੰ ਪਤਾ ਹੈ ਕਿ ਐਸੇ ਹੀ ਇਸ ਕਲਚਰ ਦੇ ਵਿੱਚ ਹੀ ਜਿਹੜੀ ਇਹਦੀ ਰਿਗਰੈਸਿਵ, ਜਿਹੜੀ ਇਹਦੀ ਨਰ ਪ੍ਰਧਾਨੀ ਯਾਨੀ ਇਹਦੀ ਪੈਟਰੀਆਰਕਲ ਸ਼ਕਲ ਵੀ ਮੌਜੂਦ ਹੈ। ਇਸ ਦੇ ਪਾਰੋਂ ਹੀ ਜਿਹੜਾ ਔਰਤਾਂ ਨਾਲ ਕੀਤਾ ਜਾਂਦਾ ਹੈ ਜੋ ਕੁਝ, ਇਸ ਦੇ ਪਾਰੋਂ ਹੀ ਜੋ ਜ਼ਾਤ ਕਾਸਟ ਦੇ ਸਟਰਕਚਰਸ ਨੇ, ਉਹ ਵੀ ਕਲਚਰ ਦਾ ਹਿੱਸਾ ਨੇ। ਲੇਕਿਨ ਇਹ ਅਸੀਂ ਐਨਾਲਾਈਜ਼ ਕਰ ਲੈਂਦੇ ਹਾਂ, ਜੋ ਸ਼ਾਇਦ ਸਾਡੇ ਕੋਲੋਂ ਕਦੀ ਐਨਾਲਾਈਜ਼ ਨਹੀਂ ਹੁੰਦੀ, ਉਹ ਹੈ ਕਿ ਇਸੇ ਕਲਚਰ ਦੇ ਵਿੱਚ ਕਿਸ ਤਰ੍ਹਾਂ ਜਿੱਥੇ ਓਪਰੇਸ਼ਨ ਦੇ ਸਟਰਕਚਰ ਨੇ, ਉੱਥੇ ਰੈਜ਼ਿਸਟੈਂਸ ਦੇ ਵੀ ਸਟਰਕਚਰਸ ਨੇ, ਤੇ ਉਹ ਸਟਰਕਚਰਸ ਕੀ ਨੇ, ਉਹਨਾਂ ਦੇ ਨਾਲ ਸਾਡਾ ਕੀ ਜੋੜ ਬਣ ਸਕਦਾ ਹੈ, ਇਹ ਬਹੁਤ ਜ਼ਰੂਰੀ ਹੈ। ਸੋ ਮੇਰੇ ਅਗਰ ਮੈਂ ਥੋੜੀ ਜਿਹੀ ਇਹਦੇ ਬਾਰੇ ਗੱਲ ਕਰਾਂ, ਮੈਨੂੰ ਕਿਉਂ ਇਹ ਜ਼ਰੂਰੀ ਲੱਗਦਾ ਹੈ, ਕਿਉਂਕਿ ਐਜ਼ ਸਮਵਨ ਜਿਹਨੂੰ ਇੱਕ ਪ੍ਰੋਗਰੈਸਿਵ ਆਰਗੇਨਾਈਜ਼ਿੰਗ ਦੇ ਵਿੱਚ ਵੀ ਇੰਟਰਸਟ ਹੈ, ਔਰ ਜ਼ਾਹਿਰ ਹੈ ਉਸਦੇ ਇੰਟੈਲੈਕਚੁਅਲ ਕੰਮ ਦੇ ਵਿੱਚ, ਔਰ ਉਸਦੀ ਜਿਹੜੀ ਇੱਕ ਆਰਟਿਸਟਿਕ ਕੋਈ ਸ਼ਕਲ ਬਣਨੀ ਹੈ, ਉਸ ਦੇ ਵਿੱਚੋਂ ਆਰਟ ਕਿਸ ਤਰ੍ਹਾਂ ਦਾ ਨਿਕਲਣਾ ਹੈ, ਉਸ ਦੇ ਵਿੱਚੋਂ ਕ੍ਰੀਏਟਿਵਿਟੀ ਕਿਵੇਂ ਦੀ ਨਿਕਲਣੀ ਹੈ, ਉਸ ਦੇ ਨਾਲ ਵੀ ਬਹੁਤ ਗਹਿਰਾ ਇੰਟਰਸਟ ਹੈ। ਸੋ ਮੈਂ ਉਹਨੂੰ ਇਹ ਚਾਹਾਂਗੀ ਕਿ ਅਸੀਂ ਇਸ ਤਰ੍ਹਾਂ ਕਰਕੇ ਵੇਖੀਏ ਕਿ ਕਿਵੇਂ ਸੌਰੀ ਇੱਕ ਮਿੰਟ, ਕਿ ਕੀ ਮੇਨ ਸਵਾਲ ਕੀ ਬਣਦੇ ਨੇ। ਸੋ ਪਹਿਲਾ ਤੇ ਉਹੀ ਜੋ ਮੈਂ ਥੋੜੀ ਜਿਹੀ ਪਹਿਲੇ ਵੀ ਗੱਲ ਕੀਤੀ ਕਿ ਅਸੀਂ ਸਿਆਸਤ ਕਿਸ ਦੇ ਨਾਲ ਕਰਨਾ ਚਾਹੁੰਦੇ ਹਾਂ। ਸੋ ਇਨਕਰੀਜ਼ਿੰਗਲੀ ਸਪੈਸ਼ਲੀ ਜੋ ਇੱਕ ਇਨਵਾਇਰਮੈਂਟ ਦਾ ਵੀ, ਇਨਵਾਇਰਮੈਂਟਲ ਜਸਟਿਸ ਦਾ ਵੀ ਪ੍ਰੋਬਲਮ ਕਿਸ ਤਰ੍ਹਾਂ ਚੱਲ ਰਿਹਾ ਹੈ, ਸਾਡੀ ਪੋਲਿਟਿਕਸ ਦੇ ਵਿੱਚ ਫੂਡ ਸਿਸਟਮਸ ਦਾ ਕ੍ਰਾਈਸਿਸ ਕੀ ਹੈ, ਔਰ ਇੱਕ ਇਹ ਯਾਦ ਰੱਖਣਾ ਕਿ ਜਿਹੜਾ ਸਾਰਾ ਐਂਟੀ ਕਲੋਨੀਅਲ ਸਾਡਾ ਮੂਵਮੈਂਟ ਸੀ ਔਰ ਐਂਟੀ ਕਲੋਨੀਅਲ ਇੱਕ ਸਿਆਸਤ ਸੀ, ਉਹਦੇ ਵਿੱਚ ਖਾਸ ਤੌਰ 'ਤੇ ਪੈਜ਼ੈਂਟ ਦਾ ਕੀ ਰੋਲ ਸੀ। ਸੋ ਪੈਜ਼ੈਂਟ ਨੂੰ ਅਸੀਂ ਔਰ ਕਿਸਾਨ ਨੂੰ ਔਰ ਪਿੰਡ ਦੀ ਜਿਹੜੀ ਰਹਿਤਲ ਹੈ ਔਰ ਪਿੰਡ ਦੀ ਜਿਹੜੀ ਵਸੋਂ ਹੈ, ਯਾਨੀ ਉਸ ਦਾ ਜੋ ਪੋਪੂਲੇਸ਼ਨ ਵੀ ਹੈ, ਉਸ ਨੂੰ ਕਿਧਰੇ ਥੋੜੇ ਜਿਹੇ ਟਵਿੱਟਰ ਵਰਲਡ ਦੀ ਐਮਫੈਸਿਸ ਦੇ ਵਿੱਚ ਉਹਨੂੰ ਬਿਲਕੁਲ ਅਸੀਂ ਇਲਾਈਟ ਕਰ ਦਿੰਦੇ ਹਾਂ, ਉਹ ਇਮੈਜੀਨੇਸ਼ਨ ਤੋਂ ਨਿਕਲਦਾ ਜਾ ਰਿਹਾ, ਜਦੋਂ ਕਿ ਐਕਚੁਅਲੀ ਉਹ ਬਹੁਤ ਫਾਊਂਡੇਸ਼ਨਲ ਹੈ ਸਾਡੇ ਲਈ ਆਰਗੇਨਾਈਜ਼ ਕਰਨ ਦੇ ਪੁਆਇੰਟ ਆਫ ਵਿਊ ਨਾਲ।
ਦੂਸਰੀ ਇੱਕ ਅਸੀਂ ਜੋ ਅਗਰ ਮੈਂ ਇਸ ਟਾਕ ਦੇ ਟਾਈਟਲ ਦੇ ਵੱਲ ਆਵਾਂ ਤਾਂ ਡੀਕੋਲੋਨਾਈਜ਼ਿੰਗ ਦੀ ਜਿਹੜੀ ਗੱਲ ਹੋ ਰਹੀ ਹੈ ਕਿ ਡੀਕੋਲੋਨਾਈਜ਼ ਕਰਨਾ ਹੈ ਫੈਮਿਨਿਸਟ ਥਿਊਰੀ ਨੂੰ ਜਾਂ ਰੈਵੋਲੂਸ਼ਨਰੀ ਥਿਊਰੀ ਨੂੰ ਤੇ ਉਹ ਕਿਵੇਂ ਹੋਏਗਾ ਔਰ ਕਿਵੇਂ ਕਰ ਸਕਦੇ ਹਾਂ ਅਸੀਂ ਔਰ ਇੱਕ ਇਸ ਵੇਲੇ ਜੋ ਸਾਨੂੰ ਨਜ਼ਰ ਆਉਂਦਾ ਹੈ ਕਿ ਜਿਹੜੇ ਰੈਡੀਕਲ ਸਰਕਲਸ ਨੇ ਜੋ ਕੁਝ ਲੈਫਟ ਦੇ ਲੋਕ ਨੇ ਗਲੋਬਲ ਸਤ੍ਹਾ ਦੇ ਉੱਤੇ ਉਹਨਾਂ ਦੇ ਵਿੱਚ ਇੱਕ ਟੈਂਸ਼ਨ ਹੈ ਕਿਉਂਕਿ ਇੱਕ ਪਾਸੇ ਜ਼ਾਹਿਰ ਹੈ ਜੋ ਸਾਮਰਾਜੀਅਤ ਦੇ ਸਟਰਕਚਰ ਨੇ ਜਿਹਦੀ ਵਜ੍ਹਾ ਤੋਂ ਇਹ ਵੈਸਟ ਔਰ ਈਸਟ ਦਾ ਡਿਵਾਈਡ ਬਣਦਾ ਜਾ ਰਿਹਾ ਹੈ ਔਰ ਹੋਰ ਪੱਕਾ ਹੋ ਰਿਹਾ ਹੈ ਉਹ ਸਾਨੂੰ ਇਸ ਤੇ ਕੰਪੈਲ ਕਰਦਾ ਹੈ ਕਿ ਅਸੀਂ ਵੇਖੀਏ ਔਰ ਇਹਨੂੰ ਕੁਐਸਚਨ ਵੀ ਕਰੀਏ ਦੂਜੇ ਪਾਸੇ ਲੇਕਿਨ ਪ੍ਰੋਬਲਮ ਇਹ ਹੈ ਕਿ ਅਸੀਂ ਜਦੋਂ ਵੈਸਟ ਤੋਂ ਔਰ ਇਹ ਖਾਸ ਪਾਕਿਸਤਾਨ ਦੇ ਕੰਟੈਕਸਟ ਵਿੱਚ ਵੀ ਮੈਂ ਗੱਲ ਕਰ ਰਹੀ ਹਾਂ ਹੋਰ ਥਾਵਾਂ ਦੇ ਕੰਟੈਕਸਟ ਦੇ ਲਈ ਵੀ ਕਰ ਰਹੀ ਹਾਂ ਕਿ ਸਮਹਾਉ ਵੈਸਟ ਨਾਨ ਵੈਸਟਰਨ ਥਿਊਰੀ ਦੀ ਜਦੋਂ ਅਸੀਂ ਗੱਲ ਕਰਨੇ ਆ ਤੇ ਇਮੀਡੀਏਟਲੀ ਸਾਡਾ ਧਿਆਨ ਸਿੱਧਾ ਜਿਹੜਾ ਜਾ ਕੇ ਇਸਲਾਮ ਵੱਲ ਜਾਂਦਾ ਹੈ ਔਰ ਉਹਦੇ ਵਿੱਚ ਜਿਹੜੀ ਇੱਕ ਪ੍ਰੋਬਲਮ ਹੈ ਉਹ ਇਹ ਹੈ ਕਿ ਅਸੀਂ ਅਕਸਰ ਇਹ ਮਿਸ ਕਰ ਜਾਂਦੇ ਆ ਕਿ ਇਸ ਥਿਊਰੀ ਦੇ ਵਿੱਚ ਅਸੀਂ ਨਾਨ ਵੈਸਟਰਨ ਪਰਸਪੈਕਟਿਵ ਦੀ ਜਦੋਂ ਗੱਲ ਕਰ ਰਹੇ ਹਾਂ ਤੇ ਅਸੀਂ ਕੋਈ ਡੋਮੀਨੈਂਟ ਸੁੰਨੀ ਮੇਲ ਪੈਟਰੀਆਰਕਲ ਕਿਸਮ ਦਾ ਮਾਡਲ ਤੇ ਨਹੀਂ ਉਹਦੇ ਸਾਹਮਣੇ ਖੜਾ ਕਰ ਰਹੇ ਕਿਉਂਕਿ ਇਹ ਪ੍ਰੋਬਲਮ ਹੋ ਰਹੀ ਹੁੰਦੀ ਹੈ ਸੋ ਮੇਰੀ ਨਜ਼ਰ ਦੇ ਵਿੱਚ ਅਗਰ ਅਸੀਂ ਡੀਕੋਲੋਨਾਈਜ਼ ਕਰਨਾ ਹੈ ਔਰ ਅਸੀਂ ਵੈਸਟਰਨ ਇੰਪੀਰੀਅਲ ਥਿਊਰੀ ਤੋਂ ਆਪਣੇ ਆਪ ਨੂੰ ਡੀਲਿੰਕ ਕਰਨਾ ਹੈ ਤੇ ਉਹਦਾ ਕੋਈ ਰੂਟ ਜਿਹੜਾ ਹੈ ਉਹ ਸ਼ਾਇਦ ਕਿਸੇ ਲੋਕਲ ਔਰ ਕਿਸੇ ਹਿਸਟੋਰੀਕਲ ਇੱਥੇ ਦੀ ਜਿਹੜੀ ਇੱਕ ਸੁਰਤ ਹੈ ਜਾਂ ਸਮਝ ਹੈ ਜਾਂ ਇਮੈਜਿਨੇਸ਼ਨ ਹੈ ਉਸ ਦੇ ਵਿੱਚ ਹੀ ਮਿਲੇਗਾ ਸੋ ਇਹ ਬਹੁਤ ਇੰਪੋਰਟੈਂਟ ਹੈ ਕਿ ਅਗਰ ਅਸੀਂ ਸਿਆਸਤ ਆਮ ਬੰਦੇ ਦੇ ਲਈ ਸਿਆਸਤ ਕਰਨ ਦੀ ਗੱਲ ਤੇ ਕਰਨੇ ਆ ਲੇਕਿਨ ਅਸੀਂ ਉਹ ਜਿਹੜਾ ਐਜ਼ ਇੰਟੈਲੈਕਚੁਅਲਸ ਐਜ਼ ਆਰਟਿਸਟਸ ਐਜ਼ ਪੋਇਟਸ ਅਸੀਂ ਉਹ ਇੰਟੈਲੈਕਚੁਅਲ ਕੰਮ ਕਰਨ ਦੇ ਲਈ ਵੀ ਤਿਆਰ ਹਾਂ ਜਿਹਦੇ ਲਈ ਸਾਨੂੰ ਉਹਨਾਂ ਦੇ ਹੀ ਇੱਕ ਆਮ ਜਿਹੜਾ ਨਾਨ ਇਲੀਟ ਫੋਰਗੋਟਨ ਮਾਰਜਨਸ ਦਾ ਬਿਲਕੁਲ ਸਬੋਲਟਨ ਦਾ ਕਲਚਰ ਹੈ ਔਰ ਸਬੋਲਟਨ ਦੀ ਹਿਸਟਰੀ ਹੈ ਉਸ ਦੇ ਨਾਲ ਕਨੈਕਟ ਕਰਨ ਦੀ ਕਿੰਨੀ ਕੋਸ਼ਿਸ਼ ਕਰਨੇ ਆ ਤੀਸਰੀ ਜਿਹੜੀ ਕਾਫੀ ਜਿਹੜੀ ਸਾਡੀ ਜਾਂ 1980s ਦੀ ਵੀ ਕੁਝ ਫੈਮਿਨਿਸਟ ਸ਼ਾਇਰ ਜਿਹੜੀਆਂ ਸਨ ਔਰ ਫੈਮਿਨਿਸਟ ਇੰਟੈਲੈਕਚੁਅਲਸ ਦਾ ਵੀ ਹੈ ਇੱਕ ਔਰ ਹਾਲੇ ਵੀ ਮੇਰੇ ਖਿਆਲ ਹੈ ਪਾਕਿਸਤਾਨ ਦੇ ਵਿੱਚ ਔਰ ਪਾਕਿਸਤਾਨ ਵਰਗੇ ਹੋਰ ਕੰਟੈਕਸਟ ਦੇ ਵਿੱਚ ਇਹ ਸਵਾਲ ਪ੍ਰੋਬਲਮ ਸਾਡੇ ਲਈ ਰਹਿੰਦੀ ਹੈ ਕਿ ਕਨਸਟੈਂਟਲੀ ਸਾਡੇ ਤੇ ਹੈ ਕ੍ਰਿਟਿਸਿਜ਼ਮ ਆਉਂਦਾ ਹੈ ਸਮਾਜ ਤੋਂ ਕਿ ਜੀ ਇਹ ਤੇ ਜੀ ਕੋਈ ਜੀ ਫੋਰਨ ਏਜੰਡਾ ਹੈ ਜੀ ਫੈਮਿਨਿਜ਼ਮ ਹੋਵੇ ਜਾਂ ਸੋਸ਼ਲਿਜ਼ਮ ਹੋਵੇ ਜਾਂ ਕਮਿਊਨਿਜ਼ਮ ਮਾਰਕਸਿਜ਼ਮ ਇਹ ਤੇ ਫੋਰਨ ਸ਼ੈਵਾਂ ਨੇ ਬਾਹਰੋਂ ਆਈਆਂ ਨੇ ਇਹ ਇੱਥੇ ਦੀ ਨਹੀਂ ਹੈ ਵਿਲਾਇਤੀ ਨੇ ਤੇ ਇਹ ਤੁਸੀਂ ਕਿਉਂ ਇੱਥੇ ਇੰਪੋਜ਼ ਇਹਨੂੰ ਕਰ ਰਹੇ ਹੋ ਸੋ ਇੱਕ ਜਿਹੜਾ ਡਿਸਕਨੈਕਟ ਹੈ ਔਰ ਵਾਕਈ ਇੱਕ ਇੰਟਰਨੈਸ਼ਨਲਿਸਟ ਹੋਣ ਦਾ ਜਿਹੜਾ ਯਤਨ ਹੈ ਜਾਂ ਜਿਹੜੀ ਜਦੋਜਹਿਦ ਹੈ ਉਹ ਕੋਈ ਟੌਪ ਡਾਊਨ ਉੱਤੋਂ ਆਏਗੀ ਕਿ ਜਿਹੜਾ ਲੋਕਲ ਹੈ ਉਹਨੂੰ ਇੰਟਰਨੈਸ਼ਨਲਾਈਜ਼ ਹੋਣਾ ਪਵੇਗਾ ਉਹਨੂੰ ਅੰਗਰੇਜ਼ੀ ਔਰ ਉਹ ਸਾਰੇ ਲੈਨਿਨ ਔਰ ਮਾਓ ਔਰ ਉਹ ਸਿੱਖਣਾ ਪਵੇਗਾ ਜਾਂ ਇਸ ਤਰ੍ਹਾਂ ਦੀ ਵੀ ਕੋਈ ਇੰਟਰਨੈਸ਼ਨਲਿਜ਼ਮ ਦਾ ਤਸਵਰ ਹੋ ਸਕਦਾ ਹੈ ਜਿਹਦੇ ਵਿੱਚ ਇੱਕ ਤੇ ਸਾਡੇ ਉੱਤੇ ਚਾਰਜ ਨਾ ਲੱਗੇ ਕਿ ਅਸੀਂ ਕੋਈ ਫੋਰਨ ਏਜੰਡਾ ਚਲਾ ਰਹੇ ਹਾਂ ਇੱਥੇ ਦੂਜਾ ਕਿ ਉਹਦੇ ਵਿੱਚ ਵਾਕਈ ਇੱਕ ਵੈਰਾਈਟੀ ਔਰ ਇੰਟਰਨੈਸ਼ਨਲਿਜ਼ਮ ਔਰ ਇਕੱਠੇ ਹੋਣ ਦਾ ਮਤਲਬ ਇਹ ਨਾ ਹੋਏ ਕਿ ਬਸ ਇੱਕ ਵੈਸਟ ਦੀ ਦਿੱਤੀ ਹੋਈ ਯੂਨਿਟੀ ਚੱਲ ਰਹੀ ਹੋਏ ਬਲਕਿ ਜੋ ਜਿੰਨੇ ਸਾਰੀ ਪੋਸਿਬਿਲਿਟੀਜ਼ ਨੇ ਸਾਰੀ ਹਿਸਟਰੀਜ਼ ਨੂੰ ਸਾਹਮਣੇ ਰੱਖਦੇ ਹੋਏ ਉਹ ਸਾਰੀਆਂ ਅੱਗੇ ਆਉਣ ਸੋ ਇਹ ਥੋੜੇ ਜਿਹੇ ਸਵਾਲ ਨੇ ਇਸ ਨੂੰ ਐਡਰੈਸ ਕਰਨ ਲਈ ਸੋ ਟੈਕਸਟ ਦੇ ਵੱਲ ਵੀ ਮੈਂ ਆਵਾਂਗੀ ਬਲਕਿ ਟੈਕਸਟ ਦੇ ਵੱਲ ਮੇਰੇ ਖਿਆਲ ਅਸੀਂ ਆ ਸਕਦੇ ਹਾਂ ਹੁਣ ਹਾਂ ਸੋ ਮੈਂ ਆਪਣੀ ਸਕਰੀਨ ਜਿਹੜੀ ਹੈ ਉਹ ਸ਼ੇਅਰ ਕਰ ਲਵਾਂਗੀ ਤਾਂ ਕਿ ਜਿਹੜੀ ਅਸੀਂ ਕਾਫੀ ਪੜ੍ਹਨਾ ਚਾਹ ਰਹੇ ਹਾਂ ਉਹ ਤੁਹਾਡੇ ਨਾਲ ਸਾਂਝੀ ਹੋ ਸਕੇ ਔਰ ਥੋੜੀ ਜਿਹੀ ਜੋ ਮੈਂ ਗੱਲ ਕਰਨਾ ਚਾਹ ਰਹੀ ਸੀ ਉਹ ਇਹ ਸੀ ਕਿ ਕਿਵੇਂ ਅਸੀਂ
ਜੋ ਹੁਣ ਅਸੀਂ ਪੜਾਂਗੇ ਇਕੱਠੇ ਕਾਫੀ, ਔਰ ਉਹਦੇ ਬਾਰੇ ਕੋਈ ਵੀ ਕਿਸੇ ਨੂੰ ਖਿਆਲ ਆਏ, ਕੋਈ ਥਾਟਸ ਆਣ, ਤੇ ਤੁਸੀਂ ਕਮੈਂਟ ਜ਼ਰੂਰ ਛੱਡ ਦੇਣਾ ਕਿ ਕਿਵੇਂ ਪੂਰੇ ਦੇ ਪੂਰੇ ਇੱਥੇ ਐਨਾਲਿਸਿਸ ਦੇ ਟੂਲ ਸਾਡੇ ਲਈ ਮੌਜੂਦ ਨੇ, ਜਿਹਦੇ ਲਈ ਸਾਨੂੰ ਫਿਰ ਐਕਚੁਅਲੀ ਕਿਸੇ ਹੋਰ ਥੇਰੀ ਦੀ ਲੋੜ ਨਹੀਂ, ਔਰ ਅਸੀਂ ਬਿਲਕੁਲ ਆਮ ਤਰੀਕੇ ਨਾਲ ਜਾ ਕੇ ਇੱਕ ਤੇ ਉਹ ਇੰਟੈਲੈਕਚੁਅਲ ਕੰਮ ਵੀ ਕਰ ਸਕਦੇ ਹਾਂ, ਜਿਹਦੇ ਰਾਹੀਂ ਅਸੀਂ ਕੋਈ ਨਵੀਂ ਰੀਤ ਇੱਥੇ ਬਣਾਵਾਂਗੇ, ਔਰ ਦੂਸਰਾ ਬਿਲਕੁਲ ਆਪਣੀ ਗੱਲ ਕਮਿਊਨੀਕੇਟ ਕਰ ਸਕਦੇ ਹਾਂ। ਸੋ ਰੈਜ਼ਿਸਟੈਂਸ ਦੀ ਕੀ ਸ਼ਕਲ ਹੈ, ਕੀ ਖਾਸ ਉਹਦੇ ਕੁਝ ਐਸੈਂਸ ਹੈ, ਉਹ ਖਾਸ ਕਿਸਮ ਦੀ ਪੋਇਟਿਕਸ ਹੈ ਕੋਈ, ਜੋ ਸਾਨੂੰ ਇਸ ਪੁਰਾਣੀ ਲੋਕ ਸ਼ਾਇਰੀ ਵਿੱਚ ਨਜ਼ਰ ਆਉਂਦੀ ਹੈ। ਔਰ ਮੇਰਾ ਇਹ ਬਹੁਤ ਦਿਲ ਹੋਏਗਾ ਕਿ, ਕਿਉਂਕਿ ਮੇਰਾ ਬਿਲਕੁਲ ਇਸ ਤਰ੍ਹਾਂ ਦਾ ਖਿਆਲ ਨਹੀਂ ਹੈ ਕਿ ਇਹ ਕੋਈ ਯੂਨੀਕ ਹੈ ਸਿਰਫ ਪੰਜਾਬੀ ਦੇ ਲਈ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਜਿੱਥੇ ਵੀ ਓਪਰੈਸ਼ਨ ਹੋਈ ਹੈ ਔਰ ਲੋਕਾਂ ਨੇ ਲੜਿਆ ਹੈ ਉਹਦੇ ਨਾਲ, ਔਰ ਫਿਰ ਲੋਕਾਂ ਨੇ ਉਹਦੇ ਬਾਰੇ ਗਾਇਆ ਹੈ, ਲੋਕਾਂ ਦੇ ਗੀਤ ਭਰੇ ਹੋਏ ਨੇ ਉਹਨਾਂ ਕਹਾਣੀਆਂ ਦੇ ਨਾਲ। ਸੋ ਉਹ ਕੰਮ ਜਿਹੜਾ ਹੈ ਸਿੰਧੀ ਕਾਮਰੇਡ, ਬਲੋਚ ਕਾਮਰੇਡ ਔਰ ਪਸ਼ਤੂਨ ਜਿਹੜੇ ਕਾਮਰੇਡ ਨੇ, ਉਹ ਆਪਣੀ ਥਾਵਾਂ ਤੇ ਵੀ ਕਰ ਰਹੇ ਹੋਣਗੇ, ਔਰ ਉਹਦੇ ਬਾਰੇ ਅਗਰ ਅਸੀਂ ਇਹ ਕੰਮ ਸਾਂਝਾ ਕਰੀਏ ਤੇ ਬਹੁਤ ਚੰਗਾ ਹੋਗਾ। ਤੇ ਮੈਂ ਹੁਣ ਥੋੜੀ ਜਿਹੀ ਸਕਰੀਨ ਸ਼ੇਅਰ ਕਰਨੀ ਆ, ਜੋ ਕਿ ਹੋਪਫੁਲੀ ਮੈਂ ਕਰ ਲਵਾਂਗੀ ਮੈਨੇਜ। ਓਕੇ, ਸੌਰੀ। ਸੋ ਮੈਨੂੰ ਸਕਰੀਨ ਸ਼ੇਅਰਿੰਗ ਦੀ ਆਪਸ਼ਨ ਉੱਥੇ ਨਹੀਂ ਮਿਲ ਰਹੀ, ਤੇ ਅਗਰ ਟੈਕਸਟ ਉਹ ਤੁਸੀਂ ਆਪਣੇ ਸਾਹਮਣੇ ਖੋਲ ਲਵੋ ਤੇ ਸ਼ਾਇਦ ਬਿਹਤਰ ਹੋਏਗਾ, ਔਰ ਮੈਂ ਆਪਣੇ ਵੱਲੋਂ ਇਹ ਕੋਸ਼ਿਸ਼ ਕਰ ਸਕਦੀ ਹਾਂ ਕਿ ਸ਼ਾਇਦ ਮੈਂ ਕਮੈਂਟਸ ਦੇ ਵਿੱਚ ਸ਼ੇਅਰ ਕਰ ਸਕਾਂ। ਇੱਕ ਵਾਰੀ ਹੋਰ ਮੈਂ ਟਰਾਈ ਕਰਨੀ ਆ। सॉरी। सो स्क्रीन शेयरिंग वाली ऑप्शन तो मेरे लिए नहीं चल रही, मैं बस पढ़ के ओके स्क्रीन, हाँ तू बता, मैं मैसेज पढ़ रही हूँ, ठीक है। मैं इथे एज एन इमेज पोस्ट कर देनी है, क्योंकि मेरे को उस तरह ही मौजूद है। देखने चल रहा है कि नहीं। नहीं, मेरे को टेक्स्ट नहीं है, मेरे को इमेज है एक। सो ਜਿਹੜੀ ਰੀਡਿੰਗਸ ਦੇ ਵਿੱਚ ਇਮੇਜ ਹੈ ਉਹ ਹੈ। ਸੋ ਮੈਂ ਇੱਥੇ ਕਾਪੀ ਨਹੀਂ ਉਹਨੂੰ ਕਰ ਸਕਦੀ ਸੈਡਲੀ। ਇੱਕ ਵਾਰੀ ਟਰਾਈ ਕਰ ਲੈਂਦੇ ਆ, ਲੈਟਸ ਸੀ। नहीं 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 नहीं, बिकॉज PDF है, ਉਹਦੇ ਤੋਂ ਕਾਪੀ ਨਹੀਂ ਹੋਏਗਾ, ਸੌਰੀ। ਅੱਛਾ, ਮੈਂ ਇੱਕ ਬਿਲਕੁਲ ਸੋ ਮੈਂ ਬਸ ਪੜ੍ਹਨੀ ਆ ਵਿਦਆਊਟ ਵੇਸਟਿੰਗ ਮੋਰ ਟਾਈਮ। ਮੈਂ ਉਹਨੂੰ ਰਿਸਾਈਟ ਕਰ ਦੇਣੀ ਆ। ਜੋ ਰੀਡਿੰਗਸ ਜੋ ਸ਼ੇਅਰ ਹੋਈਆਂ ਨੇ ਉਸ ਦੇ ਵਿੱਚ ਉਹ ਹੈ ਟੈਕਸਟ, ਤੇ ਤੁਸੀਂ ਉਸ ਤੋਂ ਦੇਖ ਸਕਦੇ ਹੋ। ਇਹ ਕਾਫੀ ਹੈ ਬੁੱਲੇ ਸ਼ਾਹ ਦੀ। ਤੋ ਬੁੱਲੇ ਸ਼ਾਹ ਬਾਰੇ ਥੋੜਾ ਜਿਹਾ ਮੈਂ ਦੱਸ ਦਿਆਂ ਕਿ ਜ਼ਾਹਿਰ ਹੈ ਜਿਵੇਂ ਫੋਕ ਔਰ ਓਰਲ ਜਿਹੜੀ ਟ੍ਰੈਡੀਸ਼ਨ ਹੈ, ਉਹਦੇ ਜਿਹੜੇ ਫਿਗਰ ਹੁੰਦੇ ਨੇ ਉਹਨਾਂ ਦੇ ਵਿੱਚ ਤੁਹਾਨੂੰ ਪਤਾ ਨਹੀਂ ਕਲੀਅਰਲੀ, ਤੁਸੀਂ ਇੰਨੀ ਹਿਸਟੋਰੀਕਲ ਇਨਫੋਰਮੇਸ਼ਨ ਨਹੀਂ ਉਹਨਾਂ ਬਾਰੇ ਇਕੱਠੀ ਕਰ ਸਕਦੇ। ਸੋ ਸਾਨੂੰ ਬਹੁਤ ਜ਼ਿਆਦਾ ਕੋਈ ਪੱਕੀ ਜ਼ਾਹਿਰ ਹੈ ਜਿਵੇਂ ਬਾਦਸ਼ਾਹ ਹੁੰਦੇ ਸਨ, ਬਾਦਸ਼ਾਹ ਤੇ ਆਪਣੀ ਹਰ ਸ਼ੈ ਦਾ ਰਿਕਾਰਡ ਰਖਵਾਉਂਦੇ ਸਨ, ਲੇਕਿਨ ਜਿਹੜੇ ਫਕੀਰ ਸਨ ਔਰ ਜਿਹੜੇ ਬਾਗੀ ਸਨ
ਉਹਨਾਂ ਦਾ ਰਿਕਾਰਡ ਇਸ ਤਰ੍ਹਾਂ ਤੇ ਨਹੀਂ ਰੱਖਿਆ ਜਾਂਦਾ ਸੀ, ਸਿਰਫ ਉਹਨਾਂ ਦਾ ਰਿਕਾਰਡ ਲੋਕਾਂ ਨੇ ਗਾਵਨਾਂ ਵਿੱਚ ਔਰ ਆਪਣੀ ਮੈਮਰੀ ਦੇ ਵਿੱਚ ਹੀ ਹੈ। ਸੋ ਇਸ ਲਈ ਹਾਲੇ ਵੀ ਤੁਸੀਂ ਵੇਖੋ ਬੁੱਲੇ ਸ਼ਾਹ ਦਾ ਜਿਹੜਾ ਮਜ਼ਾਰ ਹੈ ਉਹਦੇ ਤੇ ਕਿੰਨੇ ਲੋਕ, ਹਜ਼ਾਰ ਲੋਕ ਰੋਜ਼ ਜਾਂਦੇ ਨੇ। ਤੇ ਉਸ ਵੇਲੇ ਦਾ ਜਿਹੜਾ ਬਾਦਸ਼ਾਹ ਸੀ ਔਰੰਗਜ਼ੇਬ, ਔਰੰਗਜ਼ੇਬ ਦੇ ਮਜ਼ਾਰ ਤੇ ਕੌਣ ਜਾਂਦਾ ਹੈ? ਮੈਨੂੰ ਤੇ ਪਤਾ ਵੀ ਨਹੀਂ ਹੈ ਕਿੱਥੇ। ਸੋ ਬੁੱਲੇ ਸ਼ਾਹ ਦੇ ਬਾਰੇ ਥੋੜਾ ਜਿਹਾ ਇਹ ਦੱਸ ਦਿਆਂ ਕਿ ਉਹ 18ਵੀਂ ਸਦੀ ਤਕਰੀਬਨ ਦੇ ਵਿੱਚ ਉਹਨਾਂ ਦਾ ਲਿਖਣ ਪੜ੍ਹਨ ਜੀਵਨ ਸੀ। ਔਰ ਉਹਨਾਂ ਦਾ ਕਸੂਰ ਲਾਹੌਰ, ਕਸੂਰ ਨਾਲ ਉਹਨਾਂ ਦਾ ਤਾਲੁਕ ਸੀ। ਔਰ ਉਹਨਾਂ ਦੀ ਖਾਸ ਜਿਹੜੀ ਇੱਕ ਬਹੁਤ ਗੱਲ ਹੈ ਉਹ ਇਹ ਹੈ ਕਿ ਉਹਨਾਂ ਦੇ ਜਿਹੜੇ ਟੀਚਰ ਸਨ, ਉਹਨਾਂ ਦੇ ਉਸਤਾਦ ਸਨ, ਉਹਨਾਂ ਦਾ ਨਾਂ ਇਨਾਇਤ ਸ਼ਾਹ ਸੀ। ਔਰ ਇਨਾਇਤ ਜਿਹੜਾ ਸੀ, ਇਹ ਬਹੁਤ ਇੰਪੋਰਟੈਂਟ ਗੱਲ ਹੈ ਕਿ ਉਹ ਇੱਕ ਬੁੱਲੇ ਤੋਂ ਥੱਲੜੀ ਜ਼ਾਤ ਦਾ ਸੀ। ਸੋ ਇਨਾਇਤ ਜਿਹੜਾ ਸੀ ਅਰਾਈਨ ਸੀ, ਬੁੱਲਾ ਸ਼ਾਹ ਜ਼ਾਹਿਰ ਜਿਹੜਾ ਸੀ ਉਹ ਸੈਯਦ ਸੀ। ਸੋ ਇੱਕ ਖਾਸ ਤਰ੍ਹਾਂ ਦਾ ਇਹ ਸਾਨੂੰ ਅਕਸਰ ਭੁੱਲ ਜਾਂਦਾ ਹੈ, ਔਰ ਇਹ ਸਾਡੇ ਲਈ ਆਪਣੀ ਸਿਆਸਤ ਵਿੱਚ ਯਾਦ ਰੱਖਣਾ ਵੀ ਬਹੁਤ ਜ਼ਰੂਰੀ ਹੈ ਕਿ ਇਸ ਖਿੱਤੇ ਦੇ ਵਿੱਚ ਇਸਲਾਮ ਦੇ ਆਉਣ ਨਾਲ ਇਹਦਾ ਮਤਲਬ ਨਹੀਂ ਸੀ ਕਿ ਜੀ ਜ਼ਾਤ ਜਿਹੜੀ ਸੀ ਔਰ ਜ਼ਾਤ ਪਾਤ ਸੀ, ਜਿਹੜੀ ਕਾਸਟ ਦੀ ਪਿਓਰਿਟੀ, ਪੋਲੂਸ਼ਨ, ਪਾਕੀ ਪਲੀਤੀ ਸੀ, ਉਹ ਮੁੱਕ ਗਈ। ਇਹ ਬਿਲਕੁਲ ਨਹੀਂ ਹੋਇਆ। ਸੋ ਇੱਕ 18ਵੀਂ ਸਦੀ ਦੇ ਵਿੱਚ, ਔਰ ਇਹ ਹੁਣੇ ਵੀ ਹੈ, ਸਾਡੇ ਮੌਜੂਦਾ ਮਾਹੌਲ ਦੇ ਵਿੱਚ ਵੀ ਹੈ ਔਰ ਉਸ ਵੇਲੇ ਵੀ ਹੈ ਸੀ। ਸੋ ਕਾਸਟ ਦੀ ਜਿਹੜੀ ਕ੍ਰਿਟੀਕ ਹੈ ਉਹ ਕਿਸ ਤਰ੍ਹਾਂ ਇਸ ਸ਼ਾਇਰੀ ਦੇ ਵਿੱਚ ਸਾਨੂੰ ਨਜ਼ਰ ਆਉਂਦੀ ਹੈ, ਉਹ ਬਹੁਤ ਜ਼ਰੂਰੀ ਹੈ। ਸੋ ਇਨਾਇਤ ਜਿਵੇਂ ਮੈਂ ਤੁਹਾਨੂੰ ਦੱਸਿਆ, ਉਹ ਇੱਕ ਥੱਲੜੀ ਜ਼ਾਤ ਦਾ ਬੰਦਾ ਸੀ ਔਰ ਯਾਨੀ ਲੋਅਰ ਕਾਸਟ, ਔਰ ਬੁੱਲਾ ਜਿਹੜਾ ਸੀ ਉਹ ਅਪਰ ਕਾਸਟ ਸੈਯਦ ਬੈਕਗਰਾਊਂਡ। ਸੋ ਮੁਸਲਮਾਨਾਂ ਦੇ ਵਿੱਚ ਬ੍ਰਾਹਮਣ ਦੀ ਇਕੁਇਵਲੈਂਟ ਹੋ ਗਈ। ਸੋ ਉਸ ਜ਼ਮਾਨੇ ਦੇ ਵਿੱਚ ਉਹਨਾਂ ਦਾ ਆਪਣੇ ਲਈ ਇੱਕ ਅਰਾਈ ਮੁਰਸ਼ਦ, ਅਰਾਈ ਟੀਚਰ ਚੂਜ਼ ਕਰਨਾ ਇੱਕ ਬਹੁਤ ਹੀ ਪਬਲਿਕ ਡਿਸੀਜਨ ਵੀ ਸੀ, ਕੋਈ ਪ੍ਰਾਈਵੇਟ ਸ਼ੈ ਨਹੀਂ ਸੀ। ਉਹ ਆਪ ਹੀ ਇੱਕ ਤਰ੍ਹਾਂ ਦਾ ਇੱਕ ਐਂਟੀ ਕਾਸਟ ਬਗਾਵਤ ਨੂੰ ਪਰਫਾਰਮ ਕਰਨ ਦਾ ਉਹਨਾਂ ਦਾ ਯਤਨ ਸੀ। ਦੂਜਾ ਫਿਰ ਤੁਸੀਂ ਵੇਖੋ ਕਿ ਕਿਵੇਂ ਉਹਨਾਂ ਦੇ ਬਾਰੇ, ਔਰ ਇਹ ਲੋਕਾਂ ਨੇ ਸੁਣੀਆਂ ਵੀ ਹੋਈਆਂ ਨੇ ਆਈਮ ਸ਼ੋਰ ਗੱਲਾਂ ਉਹਨਾਂ ਬਾਰੇ, ਕਿ ਜੀ ਉਹਨਾਂ ਨੇ ਨੱਚ ਕੇ ਆਪਣਾ ਯਾਰ ਮਨਾਇਆ, ਇਨਾਇਤ ਨੂੰ ਮਨਾਇਆ। ਸੋ ਬੁੱਲੇ ਨੇ ਘੁੰਗਰੂ ਪਾ ਕੇ ਨੱਚ ਕੇ ਪਬਲਿਕਲੀ ਸੜਕ ਦੇ ਵਿੱਚ ਇਨਾਇਤ ਨੂੰ ਮਨਾਇਆ ਸੀ ਜਦੋਂ ਉਹ ਇੱਕ ਵਾਰੀ ਨਾਰਾਜ਼ ਉਹਨਾਂ ਤੋਂ ਹੋ ਗਏ ਸਨ। ਸੋ ਅਗੇਨ ਮੈਂ ਨਹੀਂ ਕਹਿ ਰਹੀ ਕਿ ਬੜੀ ਹਿਸਟੋਰੀਕਲੀ ਪੱਕੀ ਗੱਲ ਹੈ, ਲੇਕਿਨ ਕਿਸੇ ਫਿਗਰ ਦੇ ਗਿਰਦ ਇਸ ਤਰ੍ਹਾਂ ਦੀ ਜਦੋਂ ਗੱਲਾਂ ਘੁੰਮਦੀਆਂ ਨੇ, ਉਹਦੇ ਨਾਲ ਅਟੈਚ ਨੇ, ਤੇ ਸਾਨੂੰ ਕੀ ਪਤਾ ਲੱਗਦਾ ਹੈ। ਔਰ ਥਰੂ ਆਊਟ ਜਿਹੜੀ ਜਿੰਨੀ ਲਾਈਕ ਆਲ ਅਦਰ ਪੰਜਾਬੀ ਪੋਇਟਰੀ, ਬੁੱਲੇ ਦੀ ਸਾਰੀ ਸ਼ਾਇਰੀ ਜਿਹੜੀ ਹੈ ਔਰਤ ਦੀ ਆਵਾਜ਼ ਦੇ ਵਿੱਚ ਲਿਖੀ ਗਈ ਹੈ। ਸੋ ਬੁੱਲਾ ਆਪਣੇ ਆਪ ਨੂੰ, ਔਰ ਇੱਕ ਆਪਣੀ ਕਾਫੀ ਦੇ ਵਿੱਚ ਤੇ ਉਹ ਇਹ ਵੀ ਕਹਿੰਦਾ ਹੈ ਕਿ ਮੈਂ ਸਵਾਨੀ ਨਾਮ ਧਰਾਉਂਗਾ, ਕਿ ਮੈਂ सवानी औरत है, औरत का नाम जो है रखवाऊंगा अपने लिए, औरत का नाम लूंगा या मुझे औरत कहलाऊंगा। ਸੋ ਜਿਸ ਤਰ੍ਹਾਂ ਦੀ ਇੱਕ ਥੋੜੀ ਜਿਹੀ ਜੋ ਇੱਥੇ ਸਾਨੂੰ ਨਜ਼ਰ ਆਉਂਦਾ ਹੈ ਕਿ ਇਸ, ਔਰ ਤੁਸੀਂ ਹੋਪਫੁਲੀ ਇਸ ਜਦੋਂ ਅਸੀਂ ਪੜਾਂਗੇ ਵੀ ਕੁਝ ਟੈਕਸਟ, ਔਰ ਹੋਪਫੁਲੀ ਫਿਊਚਰ ਵਿੱਚ ਤੁਸੀਂ ਆਪ ਵੀ ਪੜੋਗੇ, ਤੇ ਤੁਹਾਨੂੰ ਨਜ਼ਰ ਆਏਗਾ ਕਿ ਕਿਵੇਂ ਜਿਹੜੀ ਇਹ ਪੋਇਟਿਕਸ ਹੈ ਜਿਹਦੀ ਮੈਂ ਗੱਲ ਕਰ ਰਹੀ ਹਾਂ, ਉਹਦੇ ਵਿੱਚ ਇੱਕ ਸਿੰਗਲ ਯੂਨੀਵਰਸਲ ਯੂਨਿਟੀ ਦੇ ਵਿੱਚ ਹਰ ਸ਼ੈ ਐਨਾਲਾਈਜ਼ ਹੋ ਰਹੀ ਹੁੰਦੀ ਹੈ, ਵੇਖੀ ਜਾ ਰਹੀ ਹੁੰਦੀ ਹੈ। ਸੋ ਕਾਸਟ ਜਿਹੜੀ ਹੈ ਉਹ ਪੈਟਰੀਆਰਕੀ ਤੋਂ, ਔਰ ਜੈਂਡਰ ਦੇ ਸਵਾਲ ਤੋਂ, ਉਹ ਮੈਸਕੂਲਿਨਿਟੀ ਦੇ ਪ੍ਰੋਬਲਮਸ ਤੋਂ, ਔਰ ਉਸ ਡੋਮੀਨੈਂਟ ਰਿਲੀਜਨ ਔਰ ਪਾਵਰ ਤੋਂ ਅਲੱਗ ਬਿਲਕੁਲ ਵੀ ਨਹੀਂ ਹੈ। ਸੋ ਜਦੋਂ ਸਾਡੇ ਕੋਲ ਬੁੱਲੇ ਵਰਗਾ ਫਿਗਰ ਆਉਂਦਾ ਹੈ, ਬੁੱਲੇ ਸ਼ਾਹ ਵਰਗਾ ਜਾਂ ਸ਼ਾਹ ਹੁਸੈਨ ਵਰਗਾ, ਜਿਨ੍ਹਾਂ ਦਾ ਜਿਹੜਾ ਮਾਸ਼ੂਕ ਸੀ ਉਹ ਇੱਕ ਬ੍ਰਾਹਮਣ ਹਿੰਦੂ ਮੁੰਡਾ ਸੀ, ਔਰ ਉਹ ਉਹਨਾਂ ਦੀ ਤੇ ਕਬਰ ਵੀ ਇਕੱਠੇ ਹੀ ਹੈ ਲਾਹੌਰ ਦੇ ਵਿੱਚ। ਸੋ ਕਲੀਅਰਲੀ ਜਿਹੜੀ ਇੱਕ ਹੈਟਰੋ ਸੈਕਸ਼ੂਅਲ ਰਿਲੇਸ਼ਨਸ਼ਿਪ ਨੂੰ ਕਿਵੇਂ ਚੈਲੰਜ ਕੀਤਾ ਜਾ ਰਿਹਾ, ਮੈਸਕੂਲਿਨਿਟੀ ਨੂੰ ਕਿਵੇਂ ਚੈਲੰਜ ਕੀਤਾ ਜਾ ਰਿਹਾ, ਔਰ ਨਾਲ ਹੀ ਕਾਸਟ ਦੀ ਵੀ ਕ੍ਰਿਟਿਕ, ਕਿਉਂਕਿ ਸ਼ਾਹ ਹੁਸੈਨ ਔਰ ਮਾਧੂ ਦੇ ਵਿੱਚ ਵੀ ਜੁਲਾਹਾ ਬ੍ਰਾਹਮਣ ਉਹ ਹੀ ਸੀ। ਸੋ ਕਿਵੇਂ ਸਾਨੂੰ ਜਦੋਂ ਅਸੀਂ ਇਸ ਪੋਇਟਰੀ ਨੂੰ ਪੜ੍ਹਨਾ ਹੈ ਤੇ
ਅਸੀਂ ਡਿਵਾਈਡ ਨਹੀਂ ਕਰ ਸਕਦੇ ਕਿ ਇੱਥੇ ਬੁੱਲਾ ਜੀ ਮਜ਼ਹਬ ਦੇ ਆਪਰੇਸ਼ਨ ਦੀ ਗੱਲ ਕਰ ਰਿਹਾ, ਇੱਥੇ ਕਾਸਟ ਦੀ। ਉਹ ਸਾਰਾ ਕੁਝ ਇੱਕ ਹੈ ਉਸਦੇ ਸਿਸਟਮ ਦੇ ਵਿੱਚ। ਸੋ ਆਈ ਥਿੰਕ ਜ਼ੀਨੀਆ ਨੇ ਉਹ ਪਿਨ ਕੀਤੀ ਹੈ ਟੈਕਸਟ ਵੀ, ਤੇ ਮੈਂ ਜਲਦੀ ਨਾਲ ਟੈਕਸਟ ਦੇ ਵੱਲ ਆਨੀ ਹਾਂ ਹੁਣ। ਇਹ ਕਾਫੀ ਹੈ। ਮੈਂ ਕੁਸੁੰਬੜਾ ਚੁਣ ਚੁਣ ਹਾਰੀ ਨੀ, ਮੈਂ ਕੁਸੁੰਬੜਾ ਚੁਣ ਚੁਣ ਹਾਰੀ, ਇਸ ਕੁਸੰਬੇ ਦੇ ਕੰਡੇ ਭਲੇਰੇ, ਅੜ ਅੜ ਚੁਨਰੀ ਪਾੜੀ। ਸੋ ਕੁਸੁੰਬੜਾ ਸੁਣ ਕੇ ਡਰ ਨਾ ਜਾਣ ਲੋਕੀ ਕਿ ਕੋਈ ਬੜਾ ਹੀ ਮੁਸ਼ਕਿਲ ਪੰਜਾਬੀ ਦਾ ਲਫ਼ਜ਼ ਆ ਗਿਆ। ਇਹ ਇੱਕ ਫੁੱਲ ਹੈ ਲਾਲ ਰੰਗ ਦਾ। ਹੁਣ ਤੇ ਸ਼ਾਇਦ ਪ੍ਰੋਬਬਲੀ ਨਹੀਂ ਹੁੰਦਾ ਹੋਏਗਾ, ਲੇਕਿਨ ਉਹਨਾਂ ਵੇਲਿਆਂ ਦੇ ਵਿੱਚ ਇਹ ਇੱਕ ਫਸਲ ਹੁੰਦੀ ਸੀ ਕੁਸੁੰਬੜੇ ਜਾਂ ਕੁਸੁੰਬੇ ਦੀ, ਔਰ ਇਹਨੂੰ ਪ੍ਰਾਇਮਰੀਲੀ ਡਾਈਂਗ ਦੇ ਲਈ ਯੂਜ਼ ਕੀਤਾ ਜਾਂਦਾ ਸੀ। ਸੋ ਲਾਲ ਡਾਈ, ਲਾਲ ਰੰਗ ਕਰਨ ਲਈ, ਕੱਪੜਿਆਂ ਨੂੰ ਲਾਲ ਰੰਗ ਕਰਨ ਲਈ ਕੁਸੁੰਬੜਾ ਚੁਣਿਆ ਜਾਂਦਾ ਸੀ। ਸੋ ਮੈਂ ਕੁਸੁੰਬੜਾ ਚੁਣ ਚੁਣ ਹਾਰੀ। ਸੋ ਕੋਈ ਇਹ ਬੁੱਲੇ ਸ਼ਾਹ ਲਿਖ ਰਿਹਾ ਹੈ, ਮਗਰ ਜਿਹੜੀ ਸ਼ਾਇਰ ਕਾਫੀ ਦੀ ਆਵਾਜ਼ ਹੈ ਉਹ ਯਾਰ ਸੈਂਟਰਲ ਨਰੇਟਰ ਹੈ, ਉਹ ਕਹਿ ਰਿਹਾ ਕਿ ਮੈਂ ਕੁਸੁੰਬਾ ਚੁਣ ਚੁਣ ਕੇ ਥक गई, हार गई। इस कुसंबे दे कंडे भलेरे अड़ अड़ चुनरी पाड़ी। सो इस कुसंबे के कंडे बहुत हैं, भलेरे हैं। सो ये बहुत ही इस पौधे बारे ये भी किया जाता है कि बहुत ज़्यादा ਇਹਨੂੰ ਇਸ ਦੀ ਜਿਹੜੀ ਚੁਗਾਈ ਹੈ, ਇਸ ਨੂੰ ਜਿਹੜਾ ਚੁਣਨਾ ਹੁੰਦਾ ਹੈ ਜਾਂ ਇਹਨੂੰ ਕਾਸ਼ਤ ਕਰਨ ਦੇ ਵਿੱਚ ਕੰਡੇ ਬਹੁਤ, ਕਾਂਟੇ ਬਹੁਤ ਹੋਤੇ हैं और ਹੱਥਾਂ 'ਚ ਚੁਭਦਾ ਹੈ, ਜਿਕਣ भिंडी ਦਾ ਵੀ और नरमे ਦਾ ਵੀ, जो कॉटन ਦੀ क्रॉप ਦਾ ਵੀ। सो ਇਸ ਕੁਸੰਬੇ ਕੇ ਇਸ ਤੇ ਕੰਡੇ ਭਲੇਰੇ ਅੜ ਅੜ ਚੁਨਰੀ ਪਾੜੀ, इस कुसंबे दा हाकिम करड़ा, जालिम है पटवारी। इस कुसंबे का जो हाकिम है, जो बादशाह है, वो बहुत सख्त है, करड़ा है, सख्त है। जालिम है पटवारी, और जो पटवारी है वो भी जालिम है। सो इत्थे ਜਿਹੜੇ ਲੋਕ ਥੋੜਾ ਜਿਹਾ ਫੈਮਿਲੀਅਰ ਨੇ ਰੂਰਲ ਜਾਂ ਜਿਹੜੀ ਪਿੰਡ ਦੀ ਵਸੋਂ ਦੇ ਨਾਲ, ਉਹਨਾਂ ਨੂੰ ਜ਼ਾਹਿਰ ਪਟਵਾਰੀ ਦਾ ਪਤਾ ਹੋਏਗਾ। ਉਹਨਾਂ ਨੂੰ ਇਹ ਵੀ ਬਿਲਕੁਲ ਪਤਾ ਹੋਏਗਾ ਕਿ ਪਟਵਾਰੀ ਦਾ ਕੀ ਉਸ ਪਿੰਡ ਦੀ ਜਿਹੜੀ ਪਾਵਰ ਦੀ ਸਟਰਕਚਰ ਹੈ, ਉਸ ਪਿੰਡ ਦੇ ਵਿੱਚ ਜਿਹੜਾ ਸੋਸ਼ਲ ਕੰਟਰੋਲ ਹੈ, ਉਸ ਦੇ ਵਿੱਚ ਪਟਵਾਰੀ ਦਾ ਕਿੰਨਾ ਵੱਡਾ ਹੱਥ ਹੁੰਦਾ ਹੈ। ਸੋ ਪਟਵਾਰੀ ਜਿਹੜਾ ਹੈ ਉਹ, ਕਿਉਂਕਿ ਲੈਂਡ ਦਾ ਰਿਕਾਰਡ ਉਹਦੇ ਕੋਲ ਹੁੰਦਾ ਹੈ, ਟੈਕਸੇਸ਼ਨ ਦਾ ਉਸ ਵੇਲੇ 'ਚ, ਮੁਗਲ ਵੇਲੇ 'ਚ ਰਿਕਾਰਡ ਉਹਦੇ ਕੋਲ ਹੁੰਦਾ ਸੀ। ਸੋ ਜਿਹੜਾ ਰਿਸ਼ਵਤ ਦੇ ਥਰੂ ਲੈਂਡਲੋਰਡ ਦਾ ਜਿਹੜਾ ਕਮੀ ਦੇ ਉੱਤੇ ਉਹਦਾ ਧਰੋ ਸੀ, ਉਹਦਾ ਜ਼ੁਲਮ ਸੀ, ਉਹਨੂੰ ਕਿਸ ਤਰ੍ਹਾਂ ਪਟਵਾਰੀ ਉਹਦੇ ਵਿੱਚ ਕਿੰਨਾ ਇੱਕ ਇੰਪੋਰਟੈਂਟ ਫਿਗਰ ਸੀ। ਔਰ ਹੁਣੇ ਵੀ ਤੁਸੀਂ ਵੇਖ ਲਓ, ਇਹ ਚੇਂਜ ਨਹੀਂ ਹੋਈ ਸ਼ਾਇਦ। ਇਸ ਕੁਸੰਬੇ ਦੇ 4 ਮੁਕੱਦਮ ਮਲਬਾ ਮੰਗਦੇ ਭਾਰੀ। ਸੋ ਮੁਕੱਦਮ ਜਿਹੜੇ ਨੇ ਉਹ ਟੈਕਸ ਕਲੈਕਟਰਸ ਨੇ। ਸੋ वो फिर आगे दस रही है वो औरत कि इसके 4 मुकदम हैं, 4 मुख्तलिफ ओहदेदार हैं, 4 मुख्तलिफ मरहलों पे इस पर टैक्स भी देना पड़ता है। एक तो इतना सा चुना, उसके बाद टैक्स। मलबा मंगते भारी, भारी मलबा, भारी क्वांटिटी, भारी पैसा ਜਿਹੜਾ ਹੈ ਉਹ ਤਾਰਨਾ ਪੈਂਦਾ ਹੈ ਇਹਨੂੰ ਕਾਸ਼ਤ ਕਰਨ ਦੇ ਲਈ ਵੀ। मैं कुसुमड़ा चुन चुन हारी, इस होर ना चुगया, पोया पोया भर ली मैं पटियारी। सब बाकियों ने थोड़ा थोड़ा चुना, मैंने बहुत ज़्यादा इकट्ठा भी किया, मैंने बहुत मेहनत की। आई वर्कड वेरी हार्ड। चुग चुगा में ढेरी कीता, लथे आन व्यापारी। और जब मैंने चुना और सारी मेहनत की और सारा दिन पसीना बहाया, तो मैंने क्या देखा कि वहाँ से कौन आ रहे हैं? व्यापारी। सो व्यापारी व्यापारी ट्रेडर्स ने। सो ਜਿਹੜਾ ਖਰੀਦਣ ਆ ਰਹੇ ਨੇ ਮਾਲ। ਸੋ ਸਾਨੂੰ ਇਹ ਵੀ ਇਸ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਐਕਚੁਅਲੀ ਉਸ ਵੇਲੇ ਵੀ ਕੈਸ਼ ਔਰ ਦਾ ਕਿਸ ਤਰ੍ਹਾਂ ਇਕੋਨਮੀ, ਅਗਰੇਰੀਅਨ ਮਾਰਕੀਟ ਕਿਵੇਂ ਚੱਲ ਰਹੀ ਸੀ। ਸੋ ਇਹ ਪੂਰੀ ਇੱਕ ਇਮੇਜ ਉਸ ਦੀ ਦਿੱਤੀ ਗਈ ਹੈ। ਔਖੀ ਘਾਟੀ ਮੁਸ਼ਕਿਲ ਪੈਂਡਾ, सिर पर गठड़ी भारी। सो पेंडा जो है वो रास्ता है, औखी घाटी, औखा रास्ता, औखा मुश्किल है। घाटी इज योर पाथ ही है।
सिर पर गठड़ी भारी। सो गठड़ी जो उसने एक पूरा जो उसने इकट्ठा किया है, जो कुसुम्बा चुना है, उसको उसने लपेट के एक जो उसका गंड एक बांध के, गठड़ी बांध के अपने सर पर। सो इट्स इवोकेटिव बहुत इमेज सारे ने कि कुसुम्बड़े दा की है, मैं कुसुम्बड़ा चुन चुन हारी। बुल्ले शाह मैं नीच कमीनी। बुल्ला शाह कह रहा है, बुल्ले शाह अपने बारे कह रहे हैं कि मैं नीच कमीनी, हाँ, नॉट इवन नीच कमीना, नीच कमीनी। शाह इनायत तारी। सो मैनू किसने बचाया है? इनायत ने। और शॉ जेड़ा है इथे शाह नहीं है, शॉ दा मतलब है बिलवड। सो मेरा इनायत जो मेरा बिलवड है। सो इथे तुसी वेखो कि किस तरह अगर ਅਸੀਂ ਇਸ ਪੋਇਟਿਕਸ ਦੇ ਵਿੱਚ ਕੁਅਰਿੰਗ ਦੀ ਗੱਲ ਕਰੀਏ ਕਿ ਇਸ ਪੋਇਟਿਕਸ ਦੀ ਜਿਹੜੀ ਇੱਕ ਅੰਦਰ ਕੁਅਰ ਕਰਨ ਦਾ ਸਟਰਕਚਰ ਹੈ ਉਹ ਕੀ ਹੈ? ਉਹ ਕਾਸਟ, ਸੈਕਸ਼ੁਅਲਿਟੀ ਔਰ ਇੱਥੇ ਜਿਕਨ ਇਸ ਨਜ਼ਮ ਵਿੱਚ ਸਾਨੂੰ ਦਿਸ ਰਿਹਾ ਲੇਬਰ ਨੂੰ ਨਾਲ ਲੈ ਕੇ ਕ੍ਰਿਟਿਕ ਕਰ ਰਿਹਾ। ਸੋ ਕਾਫੀ ਇੰਟਰਸਟਿੰਗ ਹੈ। ਸੋ ਇਹਨੂੰ ਅਸੀਂ ਅਗਰ ਵੇਖੀਏ ਤੇ ਜੋ ਆਰਿਫਾਨਾ ਕਲਾਮ, ਸੂਫੀਆਨਾ ਕਲਾਮ ਦੀਆਂ ਗੱਲਾਂ ਨੇ, ਮੁਸ਼ਕਿਲ ਲੱਗਦਾ ਹੈ, ਪਰ ਮੈਂ ਕਮੈਂਟਰੀਜ਼ ਪੜ੍ਹੀਆਂ ਨੇ ਜਿਹਦੇ ਵਿੱਚ ਲੋਕਾਂ ਨੇ ਇਹਨੂੰ ਇੰਟਰਪ੍ਰੈਟ ਕੀਤਾ ਹੈ ਕਿ ਜੀ ਐਕਚੁਅਲੀ ਜੀ ਤੇ ਕੁਸੁੰਬਾ ਜਿਹੜਾ ਹੈ ਉਹ ਇਸ ਦੁਨੀਆ ਦੇ ਵਿੱਚ ਤੁਹਾਡੇ ਅਮਾਲ ਨੇ, ਔਰ ਇਹਨੂੰ ਤੁਸੀਂ ਬਨ ਕੇ ਜਿਹੜਾ ਜਾਂਦੇ ਹੋ ਔਰ ਜਾ ਰਹੇ ਹੋ ਉਹ ਜੀ ਕਿਆਮਤ ਦੀ ਗੱਲ ਹੈ, ਔਰ ਇਹ ਰੂਹ ਦੀ ਤੁਹਾਡੀ ਜੋ ਕੁਝ ਤੁਸੀਂ ਇਕੱਠਾ ਕੀਤਾ ਹੈ ਉਹ ਸਾਰਾ ਜੀ ਇਸ ਤਰ੍ਹਾਂ ਹੈ ਸਿੰਬਲਿਜ਼ਮ। ਲੇਕਿਨ ਮੇਰਾ ਸਵਾਲ ਇਹ ਹੈ ਕਿ ਤੇ ਐਜ਼ ਸ਼ਾਇਰੀ ਪੜ੍ਹਨ ਦੇ ਤੌਰ ਤੇ ਹੀ ਬਹੁਤ ਬੁਰੀ ਪ੍ਰੈਕਟਿਸ ਹੈ ਕਿ ਜੋ ਸ਼ਾਇਰ ਨੇ ਤੁਹਾਨੂੰ ਇਮੇਜ ਦਿੱਤਾ ਹੈ, ਅਗਰ ਉਹਨੇ ਇਹੀ ਗੱਲ ਕਰਨੀ ਸੀ ਤੇ ਉਹ ਫਿਰ ਇਹੀ ਕਹਿ ਦਿੰਦਾ, ਫਿਰ ਉਹ ਕੁਸੁਬੜੇ ਦਾ ਕਿਉਂ ਵਰਤਦਾ? ਤੇ ਅਗਰ ਅਸੀਂ ਫਿਰ ਦੁਬਾਰਾ ਆਈਏ ਉਸ ਪੋਇਟਿਕਸ ਦੇ ਸਟਰਕਚਰ ਨੂੰ ਸਕੈਚ ਕਰਨ ਤੇ ਕਿਵੇਂ ਉਹ ਫਰਕ ਹੈ? ਔਰ ਇਹਦਾ ਬਹੁਤ ਫਰਕ ਹੈ। ਤੁਸੀਂ ਵੇਖੋਗੇ ਹੋਰ ਕਿਸਮ ਦੀ ਜਿਹੜੀ ਜਦੀਦ ਦੌਰ ਦੀ ਤਰੱਕੀ ਪਸੰਦ ਸ਼ਾਇਰੀ ਵੀ ਹੋਈ ਹੈ, ਜਿਹਦੇ ਵਿੱਚ ਫੈਜ਼ ਅਹਿਮਦ ਫੈਜ਼ ਦਾ ਬਹੁਤ ਵੱਡਾ ਨਾਂ ਹੈ, ਕਿ ਕਿਵੇਂ ਉਹਦੀ ਪੋਇਟਿਕਸ ਔਰ ਇਸ ਦੀ ਪੋਇਟਿਕਸ ਕੀ ਹੈ। ਯਾਨੀ ਇਮੇਜਰੀ ਵੇਖੋ, ਸਿੰਪਲ ਐਵਰੀਡੇ, ਜੋ ਖੇਤ ਔਰਤ ਦਾ ਕੰਮ ਤੇ ਜਾਣਾ, ਤਾਂ ਟੋਟਲ ਜਿਹੜੀ ਇਮੇਜਸ ਨੇ ਉਹ ਮਟੀਰੀਅਲ ਲਾਈਫ ਤੋਂ, ਉਹ ਰੂਟੀਨ ਤੋਂ ਲਿੱਤੇ ਹੋਏ ਨੇ, ਔਰ ਉਹ ਲੇਬਰ ਦੇ ਨਾਲ, ਲੇਬਰ ਨੂੰ ਰਿਪਰੈਜ਼ੈਂਟ, ਲੇਬਰ ਨੂੰ ਡਿਪਿਕਟ ਕਰਨ ਤੋਂ ਲਿੱਤੇ ਹੋਏ ਨੇ। ਸਬਜੈਕਟ ਕੌਣ ਹੈ? ਸਬਜੈਕਟ ਉਹ ਨੀਚ ਕਮੀਨੀ ਹੈ। ਸੋ ਨੀਚ, ਕਿਸੇ ਨੂੰ ਨੀਚ ਆਖਣਾ ਜਿਹੜਾ ਹੈ ਉਹ ਇਮੀਡੀਏਟਲੀ ਕਾਸਟ ਔਰ ਕਾਸਟ ਦਾ ਜਿਹੜਾ ਇੱਕ ਐਨਾਲਿਟਿਕ ਹੈ ਉਹ ਸਾਡੇ ਸਾਹਮਣੇ ਜਾਂਦਾ ਹੈ। ਸੋ low class, low caste, subaltern labor, ਔਰ ਪੂਰਾ ਕਿਵੇਂ ਸਮਝ ਤੁਸੀਂ ਉਹਦੀ ਵੇਖੋ ਕਿ ਇਹ ਕੋਈ ਸਿੰਪਲ ਸ਼ੈ ਨਹੀਂ ਹੈ। ਯੈਸ, ਦ ਲੈਂਗੁਏਜ ਇਜ਼ ਵੈਰੀ ਸਿੰਪਲ, ਬਟ that is part of actually drawing attention to the fact ਕਿ ਪੂਰੇ ਮੁਗਲ ਇਕਨੋਮਿਕ ਸਿਸਟਮ ਦੀ ਉੱਤੋਂ ਲੈ ਕੇ ਬਿਲਕੁਲ ਉਹਦੀ ਬੇਸ ਤੱਕ ਫੁੱਲ ਐਨਾਲਿਸਿਸ ਹੈ। ਸੋ ਟੌਪ ਆਫ ਦ ਪਿਰਾਮਿਡ ਬਾਦਸ਼ਾਹ, ਹਾਕਿਮ ਕਰੜਾ, ਹਾਕਿਮ ਤੋਂ ਥੱਲੇ ਟੈਕਸ, ਉਸ ਤੋਂ ਥੱਲੇ ਵਿਲੇਜ ਲੈਵਲ ਤੇ ਪਟਵਾਰੀ, ਉਸ ਤੋਂ ਥੱਲੇ ਜਿਹੜੀ ਟ੍ਰੇਡ, ਔਰ ਸਭ ਤੋਂ ਥੱਲੇ ਕੌਣ ਹੈ? ਨੀਚ ਕਮੀਨੀ। ਸੋ ਜਿਹਦੀ ਲੇਬਰ ਲੁੱਟੀ ਜਾ ਰਹੀ ਹੈ, ਜਿਹਦੀ ਲੇਬਰ ਦੀ ਲੁੱਟ ਹੋ ਰਹੀ ਹੈ। ਔਰ ਕਾਫੀ ਦੇ ਸਟਰਕਚਰ ਬਾਰੇ ਵੀ ਮੈਂ ਥੋੜ੍ਹਾ ਜਿਹਾ ਦੱਸ ਦਿਆਂ ਕਿ ਕਾਫੀ ਦਾ ਜਿਹੜਾ ਸਟਰਕਚਰ ਹੁੰਦਾ ਹੈ ਉਸ ਦੇ ਵਿੱਚ ਇੱਕ ਲਾਈਨ ਰਿਪੀਟ ਕਰਦੀ ਹੈ। ਤੇ ਤੁਸੀਂ ਸਾਰਿਆਂ ਨੇ ਓਬਵੀਅਸਲੀ ਸੁਣਿਆ ਹੋਏਗਾ ਕੋਈ ਨਾ ਕੋਈ ਪੰਜਾਬੀ ਕਲਾਮ, ਤੇ ਉਹਦੇ ਵਿੱਚ ਤੁਸੀਂ ਵੇਖੋਗੇ ਕਿ ਇੱਕ ਲਾਈਨ ਕਵਾਲੀ ਦੇ ਵਿੱਚ ਵੀ ਰਿਪੀਟ ਕਰਦੀ ਹੈ। ਜੇਕਰ ਬੁੱਲਾ ਕੀ ਜਾਣਾ ਮੈਂ ਕੌਣ ਦੇ ਵਿੱਚ ਬੁੱਲਾ ਕੀ ਜਾਣਾ ਮੈਂ ਕੌਣ ਬਾਰ-ਬਾਰ ਹਰ ਸਟੈਂਜ਼ਾ ਦੇ ਬਾਅਦ ਰਿਪੀਟ ਹੁੰਦਾ ਹੈ। ਸੋ ਉਹਦਾ ਰਿਪੀਟੇਸ਼ਨ ਦਾ ਮਤਲਬ, ਮਕਸਦ ਇੱਕ ਤੇ ਜ਼ਾਹਿਰ ਹੈ ਗਾਵਣ ਦੇ ਸਟਰਕਚਰ ਨੂੰ ਏਡ ਕਰਨਾ ਹੈ, ਦੂਸਰਾ ਮਕਸਦ ਇਹ ਵੀ ਹੈ ਕਿ ਉਹ ਫਿਰ ਪੋਇਟਰੀ ਨੂੰ ਕੀ ਮੀਨਿੰਗ ਦੇ ਨਾਲ ਕੀ ਕਰਦਾ ਹੈ।
ਸੋ ਇਹਦੇ ਵਿੱਚ ਅਗੇਨ ਅਗਰ ਤੁਸੀਂ ਇਹ ਸੈਂਟੈਂਸ ਵੇਖੋ, ਮੈਂ ਕੁਸੁੰਬਾ ਚੁਣ ਚੁਣ ਹਾਰੀ, ਇਹਦੇ ਵਿੱਚ ਬਹੁਤ ਸਿੰਪਲ ਲੈਂਗੁਏਜ ਇਸਤੇਮਾਲ ਕੀਤੀ ਗਈ ਹੈ, ਬਟ ਅਗੇਨ ਕਿਉਂਕਿ ਕਾਫੀ ਇੱਕ ਪਰਫਾਰਮ ਕੀ ਕਰਨ ਵਾਲੀ ਫਾਰਮ ਹੈ, ਉਹਦੇ ਡਬਲ ਮੀਨਿੰਗਸ ਵੀ ਨੇ। ਸੋ ਇੱਕ ਇਹਦੀ ਰੀਡਿੰਗ ਹੈ ਕਿ ਮੈਂ ਕੁਸੁੰਬੜਾ ਚੁਣ ਚੁਣ ਹਾਰੀ, ਮੈਂ ਥੱਕ ਗਈ, ਮੈਂ ਹੋਰ ਨਹੀਂ ਕਰਾਂਗੀ। ਔਰ ਦੂਸਰੀ ਰੀਡਿੰਗ ਹੈ ਮੈਂ ਕੁਸੁੰਬੜਾ ਚੁਣ ਚੁਣ ਹਾਰੀ, ਸੋ ਰਿਜੈਕਸ਼ਨ ਦੀ ਰੀਡਿੰਗ ਦੇ ਵਿੱਚ ਹੈ। ਔਰ ਇਸ ਦੇ ਉੱਤੇ ਅਸੀਂ ਇੱਕ ਪਲੇ ਵੀ ਹੈ, ਇੱਕ ਪਲੇ ਵੀ ਪਰਫਾਰਮ ਕੀਤਾ ਹੈ ਜੋ ਪੂਰੀ ਇਸ ਕਾਫੀ ਦੇ ਸਟਰਕਚਰ ਦੇ ਉੱਤੇ ਬੇਸਡ ਹੈ। ਔਰ ਜਦੋਂ ਵੀ ਅਸੀਂ ਉਹ ਪਰਫਾਰਮ ਕੀਤਾ ਹੈ, ਖਾਸ ਤੌਰ 'ਤੇ ਪਿੰਡਾਂ 'ਤੇ ਜਦੋਂ ਪਰਫਾਰਮ ਕਰਨੇ ਆ, ਐਂਡ ਅਗਰ ਔਰਤਾਂ ਦੀ ਐਗਰੀਕਲਚਰਲ ਲੇਬਰ ਉੱਥੇ ਮੌਜੂਦ ਹੁੰਦੀ ਹੈ ਤੇ ਰਿਸਪੌਂਸ ਬਿਲਕੁਲ ਹੋਰ ਆਉਂਦਾ ਹੈ। ਅਗਰ ਲਾਹੌਰ ਦੇ ਵਿੱਚ ਕਿਸੇ ਕਾਲਜ ਦੇ ਵਿੱਚ ਪਰਫਾਰਮ ਕਰਨੇ ਆ ਜਿੱਥੇ ਸਟੂਡੈਂਟ ਹੁੰਦੇ ਨੇ ਤੇ ਰਿਸਪੌਂਸ ਬਿਲਕੁਲ ਹੋਰ ਹੁੰਦਾ, ਰਿਸਪੌਂਸ ਹੁੰਦਾ ਕਿ ਸਮਝ ਨਹੀਂ ਆਈ। ਤੇ ਇਹ ਥੋੜਾ ਜਿਹਾ ਇਸ ਦੇ ਬਾਰੇ ਵੇਖਣਾ ਕਿ ਕੀ ਹੈ ਪ੍ਰੋਸੈਸ। ਇੱਕ ਤੇ ਜਿਹੜਾ ਮੈਂ ਪੁਆਇੰਟ ਆਊਟ ਕੀਤਾ ਸਿੰਪਲ ਜ਼ਬਾਨ, ਸੈਂਟਰਲ ਜਿਹੜਾ ਕਾਫੀ ਦਾ ਅਗਰ ਤੁਸੀਂ ਉਰਦੂ ਦੀ ਗਜ਼ਲ ਨਾਲ ਜਾਂ ਉਰਦੂ ਦੀ ਸ਼ਾਇਰੀ ਨਾਲ ਕੰਪੇਅਰ ਕਰੋ, ਜਿਹਦੇ ਵਿੱਚ ਮੇਲ ਪੋਇਟ ਹੀ ਜਿਹੜਾ ਹੈ ਔਰ ਮੇਲ ਪੋਇਟ ਦਾ ਮੇਲ ਪਰਸਪੈਕਟਿਵ ਦੁਨੀਆ ਨੂੰ ਵੇਖ ਰਿਹਾ ਹੈ। ਮੁਝਸੇ ਪਹਿਲੀ ਸੀ ਮੁਹੱਬਤ, ਮੇਰੀ ਮਹਿਬੂਬ ਨਾ ਮਾਂਗ, ਜਾਂ ਜਿਵੇਂ ਵੀ ਹੈ ਪਰਸਪੈਕਟਿਵਸ, ਇੱਥੇ ਹਮੇਸ਼ਾ ਪਰਸਪੈਕਟਿਵ ਜਿਹੜਾ ਸਬਆਲਟਰਨ ਦਾ ਹੈ। ਔਰ ਉਹ ਕੌਣ ਹੈ? ਉਹ ਦਲਿਤ ਹੈ ਔਰ ਔਰਤ ਹੈ। ਸੋ ਔਰ ਸਿੰਪਲ ਜ਼ਬਾਨ ਦਾ, ਔਰ ਨਾਲ ਉਹ ਜਿਹੜੀ ਮੈਂ ਕਿਹਾ ਸੀ ਕਿ ਇਸ ਸ਼ਾਇਰੀ ਦੇ ਵਿੱਚ, ਇਸ ਪੋਇਟਿਕਸ ਦੇ ਵਿੱਚ ਤੁਸੀਂ ਕਾਸਟ ਦੀ ਕ੍ਰਿਟੀਕ, ਡੋਮੀਨੈਂਟ ਰਿਲੀਜਨ ਦੀ ਕ੍ਰਿਟੀਕ ਤੋਂ ਔਰ ਪਾਵਰ ਦੀ ਕ੍ਰਿਟੀਕ ਤੋਂ ਔਰ ਜੈਂਡਰ ਦੀ ਕ੍ਰਿਟੀਕ ਤੋਂ ਅਲੱਗ ਨਹੀਂ ਕਰ ਸਕਦੇ। ਸੋ ਇੱਕ ਇਹ ਮੈਂ ਥੋੜਾ ਜਿਹਾ ਸ਼ੇਅਰ ਕੀਤਾ। ਦੂਸਰੀ ਇੱਕ ਹੋਰ ਜਿਹੜੀ ਟੈਕਸਟ ਸਾਡੇ ਕੋਲ ਸ਼ਾਇਦ ਜਲਦੀ ਨਾਲ ਟਾਈਮ ਹੈ ਉਹ ਪੜ੍ਹ ਲੈਂਦੀ ਹਾਂ। ਦੋਨੋਂ ਅਸੀਂ ਪੜ੍ਹ ਸਕਦੇ ਹਾਂ ਐਕਚੁਅਲੀ। ਸੋ ਇਹ ਸ਼ਾਹ ਹੁਸੈਨ ਦੀ ਹੈ, ਔਰ ਜਿਹੜੀ ਸਾਡੀ ਰੀਡਿੰਗਸ ਨੇ, ਜੋ ਮੈਂ ਰੀਡਿੰਗਸ ਦਾ ਡਾਕੂਮੈਂਟ ਸ਼ੇਅਰ ਕੀਤਾ ਹੈ ਉਸ ਦੇ ਵਿੱਚ ਨੰਬਰ 11 ਦਾ ਜਿਹੜਾ ਉੱਤੇ ਸਫੇ ਦਾ ਨੰਬਰ ਲਿਖਿਆ ਹੋਇਆ। ਸੋ ਕਹਿ ਰਿਹਾ ਹੈ, ਸ਼ਾਹ ਹੁਸੈਨ ਬਾਰੇ ਵੀ ਥੋੜੀ ਜਿਹੀ ਮੈਂ ਪਹਿਲੇ ਵੀ ਗੱਲ ਕੀਤੀ ਸੀ, ਲੇਕਿਨ ਸ਼ਾਹ ਹੁਸੈਨ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇਹਨਾਂ ਦਾ ਵੀ ਤਾਲੁਕ ਉਸੇ ਏਰੀਆ ਤੋਂ ਸੀ, ਲਾਰਜਲੀ ਲਾਹੌਰ ਤੋਂ ਤਾਲੁਕ ਸੀ। ਸਪੈਸੀਫਿਕਲੀ ਇਹਨਾਂ ਦਾ ਜਿਹੜਾ ਮਜ਼ਾਰ ਹੈ ਉਹ ਲਾਹੌਰ ਦੇ ਵਿੱਚ ਸ਼ਾਲਾਮਾਰ ਦੇ ਇਲਾਕੇ ਦੇ ਵਿੱਚ ਹੈ। ਔਰ ਉੱਥੇ ਜੋ ਕਬਰ ਹੈ ਹੁਸੈਨ ਦੀ, ਔਰ ਹੁਸੈਨ ਜਿਹੜਾ ਹੈ ਆਪ ਉਹਦੇ ਵਿੱਚ ਉਸ ਦਾ ਜਿਹੜਾ ਮਾਸ਼ੂਕ ਸੀ ਮਾਧੂ, ਉਹ ਵੀ ਨਾਲ ਹੀ ਦਫਨ ਹੈ। ਸੋ ਇਹ ਕਾਫੀ ਇੱਕ ਇੰਟਰਸਟਿੰਗ ਵੀ ਸ਼ੈ ਹੈ ਕਿ ਇਹ ਆਮ ਨੌਲੇਜ ਹੈ ਕਿ ਇਹ ਦੋ ਮਰਦ ਸਨ, ਇਹ ਦੋ ਆਸ਼ਿਕ ਸਨ, ਇਹਦਾ ਦੀ ਇੱਥੇ ਕਬਰ ਹੈ। ਔਰ ਉੱਥੇ ਬਹੁਤ ਵੱਡਾ ਮੇਲਾ ਵੀ ਹੁੰਦਾ ਹੈ। ਔਰ ਹੁਸੈਨ ਦੀ ਆਪਣੀ ਕਹਾਣੀ, ਹੁਸੈਨ ਬੁੱਲੇ ਸ਼ਾਹ ਤੋਂ ਵੀ ਪੁਰਾਣੇ 200-150 ਸਾਲ ਦਾ ਫਰਕ ਹੈ, 16ਵੀਂ ਸਦੀ ਦੇ ਸ਼ਾਇਰ ਨੇ। ਔਰ 16ਵੀਂ ਸਦੀ ਦੇ ਵਿੱਚ ਅਕਬਰ ਦਾ ਵੇਲਾ ਸੀ ਇੱਥੇ, ਔਰ ਅਕਬਰ ਦਾ ਦਰਬਾਰ ਲਾਹੌਰ ਵਿੱਚ ਹੀ ਹੈ ਸੀ। ਔਰ ਜੋ ਥੋੜੀ ਜਿਹੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਉਹ ਇਹੋ ਹੀ ਮਿਲਦੀ ਹੈ ਕਿ ਅਕਬਰ ਦੇ ਦਰਬਾਰ ਨੂੰ ਕਾਫੀ ਤੰਗ ਕਰਦਾ ਸੀ ਹੁਸੈਨ ਦੀ ਜਿਹੜੀ ਐਕਟੀਵਿਟੀ ਸਨ। ਔਰ ਉਹ ਕੀ ਸਨ? ਸੜਕ ਦੇ ਵਿੱਚ ਗਾਵਣ, ਲਾਲ ਆਪਣਾ ਉਹ ਚੋਗਾ ਪਾ ਕੇ ਤੇ ਫਿਰਦੇ ਸਨ, ਗਾਉਂਦੇ ਸਨ, ਔਰ ਖੁੱਲ੍ਹੇਆਮ ਸਰੇਆਮ ਆਪਣਾ ਜਿਹੜਾ ਇਸ਼ਕ ਸੀ ਮਾਧੂ ਦੇ ਨਾਲ, ਉਹਨੂੰ ਲੁਕਾਉਣ ਦੀ ਕਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ। ਸੋ ਅਗੇਨ ਉਹ ਵੀ ਆਪ ਜੁਲਾਹਾ ਸੀ। ਸੋ ਜੁਲਾਹੇ ਜਿਹੜਾ ਹੈ ਵੀਵਰ ਹੁੰਦੇ ਨੇ, ਸੋ ਜੁਲਾਹੇ ਦੀ ਜਿਹੜੀ ਕਾਸਟ ਹੈ ਉਹ ਕੋਈ ਉੱਚੀ ਜ਼ਾਤ ਨਹੀਂ ਹੈ, ਲੇਕਿਨ ਉਹਦਾ ਲਵਰ ਜਿਹੜਾ ਸੀ, ਆਸ਼ਿਕ ਸੀ, ਉਹ ਬ੍ਰਾਹਮਣ ਮੁੰਡਾ ਸੀ, ਉਹ ਬ੍ਰਾਹਮਣ ਲੜਕਾ ਸੀ। ਸੋ ਅਗੇਨ ਜਿਹੜੀ ਹੁਸੈਨ ਦੀ ਵੀ ਸ਼ਾਇਰੀ ਦੇ ਵਿੱਚ ਕਿਵੇਂ ਜਿਹੜੀ ਡਿਜ਼ਾਇਰ ਹੈ ਉਹ ਕਿਵੇਂ ਉਹ ਬਿਲਕੁਲ ਉਹਨੂੰ ਕੁਇਰ ਕਰ ਰਹੀ ਹੈ, ਕਾਸਟ ਦੇ ਨਾਲ ਵੀ ਖੇਡ ਰਹੀ ਹੈ, ਕਲਾਸ ਦੇ ਨਾਲ ਖੇਡ ਰਹੀ ਹੈ, ਡੋਮੀਨੈਂਟ ਰਿਲੀਜਨ ਨਾਲ ਖੇਡਦੀ ਹੈ ਬਹੁਤ ਜ਼ਿਆਦਾ, ਬਿਲਕੁਲ ਉਸੇ ਤਰ੍ਹਾਂ ਬੁੱਲੇ ਦੀ ਤਰ੍ਹਾਂ। ਸੋ ਇਹ ਜਿਹੜੀ ਇੱਕ ਕਾਫੀ ਮੈਂ ਥੋੜੀ ਜਿਹੀ ਪੜ੍ਹ ਲੈਂਦੀ ਹਾਂ ਨੰਬਰ 11 ਵਾਲੀ।
ਆਸ਼ਿਕ ਹੋਵੇਂ ਤਾਂ ਇਸ਼ਕ ਕਮਾਵੇਂ, ਰਾਹ ਇਸ਼ਕ ਦਾ ਸੂਈ ਦਾ नक्का, धागा होवें ता जावें। सो अगर तुम आशिक हो तो तुम इश्क कमाओगे। आशिक बने बगैर, आशिक हुए बगैर तुम इश्क नहीं कमा सकते। राह इश्क दा सूई दा नक्का। सो सूई का नक्का, सूई की आंख, आई ऑफ द नीडल, जिसके अंदर से धागा गुजरता है। सो राह इश्क दा जेड़ा राह है वो सूई दी उस बारीक सुराख वर्गा है। इन्ना इन्ना ओदे ਲਈ ਸੌੜਾ ਇੰਨਾ ਹੈ, ਯਾਨੀ ਇੰਨਾ टाइट है। धागा होवे ता जाने, तेनू ओदे विचों लंघन दे लई तुम्हें उसमें से गुजरने के लिए धागा बनना पड़ेगा। बाहर पाक अंदर आलूदा, क्या तू शेख कहावें। बाहर से पाक हो, अंदर से आलूदा हो, और तुम अपने आप को शेख कहलाते हो। सो शेख जेड़ा सी वो जाहिर है टाइटल भी है, उस वेले टाइटल सी खास स्पिरिचुअल लीडर दे लई, उच्ची जात दे मुसलमान दे लई भी, और एक लीडर दे लई भी शेख, जिकन वो अरबी उस कल्चर दे विचों ही इत्थे आया। कहे हुसैन जे फारग थीवें ता खास मरातबा पावें। हुसैन कहता है कि अगर कभी थोड़ा सा फारग होके देखो तो खास रुतबा पा सकते हो, खास एक जगह पर पहुंच सकते हो। सो आशिक होवें ता इश्क कमावें। सो इत्थे अगेन तुसी वेखो कि इश्क दी किस तरह दी डिफरेंट इंटरप्रिटेशन है। इश्क नू फारग होवन नाल जोड़िया गया है, और फारग होवन की है काम तो इनकार है। सो रिफ्यूजल टू labor in a system that extracts and exploits. सो अगेन इनू असी उस नाल जोड़ सकने हैं जो दूसरी साड़ी काफी सी, मैं कुसुमड़ा चुन चुन हारी, मैं हार गई हाँ, मैं हुण नहीं करांगी। कहे हुसैन फारिग थी, मैं फारिग होके वेख इस सिस्टम दे विच, और इस खास किस्म दी कम वंड, यानी इस डिविजन ऑफ लेबर जिहड़ी है, इस दे विचों निकल के वेख तैनू की समझ आंदा है। सो इत्थे अगेन पहले मैं थोड़ा जिहा कोट कीता सी, इश्क दी बहुत होर तरह दा तसव्वुर है कि इश्क नू अगेन जिहड़ा वो राह इश्क दा सूई दा नक्का दी गल है कि राह इश्क दा जिहड़ा है वो सूई दे सुराख वर्गा है। ਇਹ ਸਾਨੂੰ ਖਾਸ ਕਿਸਮ ਇੱਕ ਮਜ਼ਹਬ ਦੇ ਉਹਦੇ ਵਿੱਚ ਵੀ ਇਹਦੀ ਰੈਫਰੈਂਸ ਮਿਲਦੀ ਹੈ ਕਿ ਜੀ ਕਿਹਾ ਜਾਂਦਾ ਹੈ ਕਿ ਕਿਆਮਤ ਵਾਲੇ ਦਿਨ ਜਿਹੜਾ ਜਿੰਨੇ ਬੁਰੇ ਅਮਾਲ ਜਿਹਦੇ ਸਨ ਉਹਨੂੰ ਇਸ ਤਰ੍ਹਾਂ ਲੰਘਣਾ ਪਏਗਾ ਜਿਵੇਂ ਸੂਈ ਦੇ ਉਸ ਦੇ ਵਿੱਚੋਂ ਲੰਘਣਾ ਹੁੰਦਾ ਹੈ। ਲੇਕਿਨ ਇੱਥੇ ਉਹਨਾਂ ਨੂੰ ਹੁਸੈਨ ਨੇ ਉਹਨੂੰ ਕਿਸ ਤਰ੍ਹਾਂ ਹੋਰ ਤਰ੍ਹਾਂ ਯੂਜ਼ ਕੀਤਾ ਹੈ। ਸੋ ਬਿਲਕੁਲ ਟਰਾਂਸਫਾਰਮ ਕਰ ਦਿੱਤਾ ਹੈ। ਸੋ ਥੋੜੀ ਜਿਹੀ ਜਿਹੜੀ ਮੈਨੂੰ ਦਿੱਕਤ ਇੱਥੇ ਹੋ ਰਹੀ ਹੈ ਉਹ ਹੈ ਕਿ ਮੈਂ ਜਦੋਂ ਵੀ ਸ਼ਾਇਰੀ ਪੜ੍ਹਨੀ ਆ ਮੈਨੂੰ ਅਕੇਲੇ ਸ਼ਾਇਰੀ ਪੜ੍ਹਨੀ ਪਸੰਦ ਨਹੀਂ ਹੈ, ਅਤੇ ਮੈਂ ਡਿਸਕਸ਼ਨ ਦੇ ਫੋਰਮੈਟ ਦੇ ਵਿੱਚ ਲੋਕਾਂ ਤੋਂ ਸੁਣ ਕੇ ਕਾਫੀ ਪ੍ਰੋਸੈਸ ਉਹਦਾ ਚੱਲਦਾ ਹੈ। ਸੋ ਥੋੜ੍ਹਾ ਜਿਹਾ ਉਹ ਮੈਂ ਮਿਸ ਕਰ ਰਹੀ ਹਾਂ ਇਸ ਔਨਲਾਈਨ ਦੀ ਵਜ੍ਹਾ ਤੋਂ। ਦੂਸਰੀ ਜਿਹੜੀ ਹੈ ਉਹ ਵੀ ਅਸੀਂ ਜਲਦੀ ਨਾਲ ਮੈਂ ਪੜ੍ਹ ਦਿੰਦੀ ਹਾਂ। ਮੇਰੇ ਸਾਹਿਬਾ मैं तेरी हो मुक्की हाँ। सो अगेन है हुसैन कह रहा है अपने लिए फेमिनिन एक वॉइस अडॉप्ट करके, मैं मेरे साहबा मैं तुम्हारी हो चुकी हूँ। सो हुण इहदा मैनू जो इंटरस्टिंग गल लगी वो ऐसी कि एक बारी मैनू किसी ने कहा कि जी ये तो बड़ी एंटी फैमिनिस्ट पोइट्री है, क्योंकि इत्थे ते वो गल कर रहा है कि जी औरत अपनी विल छड्ड देवे, वो तो साहिब दी हो गई है, ते ओदी अपनी ते आइडेंटिटी कोई रही नहीं। ते उस दे उत्ते मेरा रिस्पॉन्स है सी कि तुसी ये भी ते वेखो कि उस चॉइस दा मतलब की है कि असी जदों किसी आइडियोलॉजी दी गल करने आ, ओदे नाल फिडेलिटी दी गल करने आ, ते वो कमिटमेंट होंदी है एक। सो वो कमिटमेंट क्या तुहाडी हस्ती नूं मिटा दिंदी है या वो तुहानूं कोई असल तुहाडी पहचान करांदी है। सो इत्थे जिहड़ी इंपॉर्टेंट गल है वो यह है कि हुसैन दा माधू नूं इश्क करना
ਕਾਸਟ ਦੇ, ਸੈਕਸ਼ੁਅਲਿਟੀ ਦੇ, ਕਲਾਸ ਦੇ, ਜੈਂਡਰ ਦੇ, ਇਹਨਾਂ ਸਾਰੀਆਂ ਜਿਹੜੀਆਂ ਹੱਦਬੰਦੀਆਂ ਨੇ ਉਹਨਾਂ ਨੂੰ ਤੋੜ ਰਿਹਾ ਹੈ। ਸੋ ਅਗਰ ਉਸ ਫਰੇਮਵਰਕ ਵਿੱਚ ਹੀਰ ਔਰ ਰਾਂਝੇ ਦਾ ਇਸ਼ਕ ਹੋ ਰਿਹਾ ਹੈ ਜਿਵੇਂ ਮਾਧੋ ਔਰ ਹੁਸੈਨ ਦਾ ਹੋ ਰਿਹਾ ਹੈ, ਤੇ ਉਹ ਕੀ ਹੈ ਫਿਰ? ਉਹ ਕੋਈ, ਮੇਰੇ ਖਿਆਲ ਵਿੱਚ ਤੇ ਉਸ ਤੋਂ ਜ਼ਿਆਦਾ ਕੋਈ ਫੈਮਿਨਿਸਟ ਨਹੀਂ ਹੋ ਸਕਦੀ ਸ਼ਾਇਦ। मनो ना विसारी तू मैनू मेरे साहबा, मुझे अपने दिल से मत भुलाना मेरे साहबा, हर गलों में चुकी हाँ, औगन हारी नू गुण नहीं, मैं गुनहगार हूँ, मेरा कोई गुण नहीं है। सो अगैन ਜਿਹੜੀ ਇੱਕ ਮਜ਼ਹਬੀ ਔਰ ਆਮ ਡੋਮੀਨੈਂਟ ਜਿਹੜੀ ਮੋਰੈਲਿਟੀ ਹੈ ਉਸ ਨੂੰ ਕਿਵੇਂ ਫਲਿਪ ਕਰ ਰਹੇ ਨੇ ਆਪਣੇ ਆਪ ਨੂੰ ਗੁਨਾਹਗਾਰ ਕਹਿ ਕੇ। ਬਖਸ਼ ਕਰੇ ਤਾਂ ਮੈਂ ਛੁੱਟੀਆਂ, ਤੂੰ ਬਖਸ਼ੇਗਾ, ਤੇਰੀ ਬਖਸ਼ਿਸ਼ ਤੋਂ ਮੈਂ ਛੁੱਟਾਂਗੀ। ਜਿਉਂ ਭਾਵੇ ਤਿਉਂ ਰਾਖ ਪਿਆਰਿਆ, ਦਾਮਨ ਤੇਰੇ ਮੈਂ ਲੁਕੀਆਂ, ਜੇ ਤੂੰ ਨਜ਼ਰ ਮਹਿਰ ਦੀ ਭਾਲੇ, ਚੜ ਚੁਬਾਰੇ ਮੈਂ ਸੁੱਤੀਆਂ। ਕਹੇ ਹੁਸੈਨ ਫਕੀਰ ਸਾਈਂ ਦਾ, ਦਰ ਤੇਰੇ ਦੀ ਕੁੱਤੀਆਂ। ਸੋ ਅਗੈਨ ਉਹ ਜਿਹੜੀ ਇੱਥੇ ਮੈਨੂੰ ਲੱਗ ਰਿਹਾ ਸੀ ਜੋ ਇੰਟਰਸਟਿੰਗ ਹੈ ਕਿ ਐਜ਼ ਅ ਮੇਲ ਇਹ ਲਿਖਣਾ ਕਿਵੇਂ ਉਹ ਮੈਸਕੂਲਿਨਿਟੀ ਦੀ ਕੀ ਡੀਕਨਸਟਰਕਸ਼ਨ ਇੱਥੇ ਚੱਲ ਰਹੀ ਹੈ। ਸੋ ਥੋੜਾ ਜਿਹਾ ਅਗਰ ਮੈਂ ਇਹਨੂੰ ਵਾਈਂਡ ਅਪ ਕਰਨ ਤੇ ਆਵਾਂ ਤੇ ਜ਼ਾਹਿਰ ਹੈ ਅਸੀਂ ਕੋਈ ਬਹੁਤ ਲੰਮੀ ਗੱਲ ਨਹੀਂ ਕਰ ਸਕੇ, ਲੇਕਿਨ ਥੋੜਾ ਜਿਹਾ ਇਸ ਦੀ ਖਾਸ ਪੋਇਟਿਕਸ ਬਾਰੇ ਗੱਲ ਕਰੀਏ ਤੇ ਆਮ ਜ਼ਬਾਨ, एवरीडे ऑर्डिनरी सेटिंग, और तीजी ਜਿਹੜੀ ਗੱਲ ਹੈ ਰਿਵਰਸਲ, ਇੱਕ ਆਮ ਐਕਸੈਪਟਡ ਸ਼ੈ ਨੂੰ, ਯਾਨੀ ਜਿਕਣ ਗੁਨਹਗਾਰ ਹੋਵਣ ਨੂੰ ਜਾਂ ਮੈਸਕੂਲਿਨ ਹੋਵਣ ਨੂੰ ਕਿਵੇਂ ਰਿਵਰਸ ਉਲਟਾ ਦਿੰਦੇ ਨੇ, ਬਿਲਕੁਲ ਫਲਿਪ ਕਰ ਦਿੰਦੇ ਨੇ। ਸੋ ਜਿਵੇਂ ਇਹ ਤੇ ਉਹਨਾਂ ਨੇ, ਰਣਜੀਤ ਗੁਹਾ ਨੇ ਵੀ ਗੱਲ ਕੀਤੀ ਹੈ ਕਿ ਕੀ ਜਿਹੜਾ ਇੱਕ ਪੈਜ਼ੈਂਟ ਇਮੈਜੀਨੇਸ਼ਨ ਦੇ ਵਿੱਚ ਜਦੋਂ ਨਾਬਰੀ ਹੁੰਦੀ ਹੈ, ਜਦੋਂ ਰਿਬੈਲੀਅਨ ਹੁੰਦਾ ਹੈ, ਤੇ ਉਹਦੇ ਵਿੱਚ ਉਹ ਰਿਵਰਸਲ ਕਿੰਨਾ ਜ਼ਰੂਰੀ ਹੈ। ਸੋ ਉਹ ਇਸ ਸ਼ਾਇਰੀ 'ਚ ਸਾਨੂੰ ਬਾਰ-ਬਾਰ ਨਜ਼ਰ ਆਉਂਦਾ ਹੈ। ਬੁੱਲੇ ਸ਼ਾਹ ਨੇ ਵੀ ਲਿਖਿਆ ਉਲਟੇ ਜ਼ਮਾਨੇ ਆਏ, ਉਲਟੇ ਜ਼ਮਾਨੇ ਨੂੰ ਚੰਗਾ ਕਹਿ ਰਹੇ ਨੇ। ਔਰ ਸੋ ਇਹ ਆਇਰਨੀ, ਰਿਵਰਸਲ, ਇਸ ਦਾ ਬਹੁਤ ਰੋਲ ਹੈ। ਔਰ ਚੌਥੀ ਜਿਹੜੀ ਮੈਂ ਥੋੜੀ ਜਿਹੀ ਗੱਲ ਕੀਤੀ ਸੀ ਕਿ ਇੱਕ ਯੂਨੀਵਰਸਲਿਸਟ ਟੈਰੇਨ ਦੀ ਗੱਲ ਕਰਦੇ ਨੇ ਜਿਹਦੇ ਵਿੱਚ ਕਾਸਟ ਦੀ, ਜੈਂਡਰ ਦੀ, ਕਲਾਸ ਦੀ ਕ੍ਰਿਟਿਕ ਨਾਲੋਂ ਨਾਲ ਬਿਲਕੁਲ ਨਾਲ ਹੁੰਦੀ ਹੈ, ਉਹਨੂੰ ਅਸੀਂ ਸੈਪਰੇਟ ਐਨਾਲਿਟਿਕਲੀ ਨਹੀਂ ਕਰ ਸਕਦੇ। ਸੋ ਆਈ ਥਿੰਕ ਮੈਂ ਹੁਣ ਇੱਥੇ ਥੋੜੀ ਜਿਹੀ ਆਪਣੀ ਗੱਲ ਕੰਕਲੂਡ ਕਰਾਂਗੀ ਤੇ ਜੋ ਮੈਂ ਪਲਾਨ ਥੋੜਾ ਜਿਹਾ ਕੀਤਾ ਹੋਇਆ ਸੀ, ਹੋਪਫੁਲੀ ਅਗਰ ਬਹੁਤ ਚੰਗਾ ਹੋਏਗਾ ਅਗਰ ਲੋਕੀ ਆਪਣੇ ਕੁਝ ਵਿਚਾਰ, ਆਪਣੇ ਆਈਡੀਆਜ਼ ਕੁਝ ਸ਼ੇਅਰ ਕਰਦੇ ਨੇ ਇੱਥੇ ਔਰ ਉਹਦੇ ਤੇ ਅਸੀਂ ਡਿਸਕਸ਼ਨ ਕਰ ਸਕਦੇ ਹਾਂ। ਤੇ ਮੈਂ ਉਨੀ ਦੇਰ ਜਿਹੜੀ ਅਸੀਂ ਪਹਿਲੇ ਕਾਫੀ ਪੜ੍ਹੀ ਹੈ, ਮੈਂ ਕੁਸੁਮੜਾ ਚੁਣ ਚੁਣ ਹਾਰੀ, ਉਹ ਮੈਂ ਤੁਹਾਡੇ ਲਈ ਪਰਫਾਰਮ ਕਰਾਂਗੀ। मैं कसुम्बड़ा चुण चुण हारी मैं कसुम्बड़ा चुण
कसुंबड़ा चुण चुण हारी नी। मैं कसुंबड़ा चुण चुण हारी नी। चुग चुग के मैं ढेरी गीता लथे आण वपारी। चुग चुग के मैं ढेरी गीता लथे आण वपारी। मैं कसुंबड़ा चुण चुण हारी नी। एस कसुंबे दा हाकिम कड़ड़ा जालिम है पटवारी। एस कसुंबे दा हाकिम कड़ड़ा जालिम है पटवारी। मैं कसुंबड़ा चुण चुण हारी नी। एस कसुंबे दे चार मुकदम हलवा मंग दे भारी। एस कसुंबे दे चार मुकदम मलबा मंग दे भारी। मैं कसुंबड़ा चुण चुण हारी नी। और न चुके आप होया होया। और न चुके आप होया होया। मैं भर लई पटारी। औखी घाटी मुश्किल पैदा सिर पर गठड़ी भारी। मैं कसुंबड़ा चुण चुण हारी नी। मैं कसुंबड़ा चुण चुण हारी नी। हारी नी हारी नी। सो आई थिंक मैं हुण थोड़े जे कॉमेंट्स वेख लैनी आ कोई रिस्पॉन्स करनी होए। जी सो सॉरी ਇਹਨੂੰ ਦੇਖਣਾ ਮੁਸ਼ਕਿਲ ਹੋ ਰਿਹਾ। अच्छा फातिमा दा मैसेज है रू व्हाट इज हैपनिंग सॉरी हाँ जी रू soul is not the same as religion in relation to your comment about Sufi poetry. Saying it is like to trying to confine the vastness of the ocean into a rigid metal cup. जी बिल्कुल मैं ਤੁਹਾਡੇ ਨਾਲ agree ਕਰਨੀ ਆ। The only thing I will say is ਕਿ ਜਿੰਨਾ ਕੋ ਮੈਂ ਬੁੱਲੇ ਸ਼ਾਹ ਨੂੰ ਪੜ੍ਹਿਆ ਹੈ ਔਰ ਜਿੰਨਾ ਕੋ ਮੈਂ ਹੁਸੈਨ ਨੂੰ ਵੀ ਪੜ੍ਹਿਆ ਹੈ ਐਕਚੁਅਲੀ ਰੂ ਦਾ ਮੈਂਸ਼ਨ ਮੈਨੂੰ ਕਿੱਥੇ ਲੱਭਿਆ ਨਹੀਂ ਔਰ ਰੂ ਦੀ ਤੇ ਮੈਂਸ਼ਨ ਹੀ ਬਹੁਤ ਘੱਟ ਕਰਦੇ ਨੇ ਤੇ ਅਸੀਂ ਰੂ ਦਾ ਕਿਉਂ ਸੋਚਨੇ ਆ ਫਿਰ ਜਿਕਣ ਇਸ ਕਾਫੀ ਦੇ ਵਿੱਚ ਕੁਸੁੰਬੜੇ ਦੀ ਗੱਲ ਹੋ ਰਹੀ ਹੈ ਤੇ ਲੇਬਰ ਦੀ ਇੰਨੀ ਮਟੀਰੀਅਲ ਰਿਐਲਿਟੀ ਦੀ ਗੱਲ ਹੈ ਸੋ ਉਹ ਤੇ ਹੋਰ ਡਿਸਕਸ਼ਨ ਹੈ ਮਾਈ ਪੁਆਇੰਟ ਇਜ਼ ਜਸਟ ਕਿ ਜਦੋਂ ਉਸ ਸ਼ਾਇਰੀ ਦੀ ਇਮੇਜਰੀ ਇੰਨੀ ਮਟੀਰੀਅਲਿਸਟ ਹੈ ਇੰਨੀ
ਆਮ ਜ਼ਿੰਦਗੀ ਦੇ ਨਾਲ ਜੁੜੀ ਹੋਈ ਹੈ ਤੇ ਫੌਰਨ ਅਸੀਂ ਉਹਨੂੰ ਕਿਉਂ ਐਬਸਟ੍ਰੈਕਸ਼ਨ ਤੇ ਲੈ ਜਾਂਦੇ ਹਾਂ। ਦੂਸਰੀ ਜਿਹੜੀ ਥੋੜਾ ਜਿਹਾ ਮੈਂ ਰਿਸਪੌਂਡ ਹੈ ਕਰਾਂਗੀ ਕਿ ਤੁਸੀਂ ਜੋ ਗੱਲ ਕੀਤੀ ਹੈ ਕਿ ਰੂਹ ਦਾ ਸਿਰਫ ਰਿਲੀਜਨ ਨਾਲ ਤਾਲੁਕ ਨਹੀਂ ਹੈ, ਉਹ ਬਿਲਕੁਲ ਠੀਕ ਗੱਲ ਹੈ। ਲੇਕਿਨ ਜੋ ਇਹ ਸ਼ਾਇਰੀ ਹੈ ਇਹਦਾ ਇੱਕ ਹੋਰ ਤਰ੍ਹਾਂ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਅਗਰ ਖਾਸ ਤੌਰ ਤੇ ਅਸੀਂ ਵੇਖੀਏ ਕੁੱਕ ਸਟੂਡੀਓ ਦੇ ਵਿੱਚ ਜਾਂ ਈਵਨ ਜਨੂਨ ਬੈਂਡ ਜਿਹੜਾ ਸੀ, ਰੌਕਨ ਕੀ ਸੂਫੀ ਰੌਕ ਜਿਹੜਾ ਸੀ ਉਹਦੇ ਵਿੱਚ ਵੀ, ਔਰ ਖਾਸ ਤੌਰ ਤੇ ਇਹਨੂੰ ਅਸੀਂ ਇੱਕ ਜਿਹੜਾ ਮੁਸ਼ਰਫ ਦਾ ਦੌਰ ਸੀ ਉਹਦੇ ਵਿੱਚ ਇੱਕ ਇਨਲਾਈਟਨਡ ਮੋਡਰੇਸ਼ਨ ਦੀ ਕੁਝ ਕੋਸ਼ਿਸ਼ ਕੀਤੀ ਸਟੇਟ ਦੇ ਵੱਲੋਂ। ਤੇ ਇਹ ਵੀ ਬਹੁਤ ਜ਼ਰੂਰੀ ਹੈ ਕਿ ਇੱਕ ਰੂਹ ਦਾ ਜਿਹੜਾ ਔਰ ਇੱਕ ਮਿਸਟੀਕਲ ਇਹਦਾ ਸਾਰਾ ਐਮਫੈਸਿਸ ਹੈ ਜਿਹਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਡੋਮੀਨੈਂਟ ਔਰ ਅਕਸਰ ਸਟੇਟ ਇੰਡੋਰਸਡ ਇੱਕ ਲਿਬਰਲ ਆਈਡੀਓਲੋਜੀ ਜਿਹੜੀ ਹੈ ਉਹਦੇ ਰਾਹੀਂ ਇਹਨੂੰ ਪੜ੍ਹਿਆ ਜਾਂਦਾ ਹੈ, ਜਿਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜੀ ਇੱਥੇ ਜੀ ਪੀਸ ਦੀ ਗੱਲ ਕਰ ਰਹੇ ਸਨ, ਇਹ ਟੋਲਰੈਂਸ ਦੀ ਗੱਲ ਕਰ ਰਹੇ ਸਨ। ਔਰ ਟੋਲਰੈਂਸ ਇਟਸੈਲਫ ਇੱਕ ਬੜੀ ਲੋਡਡ ਜਿਹੀ ਟਰਮ ਹੈ, ਔਰ ਇਹਦੇ ਵਿੱਚ ਮੈਨੂੰ ਤੇ ਪ੍ਰੋਬਲਮਸ ਵੀ ਹੁੰਦੇ ਨੇ ਕਿਉਂਕਿ ਮੇਰੇ ਖਿਆਲ ਵਿੱਚ ਬੁੱਲੇ ਸ਼ਾਹ ਜਿਹੜੇ ਨੇ ਉਹ ਟੋਲਰੇਟ ਕਰਨ ਦੀ ਗੱਲ ਨਹੀਂ ਕਰ ਰਹੇ ਸਨ, ਉਹ ਤੇ ਤਬਾਹ ਕਰਨ ਦੀ ਗੱਲ ਕਰ ਰਹੇ ਸਨ ਜੋ ਐਗਜ਼ਿਸਟਿੰਗ ਸਿਸਟਮ ਹੈ। ਸੋ ਜੋ ਬੰਦਾ ਕਹਿ ਰਿਹਾ ਹੈ ਫੂਕ ਮੁਸੱਲਾ ਫਣ ਦੇ ਲੋਟਾ ਨਾ ਫੜ ਤਸਬੀ ਕਾਸਾ ਸੋਟਾ ਆਸ਼ਿਕ ਕਹਿੰਦੇ ਦੇ ਦੇ ਹੌਕਾ ਤਰਕ ਹਲਾਲਾਂ ਖਾ ਮੁਰਦਾਰ। ਸੋ ਹੀ ਸੇਇੰਗ ਕਿ ਮੁਸੱਲਾ ਜਿਹੜਾ ਹੈ ਉਹਨੂੰ ਜਲਾ ਦੇ, ਫੂਕ ਕੇ ਜਲਾ ਦੋ, और तस्बी भी ना पकड़ो, लोटा विच वॉज मतलब वजू के लिए इस्तेमाल करने के लिए ਉਹਨੂੰ ਵੀ ਤੋੜ ਦਿਓ, ਔਰ ਆਸ਼ਿਕ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਹਲਾਲ ਤਰਕ ਹਲਾਲਾਂ ਹਲਾਲ ਨੂੰ ਛੋੜ ਕੇ ਮੁਰਦਾਰ ਖਾਓ। ਸੋ ਇੰਨੀ ਵਾਇਲੈਂਟ ਰਿਜੈਕਸ਼ਨ ਜਿੱਥੇ ਹੈ ਉੱਥੇ ਥੋੜਾ ਜਿਹਾ ਕਦੀ ਕਦਾਈ ਅਸੀਂ ਇੱਕ ਉਹਦੀ ਜਿਹੜੀ ਲਿਬਰਲ ਰੀਡਿੰਗ ਹੈ ਉਸ ਦੇ ਵਿੱਚ ਪੈ ਜਾਂਦੇ ਹਾਂ। ਸੋ ਥੋੜਾ ਜਿਹਾ ਇਸ ਲਈ ਰੂਹ ਬਾਰੇ ਜਿਹੜੀ ਇੱਕ ਰੂਹ ਦੇ ਵਿੱਚ ਇੱਕ ਥੋੜੀ ਜਿਹੀ ਇੱਕ ਐਬਸਟ੍ਰੈਕਸ਼ਨ ਆ ਜਾਂਦੀ ਹੈ ਮਟੀਰੀਅਲ ਰਿਐਲਿਟੀ ਤੋਂ, ਉਸ ਤੋਂ ਬਸ ਕੇਅਰਫੁਲ ਹੋਣ ਦੀ ਗੱਲ ਹੈ। ਸੋ ਹਾਂਜੀ, ਮੁਹੰਮਦ ਕੁਝ ਕਮੈਂਟਸ ਜਿਹੜੇ ਉੱਤੇ ਸਾਨੂੰ ਹੁਣ ਗਾਇਬ ਹੋ ਗਏ ਨੇ, ਫਿਲੀਪ ਦਾ ਜਿਵੇਂ ਉਹ ਮੈਨੂੰ ਨਹੀਂ ਨਜ਼ਰ ਆ ਰਿਹਾ ਹੁਣ। ਸੋ ਸੋਸ਼ਲਿਸਟ ਟਰਮੀਨੋਲੋਜੀ ਸ਼ੁੱਡ ਬੀ ਟਰਾਂਸਲੇਟਡ ਔਰ ਕਨਵਰਟਡ ਇਨਟੂ ਲੋਕਲ ਲੈਂਗੁਏजेस, ਪੰਜਾਬੀ, ਸਿੰਧੀ, ਬਲੋਚੀ, ਪਸ਼ਤੋ। ਹਾਂਜੀ ਬਿਲਕੁਲ ਕਰਨੀ ਚਾਹੀਦੀ ਹੈ, ਲੇਕਿਨ ਮੈਂ ਜੋ ਗੱਲ ਕਰ ਰਹੀ ਸੀ ਉਹ ਐਸੀ ਕਿ ਇਹ ਟਰਮੀਨੋਲੋਜੀ ਸਾਡੇ ਕੋਲ ਮੌਜੂਦ ਵੀ ਹੈ। ਸੋ ਕੁਸੁੰਬੜਾ ਜਿਹੜਾ ਹੈ ਉਹ ਕਿਸ ਸ਼ੈ ਦੀ ਸਿੰਬਲ ਹੈ? ਮੇਰੇ ਖਿਆਲ ਹੈ ਉਹ ਏਲੀਏਨੇਟਡ ਲੇਬਰ, ਵਸਤ, ਕਮੋਡਿਟੀ। ਸੋ ਸਾਡੇ ਕੋਲ ਸਾਰੀ ਅਸਲ ਵਿੱਚ ਤੇ ਇਹ ਜਿਹੜਾ ਪ੍ਰੋਜੈਕਟ ਹੈ ਜਾਂ ਇਹ ਜਿਹੜਾ ਕੰਮ ਹੈ ਇਹਨਾਂ ਟੈਕਸਟ ਨੂੰ ਪੜ੍ਹਨ ਦਾ, ਉਹ ਇੱਕ ਪੋਲੀਟੀਕਲ ਵੋਕੈਬੂਲਰੀ, ਨਵੀਂ ਪੋਲੀਟੀਕਲ ਵੋਕੈਬੂਲਰੀ ਬਣਾਉਣ ਨਾਲ ਵੀ ਤਾਲੁਕ ਰੱਖਦਾ ਹੈ। ਸੋ ਉਹ ਵੀ ਬਹੁਤ ਜ਼ਰੂਰੀ ਹੈ। ਮਾਈਕੀ ਖਾਨ ਨੇ ਪੁੱਛਿਆ ਹੈ ਕਿ ਕਾਮਰੇਡ ਤੁਸੀਂ ਹੁਣ ਹੀ ਪੰਜਾਬੀ ਸਿੱਖੀ ਹੈ? ਨਹੀਂ, ਲੇਕਿਨ ਬਚਪਨ ਵਿੱਚ ਨਹੀਂ ਬੋਲੀ, ਸਿੱਖੀ ਜ਼ਰੂਰ ਹੈ ਇੱਕ ਆਪਣਾ ਸਿਆਸੀ ਜ਼ਰੂਰਤ ਸਮਝ ਕੇ। ਸੋ ਹਾਂ ਹੁਣ ਕੁਝ ਸਾਲ ਹੋ ਗਏ ਨੇ, ਲੇਕਿਨ ਬਚਪਨ ਤੋਂ ਨਹੀਂ ਬੋਲੀ, ਅਗਰ ਇਹ ਤੁਹਾਡਾ ਸਵਾਲ ਸੀ। ठीक है, मैं बस जल्दी नाल देख रही हूँ कि कोई क्वेश्चंस तो नहीं ने। हाँ, जीनिया दा कमेंट मैनू काफ़ी इंपॉर्टेंट लग रहा है, सो मैं पढ़ देनी है। Elite historiography, in its pretense of sophistication and appropriateness, completely excludes indigenous experiences of their surroundings and their relationships. Do you feel, oh, it's a question. Do you feel as a researcher that an over-reliance on elite statist archives has led to a distortion of history? Do you believe that emotional responses to history like poems,
songs and folklore should not be looked down upon in research and history recording as non-factual forms of history recording, especially to excavate indigenous voices. हाँ, so again है थोड़ा जो academic सवाल है. यस, ਇਹ ਬਹੁਤ ਵੱਡੀ ਪ੍ਰੋਬਲਮ ਹੈ elite sources ਦੀ. ਸਿੰਪਲੀ ਹੈ ਤੇ ਡਿਸਟੋਰਸ਼ਨ ਤੁਸੀਂ ਛੋੜੋ, ਸਾਇਲੈਂਸਿੰਗ ਔਰ ਇਨਵਿਜ਼ਿਬਲਾਈजेशन इज द मेन प्रॉब्लम, राइट? सो इनविजिबलाइज ही जहाँ कर दिया गया है, आई स्पीक इन उर्दू बिकॉज आई नो यू डेफिनेटली माइट नॉट स्पीक पंजाबी, तो वो तो बिल्कुल है ही नहीं वहाँ पर ना. लाइक इट्स अ डिफरेंट थिंग के ਸਾਇਲੈਂਸਿੰਗ ਹੋ ਲਾਈਕ ਡਿਸਟੋਰਸ਼ਨ ਹੋ ਰਹੀ ਹੈ ਕਿ ਨਹੀਂ. ਤੇ ਇਹਦੇ ਵਿੱਚ ਇੰਟਰਸਟਿੰਗ ਗੱਲ ਇਹ ਹੈ ਕਿ ਤੁਸੀਂ ਅਗਰ ਬਾਈ ਦ ਵੇ ਰਣਜੀਤ ਗੁਹਾ, ਦ ਪਾਇਨੀਅਰ ਆਫ ਦ ਸਬੋਲਟਨ ਸਕੂਲ, ਜਿਨ੍ਹਾਂ ਨੇ ਬਹੁਤ ਇੱਕ ਪੂਰੀ ਇੰਨੀ ਇੰਪੋਰਟੈਂਟ ਉਹਨਾਂ ਦੀ ਮੂਵ ਸੀ ਕਿ ਆਮ ਬੰਦੇ ਦੀ ਜਾਂ ਜਿਹੜਾ ਸਾਇਲੈਂਸਡ ਹੈ ਸਬੋਲਟਨ ਹੈ ਉਹਦੀ ਅਸੀਂ ਹਿਸਟਰੀ ਦੱਸਾਂਗੇ. ਉਹਨਾਂ ਨੇ ਆਪਣੇ ਜਿਹੜੀ ਸਭ ਤੋਂ ਇੱਕ ਸੈਮੀਨਲ ਕਿਤਾਬ ਹੈ ਐਲੀਮੈਂਟਰੀ ਐਸਪੈਕਟਸ ਆਫ ਪੈਜ਼ੈਂਟ ਇੰਸਰਜੈਂਸੀ, ਉਹਦੇ ਵਿੱਚ ਉਹਨਾਂ ਨੇ ਬਿਲਕੁਲ ਸ਼ੁਰੂ ਵਿੱਚ ਕਹਿ ਦਿੱਤਾ ਹੈ ਕਿ ਹਾਂ ਅਸੀਂ ਲਿਖਣੀ ਹੈ ਸਬੋਲਟਨ ਦੀ ਹਿਸਟਰੀ, ਲੇਕਿਨ ਸੋਰਸ ਤੇ ਕਲੋਨੀਅਲ ਆਰਕਾਈਵ ਹੀ ਹੋ ਸਕਦੀ ਹੈ, ਕਿਉਂਕਿ ਜਿਹੜੀ ਫੋਕਲੋਰ ਹੈ ਉਹ ਤੇ ਬਿਲਕੁਲ ਰਿਲਾਇਬਲ ਨਹੀਂ ਹੈ, ਉਹਦੇ ਵਿੱਚ ਪੂਰੀ ਗੱਲ ਨਹੀਂ ਹੁੰਦੀ. ਔਰ ਸਭ ਤੋਂ ਜਿਹੜੀ ਸਟ੍ਰੇਂਜ ਉਹਨਾਂ ਨੇ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਫੋਕਲੋਰ ਤੇ ਅਸੀਂ ਰਿਲਾਈ ਨਹੀਂ ਕਰ ਸਕਦੇ, ਕਿਉਂਕਿ ਜੋ ਸਿੰਗਰ ਸਨ, ਜੋ ਬਾਰਡ ਸਨ, ਜਾਂ ਜਿਵੇਂ ਜਿਨ੍ਹਾਂ ਨੂੰ ਸਾਡੀ ਜਿਹੜੀ ਵਸੋਂ ਹੈ ਉਸ ਦੀ ਵਿੱਚ ਮਿਰਾਸੀ ਕਾਸਟ ਦੇ ਜਿਹੜੇ ਲੋਕ ਸਨ, ਉਹ ਤੇ ਆਪ ਜਿਹੜੇ ਨੇ ਉਹ ਲੈਂਡਲੋਰਡ ਤੇ ਡਿਪੈਂਡੈਂਟ ਸਨ ਪੈਟਰਨੇਜ ਲਈ. ਸੋ ਉਹਨਾਂ ਦੀ ਬੜੀ ਬਾਇਸਡ ਹੁੰਦੀ ਹੈ ਫੋਕਲੋਰ, ਤੇ ਉਹ ਤੇ ਸਾਡੇ ਕਿਸੇ ਕੰਮ ਦੀ ਨਹੀਂ. ਐਂਡ ਮਤਲਬ ਮੈਂ ਬਹੁਤ ਪੜ੍ਹ ਕੇ ਹੈਰਾਨ ਹੋਈ ਸੀ ਕਿ ਕਿਸ ਤਰ੍ਹਾਂ ਦੀ. ਸੋ ਈਵਨ ਜੋ ਕੋਸ਼ਿਸ਼ ਹਿਸਟੋਰੀਅਨਸ ਕਰ ਰਹੇ ਹੁੰਦੇ ਨੇ, ਇਹ ਤੇ ਆਰਕਾਈਵ ਦਾ ਮਸਲਾ ਹੈ. ਆਰਕਾਈਵ फाउंडेशन ਦੀ ਇੱਕ elite source ਹੈ, ਔਰ ਫੈਕਚੁਅਲ ਨॉन ਫੈਕਚੁਅਲ ਦਾ ਜਿਹੜਾ ਹੈ ਉਹ ਤੇ ਵੈਸੇ ਹੀ ਮੈਨੂੰ ਬਹੁਤ ਹੀ ਓਪਰੈਸਿਵ ਲੱਗਦਾ ਹੈ ਕਿ ਨॉन ਫੈਕਚੁਅਲ ਨੂੰ ਸਿਰਫ ਜਿਕਨ ਇੰਨਾ ਜ਼ਿਆਦਾ ਬੁੱਲੇ ਦਾ ਕਲਾਮ ਹੈ ਜੋ ਲੂਜ਼ ਹੋ ਜਾਏਗਾ ਅਗਰ ਅਸੀਂ ਫੈਕਚੁਅਲ ਕੁਐਸਚਨ ਤੇ ਆ ਜਾਈਏ. तो what is more important is also not कि ਅਸੀਂ excavate करना है जाके ਉਹ ਕਿੱਥੇ ਦੱਬੀਆਂ ਹੋਈਆਂ ਨੇ. No, they're not like buried somewhere. This is something people live and speak, and this is there every day, even now, for people who speak this language and are immersed in that culture. So कोई ऐसा ਅਸੀਂ जाके excavate नहीं करना. Actually it's they're doing it. They already have a connection with it. So it's more important, I think, कि ਇਹ ਵੇਖਣਾ ਕਿ ਕਿਵੇਂ ਇਹ ਫਾਰਮਸ ਸਰਕੂਲੇਟ ਔਰ ਇਹ ਆਈਡੀਆਜ਼ ਔਰ ਇਹ ਪੋਇਟਿਕਸ ਸਰਕੂਲੇਟ ਕਿਵੇਂ ਕਰ ਰਿਹਾ ਹੁੰਦਾ ਹੈ ਹਾਲੇ ਵੀ, ਔਰ ਇਸ ਦੀ ਸਰਕੂਲੇਸ਼ਨ ਜਿਹੜੀ ਹੈ ਉਹਦੇ ਵਿੱਚ ਕੰਟੈਸਟ ਕਰਨ ਦੇ, ਰਿਬੈਲ ਕਰਨ ਦੇ, ਚੈਲੰਜ ਕਰਨ ਦੇ ਔਰ ਇੰਡੀਜਨਸ ਕ੍ਰਿਟੀਕ ਦੇ ਕੀ ਟੂਲਸ ਨੇ, ਫੈਕਚੁਅਲ ਔਰ ਨॉन ਫੈਕਚੁਅਲ. ਐਜ਼ ਲੌਂਗ ਐਜ਼ ਇਟਸ ਇਨ ਸਰਕੂਲੇਸ਼ਨ ਇਟਸ ਫੈਕਚੁਅਲ. ਇਸ ਤਰ੍ਹਾਂ ठीक है. जसदीप ने तो सानू बस गुरमुखी विच टेक्स्ट दिता है. प्लीज शेयर द लिरिक्स यू आर रीडिंग आउट. ओ शेयर पेज से शेयर्ड ने. आलिया अली ने कमेंट किया है, एक कनैक्शन बनाया है पाश दी नज़म दे नाल. पाश जिन्हां नूं नहीं पता, वो पंजाबी ईस्ट पंजाब दे दूजे बॉर्डर पार दूसरे पंजाब तो एक इनकलाबी शायर सन, जिन्हां नूं लेट 80s दे विच खालिस्तानियां ने मार दिता सी, कत्ल कर दिता सी. और उन्हां दी मशहूर नज़म है सब तो खतरनाक, ਜਿਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ. ਸੋ ਇਹ ਵੀ ਇਹਦੇ ਤੇ ਵੀ ਕਦੀ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇਹ ਅਸੀਂ ਯਾਦ ਰੱਖੀਏ ਕਿ ਇਹ ਸ਼ਾਇਰੀ ਔਰ ਇਹ ਪੋਇਟਿਕਸ ਡਿਸਟਰੋਏ ਹੋ ਕੇ ਖਤਮ ਨਹੀਂ ਹੋ ਗਈ. ਇਹ ਕੋਈ ਕਿਧਰੇ ਪਾਸਟ ਵਿੱਚ ਨਹੀਂ ਪਈ. ਐਕਚੁਅਲੀ ਜਿਹੜੇ ਪੰਜਾਬੀ ਦੇ ਸ਼ਾਇਰ ਹਨ ਔਰ ਹੈ ਸਨ, ਔਰ ਉਸਤਾਦ ਦਾਮਨ ਵੀ ਉਹਦੇ ਵਿੱਚ ਸ਼ਾਮਿਲ ਨੇ,
ਉਹਦੇ ਵਿੱਚ ਮੈਂ ਫੈਜ਼ ਦੀ ਵੀ ਪੰਜਾਬੀ ਸ਼ਾਇਰੀ ਸ਼ਾਮਿਲ ਕਰਾਂਗੀ, ਹਬੀਬ ਜਾਲਬ ਨੇ ਕੁਝ ਜਿਹੜੀ ਪੰਜਾਬੀ ਸ਼ਾਇਰੀ ਲਿਖੀ ਹੈ, ਤੇ ਤੁਸੀਂ ਵੇਖੋਗੇ ਕਿ ਉਸ ਜ਼ਬਾਨ ਦੇ ਇਸਤੇਮਾਲ ਕਰਨ ਦੇ ਸਟਰਕਚਰ ਵਿੱਚ ਕਿਵੇਂ ਇਹ ਸਾਰੀ ਜਿਹੜੀ ਬੁੱਲੇ ਸ਼ਾਹ ਵਾਲੀ ਟੋਨ ਔਰ ਬੁੱਲੇ ਸ਼ਾਹ ਵਾਲਾ ਸਾਰਾ ਲਿਟਰੇਰੀ ਮੈਥਡ ਉੱਥੇ ਵੀ ਸਾਨੂੰ ਲੱਭਦਾ ਹੈ। ਸੋ ਸਾਨੂੰ ਦਾਮਨ ਵਿੱਚ ਫॉर ਐਗਜ਼ਾਮਪਲ ਸਭ ਤੋਂ ਜ਼ਿਆਦਾ ਫੋਰਸਫੁਲੀ ਉਸਤਾਦ ਦਾਮਨ ਦੇ ਵਿੱਚ ਨਜ਼ਰ ਆਉਂਦਾ ਹੈ। ਮੇਰੇ ਖਿਆਲ ਹੈ ਫੈਜ਼ ਦੀ ਜਿਹੜੀ ਰੱਬਾ ਸੱਚਿਆ ਤੂੰ ਤੇ ਆਖਿਆ ਉਹਦੇ ਵਿੱਚ ਵੀ ਉਹ ਅੰਗ ਹੈ। ਸੋ ਇਹ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਇਹਦੀ ਲਿਵਿੰਗ ਫਾਰਮਸ ਨੂੰ ਵੀ ਵੇਖੀਏ ਇਸ ਪੋਇਟਰੀ ਦੀ, ਔਰ ਬਿਲਕੁਲ ਆਲੀਆ ਨੇ ਜਿਹੜਾ ਕਨੈਕਸ਼ਨ ਡਰਾ ਕੀਤਾ ਉਹ ਬਿਲਕੁਲ ਸਹੀ ਸੀ। Okay, I think okay, Tuba, I have often noticed the same reversal of masculinity in the poetry, especially Shah Hussain and Bulle Shah also is projected in truck art and the poetry quotes used there. Do you think that this is also one kind of expression of masculinity, especially in South Asia? So, if I understand the question, ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜਾ ਇਹ masculinity ਦਾ reversal ਹੈ, ਇਹ ਸਾਨੂੰ ਬਿਲਕੁਲ ਆਮ ਜਿਹੜੀ ਪਪੂਲਰ ਕਲਚਰ ਦੇ ਵਿੱਚ ਜਿਕਨ ਟਰੱਕ ਆਰਟ ਦੇ ਉੱਤੇ ਵੀ ਨਜ਼ਰ ਆਉਂਦਾ ਹੈ। ਸੋ ਡਸ ਦੈਟ ਮੀਨ ਕਿ ਦਿਸ ਇਜ਼ an alternative expression of masculinity in South Asia? So ਦੋ ਇਸ ਸਵਾਲ ਦੇ ਜਵਾਬ ਜਾਂ ਇੰਟਰਪ੍ਰੀਟੇਸ਼ਨ ਹੋ ਸਕਦੇ ਨੇ। I think one reading is I if you're asking ਕਿ ਇਹਨੂੰ appropriate ਕੀਤਾ ਗਿਆ ਹੈ, so appropriation ਦੇ ਵਿੱਚ I would say ਕਿ ਜੋ ਮੈਂ ਪਹਿਲੇ ਗੱਲ ਕੀਤੀ ਕਿ ਇੱਕ ਲਿਬਰਲ ਆਈਡੀਓਲੋਜੀ ਨੇ ਇਹਨੂੰ ਅਪਰੋਪਰੀਏਟ ਕੀਤਾ ਹੈ ਐਜ਼ ਸਮ ਕਾਈਂਡ ਆਫ ਸੌਫਟ ਇਸਲਾਮ, ਉਹ ਤੇ ਹੋਰ ਅਪਰੋਪਰੀਏਸ਼ਨ ਹੈ। ਲੇਕਿਨ ਇਹ ਬਿਲਕੁਲ ਐਕਚੁਅਲੀ ਹਾਂ ਇੰਟਰਸਟਿੰਗ ਹੈ ਕਿ ਕਿਵੇਂ ਬਿਲਕੁਲ ਟੌਕਸਿਕ ਕਿਸਮ ਦੀ ਮੈਸਕੁਲਿਨਿਟੀ ਦੀ ਸਪੇਸਿਸ ਦੇ ਵਿੱਚ ਵੀ ਕਦੀ ਕਦਾਈ ਤੁਹਾਨੂੰ ਇਹ ਨਜ਼ਰ ਆਏਗਾ, ਕੋਈ ਬੁੱਲੇ ਸ਼ਾਹ ਦਾ ਰੈਫਰੈਂਸ, ਕੋਈ ਸ਼ਾਹ ਹੁਸੈਨ ਦਾ ਰੈਫਰੈਂਸ, and immediately you can see कि tension भी वो create कर रहा है। और yes, I would say कि historically this was also one kind of expression of masculinity or male identity in South Asia, जो कि शायद colonial ਉਸ ਦੇ ਨਾਲ ਹੋਰ ਨੈਰੋ ਹੁੰਦਾ ਗਿਆ ਹੈ, ਹੋਰ ਸਟ੍ਰੀਮਲਾਈਨ ਉਹਦੇ ਵਿੱਚੋਂ ਆਲਟਰਨੇਟਿਵ ਇਸ ਐਕਸਪ੍ਰੈਸ਼ਨ ਦੀ ਸਪੇਸ ਮੁੱਕਦੀ ਗਈ ਹੈ। ਲੇਕਿਨ ਅਸੀਂ ਇਹਨੂੰ just to reiterate and emphasize again ਕਿ ਇਹ ਬੁੱਲੇ ਸ਼ਾਹ ਦੀ ਰੈਫਰੈਂਸਿੰਗ, ਹੁਸੈਨ ਦੀ ਰੈਫਰੈਂਸਿੰਗ, ਦੇ ਆਰ ਲਾਈਕ ਗ੍ਰੈਮਸ਼ੀ ਜਿਵੇਂ ਟ੍ਰੇਸਿਸ ਦੀ ਗੱਲ ਕਰਦਾ ਹੈ ਕਿ ਕੋਈ ਪਾਸਟ ਜਿਹੜਾ ਹੈ ਉਹ ਹਮੇਸ਼ਾ ਜਾਂ ਇਹ ਪੋਇਟਿਕਸ ਜਿਹੜੀ ਹੈ ਹਮੇਸ਼ਾ ਇਸ ਕੌਨਸ਼ੀਅਸ ਆਰਟੀਕੂਲੇਟਡ ਸ਼ਕਲ ਵਿੱਚ ਤੁਹਾਡੇ ਸਾਹਮਣੇ ਨਹੀਂ ਆਏਗੀ। ਜ਼ਰੂਰੀ ਨਹੀਂ ਹੈ ਕਿ ਉਹ ਇਟ ਇਜ਼ ਗੋਇੰਗ ਟੂ ਬੀ ਫੁੱਲੀ ਆਰਟੀਕੂਲੇਟਡ ਐਂਡ ਅੰਡਰਸਟੂਡ as something revolutionary, but important ਗੱਲ ਤੇ ਇਹ ਹੋਏਗੀ ਕਿ ਉਹ ਕਿਵੇਂ ਉਹਦੇ ਵਿੱਚ ਉਹ ਪੋਟੈਂਸ਼ੀਅਲ ਹੁੰਦਾ ਹੈ ਹਮੇਸ਼ਾ ਕੁਝ ਉਹਨੂੰ ਕੁਝ ਚੈਲੰਜ ਕਰਨ ਦਾ। ਜਿਵੇਂ ਇਹ ਮੈਨੂੰ ਹਮੇਸ਼ਾ ਬਹੁਤ ਇੰਟਰਸਟਿੰਗ ਲੱਗਦਾ ਹੈ ਕਿ ਹੀਰ ਰਾਂਝੇ ਦੀ ਜਿਹੜੀ ਕਹਾਣੀ ਹੈ, ਹੀਰ ਜਿਹੜੀ ਹੈ ਕਹਾਣੀ ਦੇ ਵਿੱਚ ਉਹ ਸਿਆਲ ਜਿਹੜਾ ਕਲੈਨ ਹੈ, ਸਿਆਲਾਂ ਦੀ ਜਿਹੜੀ ਗੋਤ ਹੈ, ਉਹਨਾਂ ਦੇ ਵਿੱਚੋਂ ਹੈ। ਤੇ ਹਾਲੇ ਵੀ ਜਦੋਂ ਵੀ ਵਾਰਿਸ ਸ਼ਾਹ ਦਾ ਕੋਈ ਪ੍ਰੋਗਰਾਮ ਹੁੰਦਾ ਹੈ, ਵਾਰਿਸ ਸ਼ਾਹ ਦੇ ਲਈ 250 ਵਾਰਿਸ ਸ਼ਾਹ ਦੀ ਜਿਹੜੀ ਹੀਰ ਉਹਨਾਂ ਨੇ ਲਿਖੀ ਬਹੁਤ ਮਸ਼ਹੂਰ ਹੀ, ਉਸ ਦੀ 250 ਸਾਲ ਦੀ ਇੱਕ ਸੈਲੀਬ੍ਰੇਸ਼ਨ ਸੀ, ਤੇ ਉਸ ਦੇ ਉੱਤੇ ਝੰਗ ਦੇ ਵਿੱਚ ਵਿਚ ਇਜ਼ ਆਲਸੋ ਵੇਅਰ ਦ ਸਟੋਰੀ ਇਜ਼ ਸੈਟ, ਝੰਗ ਦੇ ਵਿੱਚ ਬਾਕਾਇਦਾ ਸਿਆਲਾਂ ਨੇ ਇਤਜਾਜ ਕੀਤਾ ਸੀ। ਉਹਨਾਂ ਨੇ ਕਿਹਾ ਕਿ ਜੀ ਇਹ ਕਹਾਣੀ ਤੇ ਬੜੀ ਖਰਾਬ ਹੈ ਕਿਉਂਕਿ ਇਹਦੇ ਵਿੱਚ ਇੱਕ ਸਿਆਲਾਂ ਦੀ ਕੁੜੀ ਹੈ ਜੋ ਨੱਸ ਜਾਂਦੀ ਹੈ ਔਰ ਉਹ ਇਮੋਰਲ ਹੈ because she falls in love with her father's servant essentially। so ਕਿਵੇਂ ਤੁਸੀਂ ਵੇਖੋ ਕਿ ਉਹ ਕਹਾਣੀ ਦੀ ਮੌਜੂਦਗੀ ਹੈ ਔਰ ਉਹਦੇ like all other things ਉਹਦੇ ਰੈਵੋਲੂਸ਼ਨਰੀ ਜਾਂ ਉਹਦੇ ਕ੍ਰਿਟੀਕਲ ਇਸਤੇਮਾਲ ਵੀ ਹੁੰਦਾ ਹੈ ਔਰ ਉਹਦਾ ਬੜਾ ਇੱਕ ਉਹਨੂੰ ਅੱਗੋਂ ਰੈਜ਼ਿਸਟੈਂਸ ਵੀ ਆਉਂਦੀ ਹੈ, ਉਹਨੂੰ ਜਿਹੜੇ ਡੋਮੀਨੈਂਟ ਹੈ ਉਹ ਉਹਨੂੰ ਕੰਟਰੋਲ ਕਰਨ ਦੀ ਵੀ ਹਰ ਵਕਤ ਕੋਸ਼ਿਸ਼ ਕਰ ਰਹੇ ਹੁੰਦੇ ਨੇ। ਸੋ ਇਟ ਇਜ਼ these alternative expressions are all there but they are in constant tension, they are not it's not it's yeah it is a space of contestation।
टू द सरेंडर इन लव विच इज ऑफ हाँ 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 अ, हाँ so of course I think it's regardless of mass like gender actually क्योंकि वो again what I would say is कि ਅਗਰ ਤੁਸੀਂ ਹੁਸੈਨ ਦੀ ਕਾਫੀ ਵੇਖੋ ਔਰ ਤੁਸੀਂ ਬੁੱਲੇ ਸ਼ਾਹ ਦੀ ਵੀ ਕਾਫੀ ਨੂੰ ਵੇਖੋ ਤੇ ਉਹ ਫੋਕ Song ਦੇ ਸਟਰਕਚਰ ਨੂੰ ਡਰਾ ਕਰਦੀ ਹੈ ਸੋ ਬੁੱਲੇ ਸ਼ਾਹ ਦੀ ਜਿਵੇਂ ਕਾਫੀ ਹੈ ਬਹੁਤ ਨੇ ਬਟ ਜਿਹੜੀ ਹੁਸੈਨ ਦੀ ਲੋਕ ਪੀਪਲ ਆਰ ਫੈਮਿਲੀਅਰ ਵਿਦ ਇਟ ਮਾਏ ਨਹੀਂ ਮੈਂ ਕਿੰਨੂੰ ਆਖਾਂ ਮਾਏ ਨਹੀਂ ਮਾਏ ਸੋ ਉਹਦੇ ਵਿੱਚ ਜਿਹੜਾ ਸਟਰਕਚਰ ਹੈ ਕਨਵਰਸੇਸ਼ਨ ਬਿਟਵੀਨ ਮਦਰ ਐਂਡ ਡਾਟਰ ਮਾਂ ਨੂੰ ਕੁੜੀ ਹੈ ਕਹਿ ਰਹੀ ਹੈ ਮਾਂ ਨੂੰ ਇਹ ਸੁਣਾ ਰਹੀ ਹੈ ਉਹ ਕੰਮ ਕਰ ਰਹੀਆਂ ਨੇ ਸੋ ਉਹ ਤੁਸੀਂ ਵੇਖੋਗੇ ਕਿ ਜ਼ਾਹਿਰ ਹੈ ਵਿਦ ਇਨ ਦ ਕੇਸ ਆਫ ਮੈਨ ਤੇ ਉਹ ਪਬਲਿਕਲੀ ਸਾਨੂੰ ਟਰੱਕ ਕਾਰਟ ਜਾਂ ਉਸ ਤਰ੍ਹਾਂ ਦਿਸ ਰਿਹਾ ਹੁੰਦਾ ਹੈ ਬਟ women also use it um, in their expressions of love so ਹਾਲੇ ਵੀ ਉਹ ਜ਼ਾਹਿਰ ਹੈ ਇੱਕ ਔਰ ਅਕਸਰ ਸਬਵਰਸਿਵ ਲਵ ਜਿਹੜਾ ਪ੍ਰੋਸਕ੍ਰਾਈਬ ਲਵ ਜੋ ਕਿ ਚੱਲ ਹੀ ਰਿਹਾ ਹੁੰਦਾ ਹੈ ਹਰ ਵਕਤ ਹਰ ਪਾਸੇ ਉਸ ਦੀ ਵੋਕੈਬੂਲਰੀ ਬਹੁਤ ਦੇ ਲਈ ਬਹੁਤ ਯੂਜ਼ ਹੁੰਦਾ ਹੈ ਹਾਲੇ ਵੀ ਸੋ ਯਾ ਮੇਰੇ ਖਿਆਲ ਹੈ ਹੋਰ ਕੋਈ ਸਵਾਲ ਮੈਂ ਮਿਸ ਤੇ ਨਹੀਂ ਹੋਏ ਆਈ ਥਿੰਕ ਐਡਰੈਸ ਹੋ ਗਿਆ ਮੋਰ ਔਰ ਲੈਸ ਤੇ ਠੀਕ ਹੈ ਪਰ ਮੈਂ ਬਹੁਤ ਸ਼ੁਕਰੀਆ ਸਾਰਿਆਂ ਦਾ ਜਿਨ੍ਹਾਂ ਨੇ ਆ ਕੇ ਸੁਣਿਆ ਪਾਰਟਿਸਿਪੇਟ ਕੀਤਾ ਔਰ ਮੇਰੀ ਉਮੀਦ ਹੈ ਕਿ ਕੁਝ ਨਾ ਕੁਝ ਅਪੜ ਗਿਆ ਹੋਏਗਾ ਯਾਨੀ ਪਹੁੰਚ ਗਿਆ ਹੋਏਗਾ ਤੁਹਾਡੇ ਤੱਕ ਕੁਝ ਸਮਝ ਔਰ ਲੈਂਗੁਏਜ ਦਾ ਜਿਹੜਾ ਹੈ ਮਸਲਾ ਉਹ ਥੋੜਾ ਜਿਹਾ ਹੈ ਈਵਨ ਪੰਜਾਬੀ ਸਪੀਕਰਸ ਦੇ ਲਈ ਹਮੇਸ਼ਾ ਸਮਝਣਾ ਮੁਸ਼ਕਿਲ ਹੀ ਇੰਨਾ ਸਿੰਪਲ ਨਹੀਂ ਹੈ ਕਿਉਂਕਿ ਜ਼ਾਹਿਰ एजुकेशन सिस्टम ਦੇ ਵਿੱਚ ਤੇ ਹੈ ਹੀ ਨਹੀਂ ਤੇ थैंक यू और बस मैं ख़त्म कर रही हूँ थैंक यू